चुके सारे परिवार का स्वागत है। वाहिगुरू जी का खालसा वाहिगुरू जी की फतेह। सत श्री अकाल, आदाब, नमस्कार। मैं तुहाडा सुखविंदर सिंह चंदी प्रोग्राम लैके हाजिर हाँ। यह प्रोग्राम 9:30 बजे तो लैके 11 बजे तक PTN 24 ते चलेगा जी। ते मॉन्ट्रियल ते टोरंटो का समा 9:30, भारतीय समय अनुसार 7 बजे। वैनकूवर ते कैलीफोर्निया के जिहड़े सवेरे 6:30 बजे तुसीं प्रोग्राम ट्यून इन कर लैंदे हो। 1690 AM ਦੇ ਨਾਲ PTN 24 TV ਤੇ PTN 24 ਦੇ ਐਪ ਤੇ, ਇਸ ਦੇ ਨਾਲ ਹੀ ਤਹਿਲਕਾ TV ਤੇ ਤਹਿਲਕਾ ਐਪ ਤੇ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਸਟੂਡੀਓ ਦੇ ਵਿੱਚ ਗੱਲ ਕਰ ਲਈ ਨੰਬਰਾਂ 905 405 0002। ਤੇ ਇਸ ਦੇ ਨਾਲ ਹੀ ਜੇ ਤੁਸੀਂ ਲਿਸਨ ਲਾਈਵ ਨੰਬਰ ਅਮਰੀਕਾ ਦਾ ਹੀ ਹੈ ਜੀ, ਕੈਨੇਡਾ ਵਾਲੀ ਕੋਈ ਵੀ ਲਾਈਨ ਜਿਹੜੀ ਨਹੀਂ ਚੱਲ ਰਹੀ, ਨੰਬਰ 515 605 9560। ਅੱਜ 27 ਅਪ੍ਰੈਲ ਆ ਜੀ। ਦਿਨ ਤੇ ਟੈਂਪਰੇਚਰ 3 ਤੋਂ ਲੈ ਕੇ 6 ਡਿਗਰੀ ਤੱਕ ਦੁਪਹਿਰੇ ਹੋ ਜਾਊਗਾ। ਸੂਰਜ 7 ਵਜ ਕੇ ਮਾਫ ਕਰਨਾ ਜੀ, ਅੱਜ 17 ਅਪ੍ਰੈਲ ਆ ਜੀ, ਆਪਾਂ ਗਲਤ ਕਰ ਗਏ। ਅੱਜ ਫਰਾਈਡੇ ਆ ਤੇ ਟੈਂਪਰੇਚਰ 2 ਆ ਤੇ ਫੀਲ ਲਾਈਕ ਦੁਪਹਿਰੇ ਹੁਣ ਫੀਲ ਲਾਈਕ 2 ਆ ਤੇ ਦੁਪਹਿਰੇ 7 ਹੋਊਗਾ ਟੈਂਪਰੇਚਰ। 6:30 ਵਜੇ ਸੂਰਜ ਚੜਿਆ ਤੇ 8:05 ਤੇ ਸੂਰਜ ਛਿਪੇਗਾ। ਆਪਾਂ ਗੱਲਬਾਤ ਕਰਾਂਗੇ ਕੀ ਕੁਛ ਘਟਿਆ ਵਾਪਰਿਆ। ਬਖਤੌਰ ਸਿੰਘ ਜੀ ਢਿੱਲੋਂ ਨਾਲ ਆਪਣੇ ਨਾਲ ਪੰਜਾਬ ਭਾਰਤ ਬਠਿੰਡੇ ਤੋਂ ਜੁੜ ਚੁੱਕੇ ਆ। ਹਰਜਿੰਦਰ ਸਿੰਘ ਧਨੋਆ ਹੁਣੀ ਵੀ ਅਪਡੇਟ ਲੈ ਕੇ ਆਉਣਗੇ ਕੀ ਕੁਛ ਹੋ ਰਿਹਾ ਜੀ ਅੱਜ ਕੱਲ੍ਹ ਕਰੋਨਾ ਵਾਇਰਸ ਨੂੰ ਲੈ ਕੇ ਵੀ, ਤੇ ਕੀ ਸਰਕਾਰ ਨਵੇਂ ਐਲਾਨ ਕਰ ਰਹੀ ਹੈ, ਕੈਨੇਡਾ ਗੌਰਮੈਂਟ, ਅਮਰੀਕਾ ਗੌਰਮੈਂਟ। ਆਪਾਂ ਉਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ। ਅੱਜ ਫਰਾਈਡੇ ਆ ਜੀ ਤੇ ਹਲਕੇ ਮੂਡ ਦੇ ਵਿੱਚ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ, ਤੁਹਾਡੀਆਂ ਕਾਲਾਂ ਵੀ ਔਨ ਏਅਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਬਖਤੌਰ ਸਿੰਘ ਢਿੱਲੋਂ ਦਾ। ਜੀ ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਪਾਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ, ਪਰ ਅੱਜ ਪਹਿਲੀ ਖਬਰ ਆ ਜੀ, ਆਰਥਿਕ ਮੋਰਚੇ ਤੇ RBI ਵੱਲੋਂ ਰਾਹਤ ਦਾ ਐਲਾਨ। ਬਿਲਕੁਲ ਚੰਦੀ ਸਾਹਿਬ, ਆਪਾਂ ਪਿਛਲੇ ਦਿਨਾਂ ਤੋਂ ਆਪਾਂ ਵੀ ਤੇ ਹੋਰ ਵੀ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਜੀ ਭਾਰਤ ਨੂੰ ਦਰਪੇਸ਼ ਆਰਥਿਕ ਸੰਕਟ ਦੇ ਉੱਤੇ ਜ਼ਿਕਰ ਕਰਦੇ ਆ ਰਹੇ ਸਾਂ ਜੀ। ਪਿਛਲੇ ਦਿਨਾਂ ਦੇ ਵਿੱਚ ਆਪਾਂ 2 ਵਿਦਵਾਨਾਂ ਦਾ ਜ਼ਿਕਰ ਕੀਤਾ ਸੀ, ਡਾਕਟਰ ਰਤਨ ਰਾਏ ਜਿਹੜੇ ਹੁਣ ਮਿਆਦ ਆਪਣੀ ਖਤਮ ਕਰ ਚੁੱਕੇ ਹੈ, ਲੇਕਿਨ ਉਹ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਆਰਥਿਕ ਸਲਾਹਕਾਰ ਹੁੰਦੇ ਸੀ ਜੀ। ਉਹ ਤੇ ਮੋਹਨ ਗੁਰੂ ਸਵਾਮੀ ਜੀ ਜਿਹੜੇ RSS ਦੇ ਬਹੁਤ ਨੇੜੇ ਹੈ ਜੀ। ਔਰ ਇਹ ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਜੀ, ਉਦੋਂ ਉਹਨਾਂ ਦੇ ਇਹ ਆਰਥਿਕ ਸਲਾਹਕਾਰ ਹੁੰਦੇ ਸੀ ਜੀ। ਇਹਨਾਂ ਦੋਵਾਂ ਵਿਦਵਾਨਾਂ ਨੇ ਜਿਹੜੇ ਆਰਟੀਕਲ ਲਿਖੇ, ਅਖਬਾਰਾਂ ਦੇ ਵਿੱਚ ਆਪਣੇ ਬਿਆਨ ਪ੍ਰਗਟ ਕੀਤੇ, ਵਿਚਾਰ ਪ੍ਰਗਟ ਕੀਤੇ, ਉਹਨਾਂ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਡਾਕਟਰ ਰਤਨ ਰਾਏ ਨੇ ਕਿ ਗੱਲ ਉਨੀ ਦੇਰ ਤੱਕ ਬਣਦੀ ਨਹੀਂ ਜਿੰਨੀ ਦੇਰ ਤੱਕ ਲੋਕਾਂ ਦੀ ਖਰੀਦ ਸ਼ਕਤੀ ਦੇ ਵਿੱਚ ਵਾਧਾ ਨਾ ਕੀਤਾ ਜਾਵੇ। ਔਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਜਿਹੜੀ ਖਰੀਦ ਸ਼ਕਤੀ ਹੈ, ਇਹ ਖਰੀਦ ਸ਼ਕਤੀ ਵੀ ਆਮ ਜਿਹੜੇ ਲੋਕ ਹੈ, ਸਧਾਰਨ ਲੋਕ ਹੈ, ਤਨਖਾਹਦਾਰ ਲੋਕ ਹੈ, ਉਹਨਾਂ ਦੀ ਵਧਾਈ ਜਾਵੇ, ਦਿਹਾੜੀਦਾਰ ਲੋਕ ਹੈ, ਉਹਨਾਂ ਦੀ ਵਧਾਈ ਜਾਵੇ। ਡਾਕਟਰ ਗੁਰੂ ਮੋਹਨ ਸਵਾਮੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਦੱਸਿਆ ਸੀ ਕਿ ਭਾਰਤ ਸਰਕਾਰ ਦੇ ਕੋਲੇ ਮਾਇਆ ਦੀ ਕੋਈ ਕਮੀ ਨਹੀਂ, ਪੈਸੇ ਦੀ ਬਹੁਤਾਤ ਹੈ, ਵਿਦੇਸ਼ਾਂ ਵਿੱਚ ਵੀ ਬਥੇਰਾ ਧਨ ਪਿਆ ਹੈ, RBI ਕੋਲੇ ਵੀ ਰਿਜ਼ਰਵ ਹੈ। ਉਹ ਕੰਪਨੀਆਂ ਜਿਹੜੀਆਂ ਭਾਰਤ ਸਰਕਾਰ ਦੀਆਂ ਬੈਂਕਾਂ ਤੋਂ ਕਰਜ਼ੇ ਲੈ ਕੇ ਕਾਰੋਬਾਰ ਚਲਾਉਂਦੀਆਂ, ਉਹਨਾਂ ਕੋਲ ਵੀ ਬਹੁਤ ਮੋਟਾ ਪੈਸਾ ਪਿਆ ਹੈ। ਔਰ ਇਹ ਪੈਸਾ ਲੈ ਕੇ ਇਸ ਪੈਸੇ ਨੂੰ ਜਿਹੜੇ ਆਮ ਲੋਕ ਹੈ, ਆਮ ਲੋਕਾਂ ਦੇ ਖਾਤਿਆਂ ਵਿੱਚ ਤਕਸੀਮ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਪਰਚੇਜਿੰਗ ਸ਼ਕਤੀ ਵਧੇ, ਉਹ ਬਾਜ਼ਾਰ ਚ ਆਉਣ, ਬਾਜ਼ਾਰ ਚ ਆ ਕੇ ਖਰੀਦੋ ਫਰੋਖਤ ਕਰਨ। ਤੇ ਇਹਦੇ ਨਾਲ ਜਿਹੜੀ ਸਾਡੀ ਰੇਲ ਹੈ, ਗੱਡੀ ਹੈ ਜਿਹੜੀ ਆਰਥਿਕਤਾ ਦੀ, ਉਹ ਪਟੜੀ ਦੇ ਉੱਤੇ ਚੜੇ ਜੀ। ਉਸ ਤੋਂ ਬਾਅਦ ਸਾਡੇ ਜਿਹੜੇ ਕੁਛ ਹੋਰ ਸਲਾਹਕਾਰ ਸੀ, ਭਾਰਤ ਦੇ ਸਾਬਕਾ ਜਿਹੜੇ RBI ਦੇ ਗਵਰਨਰ ਰਹੇ ਰਘੂ ਰਾਮ ਰਾਜਨ ਜੀ, ਉਹਨਾਂ ਨੇ ਵੀ, ਔਰ ਮਿਸਟਰ ਬੈਨਰਜੀ ਜਿਹੜੇ ਨੋਬਲ ਅਵਾਰਡੀ ਹੈ, ਉਹਨਾਂ ਨੇ ਵੀ ਹਾਲ ਹੀ ਵਿੱਚ ਬਿਆਨ ਦਿੱਤੇ ਸੀ ਕਿ ਜੀ ਭਾਰਤ ਦਾ ਹਾਲ ਬਹੁਤ ਮਾੜਾ ਤੇ ਕੁਛ ਕਰਨਾ ਚਾਹੀਦਾ ਜੀ। ਕੱਲ ਦੀ ਖਬਰ ਇਹ ਸੀ ਕਿ ਸਾਡੀ ਵਿੱਤ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਜੀ, ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਬੁਲਾਇਆ ਸੀ ਤੇ ਉਹਨਾਂ ਦੇ ਨਾਲ ਉਹਨਾਂ ਨੇ ਕਾਫੀ ਲੰਬਾ ਸਮਾਂ
बैठक की सी, मीटिंग की सी आर्थिकता ਨੂੰ ਲੈ ਕੇ जी ਤੇ ਅੱਜ ਅਚਨਚੇਤ ਇਹ ਨਿਊਜ਼ ਆਉਣੀ ਸ਼ੁਰੂ ਹੋ ਗਈ ਕਿ ਥੋੜੇ ਸਮੇਂ ਬਾਅਦ ਹੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਿਹੜੇ ਗਵਰਨਰ ਹੈ जी ਸ਼ਕਤੀਕਾਂਤ ਉਹ ਐਡਰੈਸ ਕਰਨਗੇ ਇੱਕ ਪ੍ਰੈਸ ਕਾਨਫਰੰਸ ਨੂੰ जी ਤੇ ਫਿਰ ਉਹਨਾਂ ਨੇ ਦੁਪਹਿਰ ਤੋਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ 1 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਜੀ ਉਹ ਇਨਵੈਸਟ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ जी ਤੇ ਉਹ ਲੋਕਾਂ ਦੇ ਨਾਲ ਇੱਕ ਮੀਡੀਆ ਕਾਨਫਰੰਸ ਦੇ ਜ਼ਰੀਏ ਸਾਂਝਾ ਵੀ ਕੀਤਾ ਹੈ। ਇਹਦੇ ਵਿੱਚੋਂ 50,000 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਹੈ ਜੀ 3 ਬੈਂਕਾਂ ਵਾਸਤੇ। ਪਹਿਲੇ ਨੰਬਰ ਦੇ ਉੱਤੇ ਜੀ ਨਵਾਰਡ, ਇਹਨੂੰ 25,000 ਕਰੋੜ ਰੁਪਈਆ ਇਹਦੇ ਲਈ ਰਕਮ ਜਿਹੜੀ ਹੈ ਉਹ ਰਿਜ਼ਰਵ ਰੱਖੀ ਹੈ। जी ਇਹਦਾ ਮਤਲਬ ਹੈ ਨਵਾਰਡ ਦਾ ਨੈਸ਼ਨਲ ਬੈਂਕ ਫਾਰ ਐਗਰੀਕਲਚਰਲ ਰੂਰਲ ਡਿਵੈਲਪਮੈਂਟ, ਇਹਦੇ ਲਈ 25,000 ਕਰੋੜ ਰੁਪਈਆ ਉਹਨਾਂ ਨੇ ਰਕਮਾ ਰੱਖਿਆ ਜਿਹੜਾ ਜਾਰੀ ਕਰਨਾ। जी ਦੂਸਰਾ ਹੈਗਾ ਜੀ ਸਿਡਬੀ ਦੇ ਲਈ ਇਹਨਾਂ ਨੇ 15,000 ਕਰੋੜ ਰੁਪਈਆ ਜਿਹੜਾ ਉਹ ਰਿਜ਼ਰਵ ਕੀਤਾ ਹੈ, ਆਰਬੀਆਈ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ। जी ਇਹਦਾ ਪੂਰਾ ਅਰਥ ਬਣਦਾ ਸਿਡਬੀ ਦਾ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ। जी ਤੇ ਤੀਸਰੀ ਜਿਹੜੀ ਹੈਗੀ ਹੈ ਜੀ ਖੋਰ ਸੰਸਥਾ NHB ਨੈਸ਼ਨਲ ਹਾਊਸਿੰਗ ਬੈਂਕ, जी ਇਹਦੇ ਲਈ ਇਹਨਾਂ ਨੇ 10,000 ਕਰੋੜ ਰਾਖਵਾ ਰੱਖਿਆ। ਕੁੱਲ ਜਿਹੜਾ ਹੈਗਾ 50,000 ਕਰੋੜ ਰੁਪਈਆ ਤਾਂ ਇਹ 3 ਜਿਹੜੀਆਂ ਹੈਗੀਆਂ ਬੈਂਕਾਂ ਇਹਨਾਂ ਲਈ ਰੱਖੇ। जी ਨਾਲ ਹੀ ਜਿਹੜਾ ਹੈਗਾ ਜੀ ਰੈਪੋ ਰੇਟ ਜਿਹਨੂੰ ਅਸੀਂ ਵਿਆਜ ਦਰ ਕਹਿੰਦੇ ਹਾਂ, ਵਿਆਜ ਦਰ ਦੇ ਵਿੱਚ ਇਹਨਾਂ ਨੇ 0.25 जी ਉਹ ਕਮੀ ਕੀਤੀ ਹੈ। ਔਰ ਇਸ ਕਮੀ ਦਾ ਮਤਲਬ ਇਹ ਹੈ ਕਿ ਹੁਣ ਬੈਂਕਾਂ ਨੂੰ ਵੀ ਜਿਹੜਾ ਇਹਨਾਂ ਨੇ ਪੈਸਾ ਦੇਣਾ ਹੈ ਉਹ ਬੈਂਕਾਂ ਨੂੰ ਪੈਸਾ ਸਸਤੇ ਰੇਟ ਤੇ ਦਿੱਤਾ ਜਾਊਗਾ। जी ਕਈ ਬੈਂਕਾਂ ਦੇ ਕੋਲੇ ਆਪਣਾ ਪੈਸਾ ਰਿਜ਼ਰਵ ਹੁੰਦਾ ਹੈ ਤੇ ਉਹ ਰਿਜ਼ਰਵ ਪੈਸੇ ਨੂੰ, ਰਾਖਵੇਂ ਪੈਸੇ ਨੂੰ ਲੋਕਾਂ ਨੂੰ ਦੇਣ ਦੀ ਬਜਾਏ, ਮਾਰਕੀਟ ਦੇ ਵਿੱਚ ਕਾਰੋਬਾਰੀਆਂ ਨੂੰ ਦੇਣ ਦੀ ਬਜਾਏ ਆਰਬੀਆਈ ਦੇ ਕੋਲੇ ਜਮ੍ਹਾਂ ਕਰਵਾ ਦਿੰਦੇ ਆ ਤੇ ਉਹਦਾ ਵਿਆਜ ਵੱਧ ਲੈ ਲੈਂਦੇ ਹੈ। जी ਹੁਣ ਜਦੋਂ ਵਿਆਜ ਘਟ ਗਿਆ ਹੈ ਤਾਂ ਉਹਨਾਂ ਨੂੰ ਵੀ ਆਪਣਾ ਪੈਸਾ ਆਪਣੇ ਕੋਲੇ ਰੱਖਣਾ ਪੈਣਾ ਹੈ। ਆਰਬੀਆਈ ਦੇ ਗਵਰਨਰ ਨੇ ਇਹ ਗੱਲ ਕਹੀ ਹੈ ਕਿ ਅਸੀਂ 50,000 ਕਰੋੜ ਰੁਪਇਆ ਜਿਹੜਾ ਹੈ ਉਹ ਬੈਂਕਿੰਗ ਸੈਕਟਰ ਨੂੰ ਦੇਵਾਂਗੇ। जी ਇਸ ਹਿਸਾਬ ਦੇ ਨਾਲ ਟੋਟਲ 1 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹ ਮਾਰਕੀਟ ਦੇ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ, ਬਾਜ਼ਾਰ ਦੇ ਵਿੱਚ ਲੈ ਕੇ ਆਉਣਾ ਬੈਂਕਿੰਗ ਪ੍ਰਣਾਲੀ ਦੇ ਜ਼ਰੀਏ। जी ਇਹ ਫਿਰ ਕਰਜ਼ੇ ਦਿੱਤੇ ਜਾਣਗੇ, ਲੋਕਾਂ ਨੂੰ ਮਦਦ ਦਿੱਤੀ ਜਾਊਗੀ ਔਰ ਉਹਦੇ ਨਾਲ ਲੋਕਾਂ ਦੇ ਕੋਲ ਜਦੋਂ ਪੈਸਾ ਆ ਗਿਆ, ਪੈਸੇ ਦੇ ਨਾਲ ਫਿਰ ਜਿਹੜਾ ਹੈਗਾ ਸਰਕਲ ਦੁਬਾਰਾ ਚੱਲਣਾ ਹੈ ਤੇ ਕਾਫੀ ਹੱਦ ਤੱਕ ਇਹਦੇ ਨਾਲ ਸਾਡਾ ਜਿਹੜਾ ਹੈਗਾ ਅਰਥਚਾਰਾ ਉਹ ਮੁੜ ਪੈਰਾਂ ਤੇ ਖੜਾ ਹੋਣ ਦਾ ਯਤਨ ਕਰੂਗਾ। जी ਜਿੱਥੋਂ ਤੱਕ GDP ਦਾ ਸਵਾਲ ਹੈ, ਇਹ ਗੱਲ ਮੰਨ ਲਈ ਹੈ। ਪਹਿਲਾਂ IMF ਇੰਟਰਨੈਸ਼ਨਲ ਮੋਨੀਟਰੀ ਫੰਡ ਤੇ ਕੁਝ ਹੋਰ ਸੰਸਥਾਵਾਂ ਨੇ ਇਹ ਗੱਲ ਕਹੀ ਸੀ ਕਿ ਭਾਰਤ ਦੀ GDP ਹੈ ਜਿਹੜੀ ਉਹ ਡਾਊਨ ਹੋ ਕੇ 1.9% ਤੇ ਆ ਗਈ ਹੈ। ਇਹ ਗੱਲ ਅੱਜ ਸ਼ਕਤੀਕਾਂਤ ਹੋਣਾ ਨੇ ਮੰਨ ਲਈ ਹੈ। ਉਹਨਾਂ ਨੇ ਕਿਹਾ ਕਿ 2020 ਦੇ ਵਿੱਚ ਜਿਹੜੀ ਸਾਡੀ GDP ਹੈ ਇਹ ਵਾਕਈ 1.9% ਤੇ ਆ ਗਈ ਹੈ। जी ਲੇਕਿਨ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਭਾਰਤ ਦੀ ਹਾਲਤ G20 ਦੇ ਜਿਹੜੇ ਦੇਸ਼ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਹੈ, ਬਿਹਤਰ ਹੈ। ਭਾਰਤ ਦੇ ਵਿੱਚ ਕੋਈ ਐਸੀ ਗੱਲ ਨਹੀਂ, ਅਸੀਂ ਉਹਨਾਂ ਦੇਸ਼ਾਂ ਨਾਲੋਂ ਸਭ ਤੋਂ ਅੱਗੇ ਹਾਂ। ਨਾਲ ਹੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੇ ਕਰੋਨਾ ਦੇ ਉੱਤੇ ਅਸੀਂ ਕਾਬੂ ਪਾ ਲੈਂਦੇ ਹਾਂ, ਹਾਲਾਤ ਨਾਰਮਲ ਹੁੰਦੇ ਆ ਤੇ ਫਿਰ ਇੱਕ ਨਵੇਂ ਕਿਸਮ ਦੀਆਂ ਜਿਹੜੀਆਂ ਆਰਥਿਕ ਜੁਗਲਬੰਦੀਆਂ ਹੋਣਗੀਆਂ। जी ਉਹਨਾਂ ਜੁਗਲਬੰਦੀਆਂ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਅਗਲਾ ਜਿਹੜਾ ਮਾਲੀ ਵਰ੍ਹਾ ਹੈ 2021-2022 जी ਉਹਦੇ ਦੌਰਾਨ ਸਾਡੀ GDP ਜਿਹੜੀ ਵੱਧ ਕੇ ਉਹ 7.4% ਹੋ ਸਕਦੀ ਹੈ। ਇਹ ਉਹਨਾਂ ਨੇ ਦਾਅਵਾ ਕੀਤਾ ਹੈ। जी ਹੁੰਦੀ ਹੈ ਕਿ ਨਹੀਂ ਹੁੰਦੀ ਇਹਦੇ ਬਾਰੇ ਤਾਂ ਅਜੇ ਤੱਕ ਫਿਊਚਰ ਦੇ ਉੱਤੇ ਨਿਰਭਰ ਹੈ, ਫਿਊਚਰ ਹੀ ਦੱਸੂਗਾ ਕਿ ਹੁੰਦੀ ਹੈ ਕਿ ਨਹੀਂ ਹੁੰਦੀ। जी ਲੇਕਿਨ ਇੱਕ ਗੱਲ ਸਪਸ਼ਟ ਹੈ, ਇਹ ਗੱਲ ਸ਼ਕਤੀਕਾਂਤ ਉਹਨਾਂ ਨੇ ਮੰਨੀ ਹੈ। ਹਾਲਾਂਕਿ ਸ਼ਕਤੀਕਾਂਤ ਹੋਰਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਉਸ ਲੈਵਲ ਦੇ ਜਿਹੜੇ ਹੈਗੇ ਆ RBI ਦੇ ਜਿਵੇਂ ਕਿ ਗਵਰਨਰ ਹੁੰਦੇ ਆ, ਬਹੁਤ ਵੱਡੇ ਅਰਥ ਸ਼ਾਸਤਰੀ ਹੁੰਦੇ ਆ। ਰਘੂਰਾਮ ਰਾਜਨ ਰਹੇ ਹੈ ਇਹਦੇ RBI ਦੇ ਗਵਰਨਰ, ਡਾਕਟਰ ਮਨਮੋਹਨ ਸਿੰਘ ਹੋਰੀ ਰਹੇ ਹੈ, ਬੜੇ ਵੱਡੇ ਬੰਦੇ ਰਹੇ ਆ, ਬਹੁਤ ਵੱਡਾ ਉਹਨਾਂ ਦਾ ਨਾਂ ਹੁੰਦਾ ਸੀ। ਲੇਕਿਨ ਸ਼ਕਤੀਕਾਂਤ ਜਿਹੜੇ ਹੈਗੇ ਉਹ ਉਸ ਕਿਸਮ ਦੇ ਨਹੀਂ। ਇਹ ਫਾਈਨਾਂਸ ਮਿਨਿਸਟਰੀ ਦੇ ਵਿੱਚ ਹੁੰਦੇ ਸੀ ਔਰ ਫਾਈਨਾਂਸ ਮਿਨਿਸਟਰੀ ਦੇ ਵਿੱਚੋਂ ਕਿਉਂਕਿ ਇਹ ਮੌਜੂਦਾ ਸਰਕਾਰ ਦੇ ਨੇੜੇ ਹੈ, ਇਸ ਕਰਕੇ ਕਿਸੇ ਨਾਮਵਰ ਅਰਥ ਸ਼ਾਸਤਰੀ ਦੀ ਬਜਾਏ ਉਹਨਾਂ ਨੇ ਇੱਕ ਬਿਊਰੋਕਰੇਟ ਨੂੰ ਕੱਢ ਕੇ ਇਧਰ ਲਾਇਆ ਹੋਇਆ ਹੈ। जी ਪਰ ਇਹਨਾਂ ਦਾ ਇਹ ਮੰਨਣਾ ਹੈ ਕਿ ਇਹ ਜਿਹੜੀ ਮੰਦੀ ਹੈ, ਜਿਹੜੀ ਇਹ ਡਾਊਨਫਾਲ ਆਈ ਹੈ ਆਰਥਿਕਤਾ ਦੇ ਵਿੱਚ 1929 ਦੇ ਵਿੱਚ ਜਿਹੜੀ ਮੰਦੀ ਆਈ ਸੀ,
ਇਹ ਮੰਦੀ 1929 ਵਾਲੇ ਜਿਹੜਾ ਹੈਗਾ ਕਾਲ ਹੈ, ਜਿਹੜਾ ਉਸ ਵੇਲੇ ਦਾ ਸਮਾਂ ਉਹਦੇ ਨਾਲੋਂ ਵੀ ਭਿਆਨਕ ਰੂਪ ਇਹਨੇ ਅਖਤਿਆਰ ਕੀਤਾ ਹੋਇਆ ਹੈ। ਸੋ ਦੁਰਪੇਸ਼ ਤਾਂ ਸਾਰੀ ਦੁਨੀਆ ਨੂੰ ਹੀ ਹੈ, ਪਰ ਕਿਉਂਕਿ ਬਾਕੀ ਮੁਲਕਾਂ ਦੀ ਅਸੀਂ ਸਥਿਤੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਹੈਗੀ ਆਰਥਿਕਤਾ ਡਿਵੈਲਪਡ ਕੰਟਰੀ ਹੈ, ਜਿਹੜੇ ਉਹਨਾਂ ਦੇ ਉਹ ਸਾਬਤ ਕਦਮੀ ਹੁੰਦੇ ਆ, ਪੱਕੇ ਪੈਰੀ ਹੁੰਦੇ ਆ, ਵਿਕਸਿਤ ਜਿਹੜੇ ਵਿਕਾਸਸ਼ੀਲ ਦੇਸ਼ ਹੈ ਹਾਲੇ ਤੱਕ ਜਿਨ੍ਹਾਂ ਨੇ ਵਿਕਸਿਤ ਹੋਣਾ ਹੁੰਦਾ ਜਦੋਜਹਿਦ ਕਰ ਰਹੇ ਹੈ, ਉਹਨਾਂ ਦੀ ਆਰਥਿਕ ਹਾਲਤ ਜਿਹੜੀ ਹੈ ਉਹ ਥੋੜੀ ਡਾਮਾਡੋਲ ਹੁੰਦੀ ਹੈ, ਔਰ ਜਿਹੜੇ ਬਿਲਕੁਲ ਪਛੜੇ ਦੇਸ਼ ਹੁੰਦੇ ਹੈ ਉਹਨਾਂ ਦੀ ਹਾਲਤ ਮਾੜੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ, ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚੋਂ ਵੀ ਇਹ ਜਿਹੜੇ ਮੂਹਰਲੇ ਦੇਸ਼ ਹੈ ਉਹਨਾਂ ਦੇ ਵਿੱਚ ਆਉਂਦਾ ਹੈ। ਜੇ ਇਹ ਓੜ-ਪੋੜ ਕੀਤਾ 1 ਲੱਖ ਕਰੋੜ ਰੁਪਈਆ ਮਾਰਕੀਟ ਦੇ ਵਿੱਚ ਲੈ ਕੇ ਆਉਣ ਦਾ ਫੈਸਲਾ ਕੀਤਾ, ਤਾਂ ਮੇਰਾ ਖਿਆਲ ਹੈ ਕਿ ਇਹਦੇ ਨਾਲ ਇੱਕ ਵਾਰੀ ਸਾਡੀ ਆਰਥਿਕਤਾ ਜਿਹੜੀ ਹੈ ਉਹ ਠੀਕ ਦਿਸ਼ਾ ਦੇ ਵਿੱਚ ਅੱਗੇ ਵਧਣੀ ਸ਼ੁਰੂ ਹੋ ਜਾਣੀ ਹੈ। ਜੀ ਚੰਗੀ ਗੱਲ ਆ ਢਿੱਲੋਂ ਸਾਹਿਬ, ਚੰਗੀ ਖਬਰ ਆ। ਸ਼ਾਇਦ ਇਹਦੇ ਨਾਲ ਆਰਥਿਕਤਾ ਦੇ ਉੱਤੇ ਕੋਈ ਨਾ ਕੋਈ ਅਸਰ ਪਵੇ। ਵਨ ਟੱਚ ਕਮਿਊਨੀਕੇਸ਼ਨ ਵੱਲੋਂ ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਟਰੱਕ ਚਲਾਉਂਦੇ ਹੋ, ਸਸਤੀਆਂ ਡੀਲਾਂ ਲੈਣੀਆਂ ਚਾਹੁੰਦੇ ਹੋ, ਬਹੁਤ ਜਿਹੜਾ LTE ਇੰਟਰਨੈਟ ਆ ਜੀ ਅਨਲਿਮਟਿਡ, ਤੁਸੀਂ 905 203 3636 ਤੇ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। 905 203 3636 ਤੇ ਨਾਲ ਹੀ ਫਸਟ ਜਾਂ ਸੈਕੰਡ ਮੌਰਗੇਜ ਕਰਾਉਣੀ ਚਾਹੁੰਦੇ ਤਾਂ ਕਿਰਨ ਕੌਰ ਪੱਡਾ ਦਾ ਨਾਮ ਯਾਦ ਰੱਖੋ। 416 710 2020 416 710 2020 ਤੇ ਕਾਲ ਕੀਤੀ ਜਾ ਸਕਦੀ ਆ। ਆਪਣੀਆਂ ਘੜੀ ਜੇ ਤੁਹਾਡੀ ਖਰਾਬ ਆ, ਬੈਟਰੀ ਪਾਉਣੀ ਹੈ, ਚੇਨ ਵੱਡੀ ਛੋਟੀ ਕਰਾਉਣੀ ਆ, ਜਾਂ ਕਲੌਕ ਚਾਹੀਦਾ ਵਿੱਚ ਆਪਣਾ ਨਾਂ ਲਿਖਾਉਣਾ, ਕਿਸੇ ਨੂੰ ਗਿਫਟ ਦੇਣਾ ਵਾਲ ਕਲੌਕ ਵਾਸਤੇ, ਟਰਾਂਸਪੋਰਟ ਦਾ ਨਾਂ ਲਿਖਾਉਣਾ, ਕੁਛ ਵੀ ਕੰਪਨੀ ਦਾ ਨਾਂ ਲਿਖਾਉਣਾ, ਤੇ ਜਾਂ ਘੜੀ ਠੀਕ ਕਰਾਉਣੀ ਆ, ਬਾਏ ਕਰਨੀ ਆ ਰਾਡੋ, ਰੋਲੈਕਸ, ਸਿਟੀਜ਼ਨ, ਸਿਕੋ 5, ਸੋਮਲ ਵਾਚ, ਕਲੌਕ ਐਂਡ ਪਾਰਟਸ 905 790 2188। ਤੇ ਇਸ ਦੇ ਨਾਲ ਹੀ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਜੇ ਤੁਸੀਂ ਬੱਚਿਆਂ ਦੀ ਐਡਮਿਸ਼ਨਾਂ ਕਰਾਉਣੀਆਂ ਜੀ FBI ਹਾਈ ਸਕੂਲ 905 791 4600। ਤੇ ਨਾਲ ਹੀ ਜੇ ਤੁਸੀਂ ਸੋਫਾ ਬਣਾਉਣਾ ਚਾਹੁੰਦੇ ਹੋ L ਸ਼ੇਪ, ਰਾਉਂਡ ਸ਼ੇਪ ਜਾਂ ਬੈਸਟ ਕੁਆਲਿਟੀ ਦੇ ਵਿੱਚ ਕਸਟਮ ਮੇਡ ਸੋਫਾ ਬਣਾਉਣਾ, ਤਾਂ ਸ਼ਗਨਦੀਪ ਹੋਣਾ ਦਾ ਨਾਮ ਹਮੇਸ਼ਾ ਯਾਦ ਰੱਖੋ। ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਤੁਸੀਂ ਜਾ ਸਕਦੇ ਹੋ। 905 799 8877। ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਵਾਸ਼ਰੂਮ ਬਣਾਉਣਾ, ਬੇਸਮੈਂਟ ਬਣਾਉਣੀ, ਬੇਸਮੈਂਟ ਲੀਗਲ ਕਰਾਉਣੀ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣ ਲਈ ਵਧੀਆ ਨਾਂ ਜੀ ਘਰ ਆਣ ਕੇ ਐਸਟੀਮੇਟ ਦੇ ਕੇ ਜਾਂਦੇ ਫ੍ਰੀ ਆਫ ਕਾਸਟ। 647 409 99 15 647 409 8915 ਹਰਦਿਆਲ ਸਿੰਘ ਚੀਤਾ ਨੂੰ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਜੀ। ਹਮੇਸ਼ਾ ਹੀ ਜਿਹੜਾ ਸਾਡਾ ਗੁਰਦੁਆਰਾ ਸਾਹਿਬਾਨ ਆ, ਔਖੀ ਘੜੀ ਦੇ ਵਿੱਚ ਜਿਹੜੀ ਸਾਡੀ ਕੌਮ ਆਪਾਂ ਡੇਲੀ ਗੱਲਬਾਤ ਕਰਦੇ ਹਾਂ ਜੀ, ਵੱਧ ਚੜ੍ਹ ਕੇ ਹਿੱਸਾ ਪਾਉਂਦੇ ਆ। ਹੁਣ ਖਬਰ ਆਈ ਹੈ ਜੀ ਦਿੱਲੀ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਬਣਿਆ ਸਰਕਾਰੀ ਡਾਕਟਰਾਂ ਲਈ ਹੋਸਟਲ। ਹਾਂ ਬਿਲਕੁਲ ਜੀ, ਇਹ ਤੋਂ ਪਹਿਲਾਂ ਜਿਹੜੀ ਹੈਗੀ ਆਪਾਂ ਜਦੋਂ ਤੁਸੀਂ ਗੁਰੂ ਘਰਾਂ ਦੀ ਗੱਲ ਕਰਦੇ ਹੋ ਜੀ, ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀਆਂ ਕੁਝ ਸਰਾਵਾਂ ਜੀ ਉਹ ਹੈਲਥ ਡਿਪਾਰਟਮੈਂਟ ਨੂੰ ਪੇਸ਼ਕਸ਼ ਕੀਤੀ ਸੀ ਕਿ ਜੇ ਤੁਹਾਨੂੰ ਲੋੜ ਪੈਂਦੀ ਹੈ ਲੋਕਾਂ ਨੂੰ ਕੁਆਰੰਟੀਨ ਕਰਨਾ ਹੈ ਇਹਦੇ ਵਾਸਤੇ ਜਾਂ ਕਿਸੇ ਕਿਸਮ ਦੇ ਇਲਾਜ ਵਾਸਤੇ, ਤਾਂ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਸਰਾਵਾਂ ਗੁਰੂ ਘਰਾਂ ਦੀਆਂ ਉਹ ਅਸੀਂ ਤੁਹਾਡੇ ਲਈ ਸਪੇਅਰ ਕਰ ਸਕਦੇ ਹਾਂ, ਵਿਹਲੀਆਂ ਕਰ ਸਕਦੇ ਹਾਂ, ਤੁਸੀਂ ਇੱਥੇ ਕਰ ਸਕਦੇ ਹੋ ਜੀ। ਇੱਦਾਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇੱਕ ਬਹੁਤ ਵਧੀਆ ਜਿਹੜੀ ਹੈਗੀ ਹੈ ਧਰਮਸ਼ਾਲਾ ਬਣੀ ਹੋਈ ਹੈ, ਮਾਡਰਨ ਧਰਮਸ਼ਾਲਾ ਹੈ, ਸ਼ਾਇਦ ਪੌਂਟਾ ਸਾਹਿਬ ਹੈ ਜੀ। ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਕਹਿ ਦਿੱਤਾ ਕਿ ਇਹ ਤੁਹਾਡੇ ਹਵਾਲੇ ਹੈ, ਤੁਸੀਂ ਇੱਥੇ ਬੈਠ ਕੇ ਮਨੁੱਖਤਾ ਦੀ ਸੇਵਾ ਲਈ ਜੋ ਕੋਈ ਇਲਾਜ ਪ੍ਰਣਾਲੀ ਅਡਾਪਟ ਕਰਨੀ ਹੈ, ਕਿਸੇ ਕਿਸਮ ਦੀ ਹੋਰ ਵਰਤੋਂ ਵਾਸਤੇ ਤੁਸੀਂ ਜਿਹੜੀ ਹੈਗੀ ਹੈ ਸਿਰਫ ਤੇ ਸਿਰਫ ਇਹ ਕਰੋਨਾ ਦੀ ਰੋਕਥਾਮ ਲਈ ਇਸਤੇਮਾਲ ਕਰਨੀ ਹੈ ਤਾਂ ਕਰ ਸਕਦੇ ਹੋ ਜੀ। ਵੈਸੇ ਜਦੋਂ ਅਸੀਂ ਗੁਰਦੁਆਰਾ ਪ੍ਰਬੰਧ ਦੀ ਗੱਲ ਕਰਦੇ ਹਾਂ ਤਾਂ ਇਹ ਗੁਰੂ ਨਾਨਕ ਦੇਵ ਸਾਹਿਬ ਤੋਂ 20 ਰੁਪਈਆਂ ਦੇ ਨਾਲ ਜਿਹੜੀ ਲੰਗਰ ਵਾਲੀ ਪ੍ਰਥਾ ਸ਼ੁਰੂ ਹੋਈ ਸੀ ਜੀ, ਉਹ ਲਗਾਤਾਰ ਚੱਲਦੀ ਆ ਰਹੀ ਹੈ। ਤੇ ਉਹ ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਸਿੱਖ ਭਾਈਚਾਰੇ ਨੇ ਇਹ ਸੇਵਾ ਨਾ ਕੀਤੀ ਹੋਵੇ ਜੀ। ਅੱਜ ਬਹੁਤ ਵੱਡੇ ਵੱਡੇ ਨਾਂ ਹੈ ਸਾਡੇ ਸਿੱਖ ਭਾਈਚਾਰੇ ਦੇ ਵਿੱਚੋਂ। ਸਾਰੀਆਂ ਜੇ ਆਪਾਂ ਦੇਖੀਏ ਕਮਿਊਨਿਟੀ ਦੇ ਵਿੱਚ ਬੰਦੇ ਮਾੜੇ ਵੀ ਬਹੁਤ ਹੁੰਦੇ ਆ, ਲੇਕਿਨ ਚੰਗੇ ਬੰਦੇ ਆ ਜਿਹੜੇ ਉਹਨਾਂ ਦੇ ਉਹ ਮਾੜਾਪਣ ਨੂੰ ਢੱਕ ਲੈਂਦੇ ਆ ਜੀ। SPS ਉਬਰਾਏ ਹੋਣਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ, ਉਹ ਇੱਕ ਕਾਰੋਬਾਰੀ ਦੇ ਰੂਪ ਦੇ ਵਿੱਚ ਦਵਾਈ ਜਾਂਦੇ ਆ, ਉੱਥੇ ਜਾ ਕੇ ਆਪਣੇ ਕਾਰੋਬਾਰ ਦਾ ਉਹ ਵਿਸਥਾਰ ਕਰਦੇ ਆ, ਉਹਨਾਂ ਤੇ ਕਿਰਪਾ ਹੁੰਦੀ ਹੈ ਤੇ ਕਾਰੋਬਾਰ ਇਹਨਾਂ ਦਾ ਇੰਨਾ ਜ਼ਿਆਦਾ ਚਮਕ ਪੈਂਦਾ ਕਿ ਉਹ ਬਹੁਤ ਅਮੀਰ ਲੋਕ ਬਣ ਜਾਂਦੇ ਆ। ਅਮੀਰ ਬੰਦਿਆਂ ਦੇ ਵਿੱਚ ਉਹਨਾਂ ਦੀ ਸ਼ਨਾਖਤ ਹੁੰਦੀ ਹੈ ਜੀ। ਮੇਰਾ ਖਿਆਲ ਹੈ ਇਹ ਕੋਈ 2-3 ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਸਾਡੇ ਕੁਝ ਪੰਜਾਬੀ ਲੜਕਿਆਂ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਸੀ
ਦੁਬਈ ਦੇ ਵਿੱਚ ਸ਼ਾਇਦ ਕੋਈ ਝਗੜੇ ਦੇ ਵਿੱਚ ਕਿਸੇ ਬੰਦੇ ਦੀ ਮੌਤ ਹੋ ਗਈ ਸੀ ਔਰ ਉਹਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਹੋ ਗਈ ਸੀ ਜੀ। ਉਸ ਵੇਲੇ ਵੀ ਉਹ ਕੰਪਰੋਮਾਈਜ਼ ਜਿਹੜਾ ਹੋਇਆ ਸੀ, ਉਹਦੇ ਪਿੱਛੇ ਬਲੱਡ ਮਨੀ ਜਿਹੜੀ ਪੈਣੀ ਸੀ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਲੱਡ ਮਨੀ ਕੋਲੋਂ ਤਾਰ ਕੇ ਉਹਨਾਂ ਨੇ ਦਰਜਨ ਤੋਂ ਵੱਧ ਸਾਡੇ ਜਿਹੜੇ ਹੈ ਨੌਜਵਾਨ ਉਹਨਾਂ ਨੂੰ ਛੁਡਵਾ ਕੇ ਘਰਾਂ ਤੱਕ ਪਹੁੰਚਾਇਆ ਸੀ। ਉਹਨਾਂ ਦਾ ਵੱਡਾ ਨਾਂ ਸੀ ਜੀ। ਹੁਣ ਵੀ ਜੇ ਅਸੀਂ ਦੇਖੀਏ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਪਰ ਉਪਕਾਰ ਦੇ ਕੰਮ ਕਰਦੇ ਆ, ਕਿਤੇ ਇਲਾਜ ਦੀ ਲੋੜ ਹੈ, ਕਿਤੇ ਪਾਣੀ ਦੀ ਲੋੜ ਹੈ, ਉਬਰਾਏ ਸਾਹਿਬ ਕਰਦੇ ਹੈ ਜੀ। ਰਵੀ ਸਿੰਘ ਹੋਰਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਦੀ ਖਾਲਸਾ ਏਡ ਕਿਸੇ ਜਾਣ ਪਛਾਣ ਦੀ ਮੁਤਾਜ ਨਹੀਂ ਜੀ। ਖਾਲਸਾ ਏਡ ਆਪਣੇ ਪੱਧਰ ਦੇ ਉੱਤੇ ਜੋ ਕੁਝ ਵੀ ਉਹਨਾਂ ਕੋਲੇ ਤਿਲ ਫੁੱਲ ਹੈ ਆਪਦਾ, ਔਰ ਇਹਦੀ ਮੈਂ ਅਗਲੀ ਗੱਲ ਕਹੂੰਗਾ, ਇਹ ਕ੍ਰੈਡੀਬਿਲਿਟੀ ਦਾ ਸਵਾਲ ਹੁੰਦਾ ਹੈ ਕਿਸੇ ਸੰਸਥਾ ਦੀ। ਜਦੋਂ ਕ੍ਰੈਡੀਬਿਲਿਟੀ ਬਣ ਜੇ, ਲੋਕਾਂ ਨੂੰ ਇਹ ਪਤਾ ਲੱਗ ਜੇ ਜੀ ਕਿ ਇਹ ਸੰਸਥਾ ਜਿਹੜੀ ਹੈਗੀ ਹੈ ਠੀਕ ਕੰਮ ਕਰ ਰਹੀ ਹੈ ਤੇ ਜਿਹੜਾ ਉਹ ਤਿਲ ਫੁੱਲ ਦਾਨ ਦੇਣਗੇ ਇਹ ਠੀਕ ਥਾਂ ਦੇ ਉੱਤੇ ਲੱਗੂਗਾ, ਤਾਂ ਫਿਰ ਕੋਈ ਕਮੀ ਨਹੀਂ ਰਹਿੰਦੀ। ਜਿੰਨਾ ਮਰਜ਼ੀ ਹੈ ਮਤਲਬ ਲਾਉਣ ਵਾਲੇ ਚਾਹੀਦੇ ਤੇ ਪੈਸੇ ਦੀ ਕੋਈ ਕਮੀ ਨਹੀਂ ਰਹਿੰਦੀ, ਦੌਲਤ ਦੀ ਕੋਈ ਕਮੀ ਨਹੀਂ ਰਹਿੰਦੀ, ਰਾਸ਼ਨ ਪਾਣੀ ਦੀ ਕਮੀ ਨਹੀਂ ਰਹਿੰਦੀ। ਇਸ ਕਰਕੇ ਜੇ ਆਪਾਂ ਦੇਖੀਏ ਜਿਹੜੀ ਖਾਲਸਾ ਏਡ ਵਾਲੇ ਬੇਸ਼ੱਕ ਉਹ ਰੋਹਿੰਗਿਆ ਰਿਫਿਊਜੀ ਹੋਣ, ਬੇਸ਼ੱਕ ਉਹ ਜਿਹੜੀ ਖਾੜੀ ਦੀ ਜੰਗ ਦੇ ਵਿੱਚ ਆਪਾਂ ਦੇਖਿਆ ਜਿਹੜੀ ਪਿਛਲੇ ਦਿਨਾਂ ਦੀ ਸੀਰੀਆ ISIS ਦਾ ਜਿਹੜਾ ਇਹ ਸਾਰਾ ਇਸ ਖਿੱਤੇ ਦੇ ਵਿੱਚ ਐਡਾ ਵੱਡਾ ਯੁੱਧ ਹੋਇਆ ਸੀ, ਉਸ ਯੁੱਧ ਦੇ ਦੌਰਾਨ ਵੀ ਉਹਨਾਂ ਦੁਰਬਲ ਥਾਵਾਂ ਦੇ ਉੱਤੇ ਜਾ ਕੇ, ਉਹਨਾਂ ਥਾਵਾਂ ਤੇ ਜਿੱਥੇ ਇੱਕ ਬੰਦੇ ਦਾ ਜਾਣਾ ਮੁਸ਼ਕਲ ਸੀ, ਉੱਥੇ ਜਾ ਕੇ ਉਹ ਆਪਣੀ ਸੇਵਾ ਕਰਦੇ ਰਹੇ ਹੈ। ਪਿਛਲੇ ਦਿਨਾਂ 'ਚ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਮਿਸਟਰ ਬਲਵੰਤ ਸਿੰਘ ਰਾਮੂਵਾਲੀਆ ਦਾ ਸੀ। ਰਾਮੂਵਾਲੀਆ ਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਸਾਰੀਆਂ ਹੋਣਗੀਆਂ, ਹੁੰਦੀਆਂ ਹਰ ਮਨੁੱਖ ਦੇ ਵਿੱਚ, ਲੇਕਿਨ ਜਿੱਥੇ ਤੱਕ ਉਹਨਾਂ ਦੀ ਜਾਣਕਾਰੀ ਹੈ, ਉਹਨਾਂ ਦੀ ਜਾਣਕਾਰੀ ਕਾਫੀ ਜ਼ਿਆਦਾ ਹੈ, ਉਸੀ ਜਾਣਕਾਰੀ ਹੁੰਦੀ ਹੈ। ਰਾਮੂਵਾਲੀਆ ਸਾਹਿਬ ਨੇ ਦੱਸਿਆ ਸੀ ਕਿ ਜਿਹੜਾ ISIS ਦਾ ਚੀਫ ਸੀ ਬਹੁਤ ਖਤਰਨਾਕ ਆਦਮੀ ਸੀ, ਤੇ ਇੱਕ ਵਾਰੀ ਇਹ ਗੱਲ ਚੱਲੀ ਸੀ ਕਿ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਇੱਥੇ ਆ ਕੇ ਇਹ ਰਾਸ਼ਨ ਪਾਣੀ ਲੋਕਾਂ ਨੂੰ ਦਿੰਦੇ ਹੈ, ਇਹਨਾਂ ਦਾ ਕੁਛ ਨਾ ਕੁਛ ਕਰਨਾ ਪਊ। ਤੇ ਉਹਨੇ ਜਿਹੜਾ ਉਹਨਾਂ ਦਾ ਚੀਫ ਸੀਗਾ ਬਗਦਾਦੀ, ਉਸ ਬਗਦਾਦੀ ਨੇ ਡਾਂਟਤਾ ਸੀ ਕਿ ਜੇ ਸਿੱਖ ਭਾਈਚਾਰੇ ਦਾ ਕੋਈ ਨੁਕਸਾਨ ਹੋ ਗਿਆ ਤਾਂ ਫਿਰ ਇਹ ਦੇਖ ਲਓ ਤੁਹਾਡੇ ਨਾਲ ਕੀ ਹੋਣੀ ਹੈ। ਇਹ ਲੋਕ ਫਿਰਕੇਦਾਰੀ ਤੋਂ ਉੱਪਰ ਉੱਠ ਕੇ, ਭਾਈਚਾਰੇ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਲਈ ਸਾਰਾ ਕੁਛ ਕਰ ਰਹੇ ਹੈ। ਸੋ ਜੇ ਆਪਾਂ ਇਹ ਗੱਲ ਕਰੀਏ ਤਾਂ ਸਾਡੇ ਬਹੁਤ ਵੱਡਾ ਨਾਂ ਹੈ। ਹੁਣ ਜੇ ਅਸੀਂ ਕਰੀਏ, ਸਾਡੇ ਆਪਣੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਮੁਸੀਬਤ ਫੈਲੀ ਹੋਈ ਹੈ। ਇਸ ਮੁਸੀਬਤ ਦੇ ਦੌਰਾਨ ਦਿੱਲੀ ਦੇ ਵਿੱਚ ਇੱਕ ਗੈਸਟ ਹਾਊਸ ਹੈ। ਇਹ ਗੈਸਟ ਹਾਊਸ ਜਿਹੜਾ ਹੈਗਾ ਗੁਰੂ ਹਰਕ੍ਰਿਸ਼ਨ ਰਹਿਸ਼ੀ ਗੈਸਟ ਹਾਊਸ ਦਾ ਨਾਂ ਹੈ। ਇਹ ਗੈਸਟ ਹਾਊਸ ਜਿਹੜਾ ਹੈ ਹੈਲਥ ਡਿਪਾਰਟਮੈਂਟ ਦੇ ਸਪੁਰਦ ਕਰ ਦਿੱਤਾ ਹੈ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਕਿ ਲਓ ਜੀ ਤੁਸੀਂ ਇੱਥੇ ਗੱਲ ਕਰ ਲਓ। ਅੱਜ ਜਦੋਂ ਮੈਂ ਖਬਰ ਦੇਖ ਰਿਹਾ ਸੀ, ਮੈਂ ਪੜ੍ਹ ਰਿਹਾ ਸੀ ਖਬਰ ਦੇ ਬਾਰੇ, ਤਾਂ ਉੱਥੇ ਇੱਕ ਨਰਸ ਹੈ, ਹੈਡ ਨਰਸ ਆਰਾਮ ਮਨੂਰ ਲੋਹੀਆ ਹਸਪਤਾਲ ਦੀ, ਉਹ ਲੜਕੀ ਦਾ ਨਾਂ ਹੈ ਸ਼ਾਲੂ। ਸ਼ਾਲੂ ਦੱਸਦੀ ਹੈ ਕਿ ਜਦੋਂ ਮੈਂ ਅੱਗੇ ਆਪਣੀ ਡਿਊਟੀ ਖਤਮ ਕਰਕੇ ਆਪਣੇ ਘਰ ਜਾਂਦੀ, ਮੈਂ ਆਪਣੀ ਛੱਤ ਉੱਪਰ ਚੜ੍ਹਦੀ ਤੇ ਆਂਢੀ ਗੁਆਂਢੀ ਜਿਹੜੇ ਹੈਗੇ ਨਫ਼ਰਤ ਭਰੀਆਂ ਨਜ਼ਰਾਂ ਦੇ ਨਾਲ ਮੈਨੂੰ ਦੇਖਦੇ ਹੋਏ, ਮੇਰੇ ਵੱਲ ਟੁਕਦੇ ਹੋਏ, ਉਹ ਛੱਤਾਂ ਤੋਂ ਥੱਲੇ ਆ ਜਾਂਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਉਸ ਹਸਪਤਾਲ ਦੇ ਵਿੱਚ ਕੰਮ ਕਰਦੀ ਹਾਂ ਜਿਸ ਹਸਪਤਾਲ ਦੇ ਵਿੱਚ ਕੋਰੋਨਾ ਵਾਇਰਸ ਦੇ ਪੇਸ਼ੈਂਟ ਆਉਂਦੇ ਹੈ। ਇਸ ਲਈ ਉਹ ਕਹਿੰਦੀ ਵੀ ਉਹ ਸਾਨੂੰ ਨਫ਼ਰਤ ਨਾਲ ਦੇਖਦੇ ਸੀ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਜ਼ਿਕਰ ਕਰਦੇ ਰਹੇ ਹਾਂ ਕਿ ਲੋਕ ਡਾਕਟਰਾਂ ਨੂੰ, ਡਾਕਟਰੀ ਅਮਲੇ ਨੂੰ, ਸੁਸਾਇਟੀਆਂ ਵਾਲੇ ਉਹਨਾਂ ਇਲਾਕਿਆਂ ਜਿੱਥੋਂ ਰਹਿੰਦੇ ਸੀ ਜਿਹੜੇ ਕੋਰੋਨਾ ਦੇ ਮਰੀਜ਼ਾਂ ਨੂੰ ਡੀਲ ਕਰਦੇ ਸੀ, ਉਹਨਾਂ ਪ੍ਰਤੀ ਬਹੁਤ ਹੀ ਨਫ਼ਰਤ ਵਾਲੀ ਜਿਹੜੀ ਉਹਨਾਂ ਦੀ ਪਹੁੰਚ ਹੁੰਦੀ ਸੀ, ਅਪਰੋਚ ਹੁੰਦੀ ਸੀ। ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਤੁਸੀਂ ਇੱਥੇ ਨਾ ਆਓ। ਸੋ ਕੁਝ ਡਾਕਟਰਾਂ ਦੇ ਕੋਲੇ, ਮੈਡੀਕਲ ਸਟਾਫ ਦੇ ਕੋਲੇ ਜਦੋਂ ਇਹ ਪੇਸ਼ਕਸ਼ ਆ ਗਈ ਕਿ ਇੱਕ ਗੈਸਟ ਹਾਊਸ ਹੈ ਔਰ ਇਹ ਬਹੁਤ ਵਧੀਆ ਗੈਸਟ ਹਾਊਸ ਆ, ਲੰਗਰ ਪਾਣੀ ਦਾ ਵੀ ਇੱਥੇ ਪੂਰਾ ਪ੍ਰਬੰਧ ਹੈ, ਫੈਸਿਲਿਟੀ ਕੋਈ ਵੀ ਅਜਿਹੀ ਨਹੀਂ ਜਿਹੜੀ ਉੱਥੇ ਨਹੀਂ ਮਿਲਦੀ, ਉਹਨਾਂ ਡਾਕਟਰਾਂ ਨੇ ਇੱਥੇ ਰਹਿਣ ਨੂੰ ਤਰਜੀਹ ਦਿੱਤੀ, ਮੈਡੀਕਲ ਸਟਾਫ ਨੇ ਰਹਿਣ ਨੂੰ ਤਰਜੀਹ ਦਿੱਤੀ। ਤੇ ਇਹ ਬੀਬੀ ਸ਼ਾਲੂ ਕਹਿੰਦੀ ਹੈ ਕਿ ਮੈਨੂੰ ਇੱਥੇ ਆ ਕੇ ਇਉਂ ਮਹਿਸੂਸ ਹੁੰਦਾ ਜਿਵੇਂ ਮੈਂ ਆਪਣੇ ਘਰ ਦੇ ਵਿੱਚ ਹੋਵਾਂ। ਔਰ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਇਹ ਇੱਕ ਵੱਖਰੀ ਕਿਸਮ ਦਾ ਜਿਹੜਾ ਭਾਈਚਾਰਾ ਹੈ, ਇਹ ਮਨੁੱਖਤਾ ਦੇ ਬਾਰੇ ਧਰਮਾਂ ਤੋਂ ਉੱਪਰ ਉੱਠ ਕੇ ਸੋਚਦਾ ਹੈ। ਇਹ ਜਦੋਂ ਸਾਡੇ ਲਈ ਬਹੁਤ ਹੀ ਤਸੱਲੀ ਦੀ ਗੱਲ ਹੈ, ਤੇ ਮੈਂ ਨਾਲ ਨਕਾਰਾਤਮਕ ਖਬਰ ਦਾ ਹਿੱਸਾ ਵੀ ਲੈਣਾ ਚਾਹੁੰਦਾ। ਉਹ ਇਹ ਹੈ ਕਿ ਨਾਰਥ ਜਿਹੜੀ ਹੈਗੀ ਹੈ MCD, ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਨਾਰਥ ਹੈ, ਉੱਥੇ ਇੱਕ ਡਾਕਟਰ ਹੈਗੇ ਜਿਨ੍ਹਾਂ ਦਾ ਨਾਮ ਪਿਊਸ਼ ਪੁਸ਼ਕਰ ਸਿੰਘ ਹੈ। ਉਹਨਾਂ ਨੂੰ ਜਿਹੜਾ ਹੈਗਾ ਕਾਫੀ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਸ ਕਿਸਮ ਦਾ ਮਟੀਰੀਅਲ ਚਾਹੀਦਾ ਹਸਪੀਟਲ ਦੇ ਵਿੱਚ ਉਹ ਮਟੀਰੀਅਲ ਹੈ ਨਹੀਂ। ਔਰ ਉਹਨਾਂ ਨੇ ਨਿੱਜੀ ਉਦਮ ਕਰਕੇ ਕੁਝ ਜਿਹੜੀਆਂ NGOs ਤੱਕ ਪਹੁੰਚ ਕੀਤੀ ਤੇ PPE ਕਿੱਟਾਂ ਵਗੈਰਾ ਜਿਹੜੀਆਂ ਸੀ ਉਹ ਸਮਾਨ ਲਿਆ
ਸਮਾਨ ਲੈ ਕੇ ਉਹਨਾਂ ਨੇ ਸਪਲਾਈ ਕੀਤਾ ਕਿ ਆ ਲਓ ਜੀ ਆਪਣੇ ਕੋਲ ਸਮਾਨ ਹੈਗਾ ਤੇ ਆਪਾਂ ਹਸਪਤਾਲ ਦਾ ਕੰਮ ਚਲਾਈਏ ਜੀ। ਮੇਰਾ ਖਿਆਲ ਹੈ ਸ਼ਾਇਦ ਇਹ ਚੀਜ਼ ਜਿਹੜੀ ਹੈਗੀ ਹੈ ਜਿਹੜੇ ਐਗਜ਼ੀਕਿਊਟਿਵ ਆਫੀਸਰ ਹੈਗੇ ਹੁੰਦੇ ਆ, ਤੁਹਾਨੂੰ ਪਤਾ ਦੋ ਕਿਸਮ ਦੇ ਲੋਕ ਹੁੰਦੇ ਆ ਕਾਰਪੋਰੇਸ਼ਨਾਂ ਦੇ ਵਿੱਚ, ਇੱਕ ਇਲੈਕਟਡ ਲੋਕ ਹੁੰਦੇ ਆ ਜਿਵੇਂ ਮੇਅਰ ਹੁੰਦਾ ਹੈ, ਡਿਪਟੀ ਮੇਅਰ ਹੁੰਦਾ ਹੈ, ਕਾਉਂਸਲਰ ਹੁੰਦੇ ਆ, ਕੁਛ ਉਹ ਹੁੰਦੇ ਆ ਜਿਹੜੇ ਸਰਕਾਰ ਵੱਲੋਂ ਅਫਸਰ ਲਾਏ ਹੁੰਦੇ ਆ ਜੀ। ਉੱਥੇ ਜਿਹੜੇ ਅਫਸਰ ਲਾਏ ਸੀ ਸ਼ਾਇਦ ਉਹਨਾਂ ਅਫਸਰਾਂ ਨੂੰ ਉਹਦੀ ਜਿਹੜੀ ਪਪੂਲੈਰਿਟੀ ਜਾਂ ਉਹਦੀ ਇਸ ਕਿਸਮ ਦੀ ਕਾਰਗੁਜ਼ਾਰੀ ਹੈ ਉਹ ਚੰਗੀ ਨਹੀਂ ਲੱਗੀ ਤੇ ਅੱਜ ਖਬਰ ਇਹ ਆ ਗਈ ਕਿ ਉਸ ਮਿਸਟਰ ਜਿਹੜਾ ਪਿਊਸ਼ ਡਾਕਟਰ ਸੀ ਤੇ ਡਾਕਟਰ ਨੂੰ ਉਹਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਜਦੋਂ ਖਬਰ ਪੱਤਰਕਾਰਾਂ ਨੂੰ ਪਤਾ ਲੱਗੀ ਤਾਂ ਪੱਤਰਕਾਰਾਂ ਨੇ ਮੇਅਰ ਅਵਤਾਰ ਸਿੰਘ ਹੋਰਾਂ ਨਾਲ ਜਿਹੜਾ ਜ਼ਿਕਰ ਛੇੜਿਆ ਕਿ ਸ਼੍ਰੀਮਾਨ ਜੀ ਆ ਬੰਦੇ ਨੂੰ ਇਸ ਆਪਣਾ ਜਿਹੜਾ ਨੌਕਰੀ ਤੋਂ ਡਿਸਮਿਸ ਕਿਉਂ ਕਰਤਾ ਹੈ, ਕਿਉਂ ਬਰਖਾਸਤ ਕਰਤਾ ਹੈ ਜੀ। ਤਾਂ ਮੇਅਰ ਸਿੰਘ ਅਵਤਾਰ ਸਿੰਘ ਹੋਣੀ ਕਹਿੰਦੇ ਕਿ ਜੀ ਮੈਨੂੰ ਤਾਂ ਇਹਦੀ ਕੋਈ ਜਾਣਕਾਰੀ ਨਹੀਂ ਤੇ ਮੈਂ ਯਤਨ ਲਊਂਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੇਅਰ ਨੂੰ ਪਤਾ ਨਾ ਹੋਵੇ ਉਹਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚੋਂ ਇੱਕ ਉਸ ਡਾਕਟਰ ਨੂੰ ਬਰਖਾਸਤ ਕਰ ਦਿੱਤਾ ਜਾਵੇ ਜਿਸ ਡਾਕਟਰ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਨਾਲ ਇਹ ਵੀ ਪ੍ਰਬੰਧ ਕੀਤਾ ਹੋਵੇ ਕਿ ਲਿਆਓ ਜੀ ਜਿਹੜਾ ਸਮਾਨ ਚਾਹੀਦਾ ਆਪਾਂ NGOs ਤੋਂ ਲੈ ਲੈਣੇ ਹੈ। ਇੱਕ ਮੈਂ ਇਹ ਵੀ ਜ਼ਿਕਰ ਕਰ ਰਿਹਾ, ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਕਿ ਜਿੱਥੇ ਜੋਗੀ ਆਦਿੱਤਿਆਨਾਥ ਹੋਰਾਂ ਦਾ ਜਿਹੜਾ ਕੰਸਟੀਚਿਊਂਸੀ ਹੈ ਉੱਥੇ ਇੱਕ ਚੰਗਾ ਤਕੜਾ ਵੱਡਾ ਮੈਡੀਕਲ ਕਾਲਜ ਵੀ ਸੀ। ਉਸ ਮੈਡੀਕਲ ਕਾਲਜ ਦੇ ਵਿੱਚ ਬੱਚਿਆਂ ਦਾ ਇਲਾਜ ਜਦੋਂ ਹੁੰਦਾ ਸੀਗਾ ਤੇ ਇੱਕ ਵਾਰੀ ਆਕਸੀਜਨ ਦੀ ਕਮੀ ਪੈ ਗਈ ਸੀ। ਆਕਸੀਜਨ ਦੀ ਕਮੀ ਤੋਂ ਬਾਅਦ ਜਿਹੜੇ ਹੈਗੇ ਕਾਫੀ ਸਾਰੇ ਬੱਚੇ ਮਰਨੇ ਸ਼ੁਰੂ ਹੋ ਗਏ ਸੀ। ਉਹਨਾਂ ਦਿਨਾਂ ਦੇ ਵਿੱਚ ਇੱਕ ਡਾਕਟਰ ਕਫੀਲ ਖਾਨ ਉੱਥੇ ਹੁੰਦੇ ਸੀ ਔਰ ਕਫੀਲ ਖਾਨ ਨੇ ਆਪਣੇ ਪੱਧਰ ਦੇ ਉੱਤੇ ਗੈਸ ਦਾ ਇੰਤਜ਼ਾਮ ਕਰਕੇ ਜਿਹੜੀ ਆਕਸੀਜਨ ਗੈਸ ਸੀ ਉਹਨਾਂ ਨੂੰ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਅਦ ਦੇ ਵਿੱਚ ਕਫੀਲ ਖਾਨ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਸੀ। ਚਾਰਜ ਸ਼ੀਟ ਕਰਤਾ ਸੀ ਕਿ ਇਸ ਬੰਦੇ ਤੇ ਜੋ ਇਹ ਤਰਾਸਦੀ ਹੋਈ ਹੈ ਇਸ ਤਰਾਸਦੀ ਦਾ ਜ਼ਿੰਮੇਵਾਰ ਹੀ ਇਹ ਹੈ ਔਰ ਕਫੀਲ ਖਾਨ ਦੇ ਉੱਤੇ ਪਰਚਾ ਵੀ ਹੋਇਆ, ਉਹਨੂੰ ਜੇਲ੍ਹ ਵਿੱਚ ਵੀ ਭੇਜਤਾ ਸੀ। ਬਾਅਦ ਦੇ ਵਿੱਚ ਇਨਕੁਆਇਰੀਆਂ ਹੁੰਦੀਆਂ, ਇਨਕੁਆਇਰੀ ਦੀਆਂ ਰਿਪੋਰਟਾਂ ਉਹਨੇ ITI ਦੇ ਜ਼ਰੀਏ ਲੈ ਕੇ ਇਹ ਗੱਲ ਸਾਬਤ ਕਰਤੀ ਲੋਕਾਂ ਦੇ ਸਾਹਮਣੇ ਕਿ ਆ ਦੇਖੋ ਇਹਨਾਂ ਇਨਕੁਆਇਰੀਆਂ ਦੇ ਵਿੱਚ ਦੋਸ਼ੀ ਕੋਈ ਹੋਰ ਹੈ ਤੇ ਸਜ਼ਾ ਮੈਨੂੰ ਦੇ ਦਿੱਤੀ ਗਈ ਸੀ। ਲਗਭਗ ਉਹੀ ਕੁਛ ਇਹ ਡਾਕਟਰ ਪਿਊਸ਼ ਹੋਰਾਂ ਦੇ ਨਾਲ ਹੁੰਦਾ ਹੈ ਔਰ ਇਹਦੇ ਤੇ ਜਰਮੇਰ ਸਾਹਿਬ ਕਹਿੰਦੇ ਅਵਤਾਰ ਸਿੰਘ ਹੋਣੀ ਕਹਿੰਦੇ ਆ ਕਿ ਮੈਨੂੰ ਕੋਈ ਜਾਣਕਾਰੀ ਨਹੀਂ, ਫਿਰ ਵੀ ਕਹਿੰਦੇ ਵੀ ਜੇ ਉਹਦੀ ਮੈਂ ਕੋਸ਼ਿਸ਼ ਕਰੂੰਗਾ ਕਿ ਉਸ ਬੰਦੇ ਨੂੰ ਬਹਾਲ ਕਰਵਾਇਆ ਜਾਵੇ। ਸੋ ਇਹਨੂੰ ਆਪਾਂ ਕੰਪੇਅਰ ਕਰਕੇ ਦੇਖ ਸਕਦੇ ਹਾਂ ਕਿ ਇਹ ਸੰਕਟ ਦੇ ਦੌਰ ਦੇ ਵਿੱਚ ਜਦੋਂ ਇੱਕ ਡਾਕਟਰ ਦੀ ਲੋੜ ਹੈ, ਇੱਕ ਪਾਸੇ ਇੱਕ ਆਰਗੇਨਾਈਜੇਸ਼ਨ ਇੱਕ ਡਾਕਟਰ ਨੂੰ ਡਿਸਮਿਸ ਕਰਦੀ ਹੈ, ਦੂਜੇ ਪਾਸੇ ਇੱਕ ਭਾਈਚਾਰਾ ਹੈ ਜਿਹੜਾ ਭਾਈਚਾਰਾ ਕਹਿੰਦਾ ਜੀ ਸਾਡੇ ਦਰ ਖੁੱਲੇ ਆ, ਜੋ ਜੀ ਆਵੇ ਸੋ ਰਾਜੀ ਜਾਵੇ, ਜਿਵੇਂ ਬਾਬੇ ਨਾਨਕ ਦਾ ਫਲਸਫਾ ਹੈ ਉਸ ਫਲਸਫੇ ਦੇ ਤਰੀਕੇ ਉਹਨਾਂ ਨੇ ਆਪਣਾ ਸਭ ਕੁਝ ਹੀ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਜਿੰਨਾ ਕੁਝ ਵੀ ਨਾ ਕੋਈ ਹੈ। ਇਹ ਠੀਕ ਹੈ ਕਿ ਅਸੀਂ ਨੁਕਤਾਚੀਨੀ ਵੀ ਕਰ ਦਿੰਦੇ ਹਾਂ ਸਾਡੇ ਪ੍ਰਬੰਧਾਂ ਦੀ, ਸਾਡੇ ਚਾਹੇ ਗੁਰੂ ਘਰਾਂ ਨਾਲ ਸੰਬੰਧਿਤ ਜਿਹੜੇ ਅਦਾਰੇ ਹੈ ਉਹਨਾਂ ਅਦਾਰਿਆਂ ਦੇ ਵਿੱਚ ਕਮੀਆਂ ਪੇਸ਼ੀਆਂ ਵੀ ਬਹੁਤ ਆ, ਅਸੀਂ ਉਹਦੀ ਕ੍ਰਿਟਿਸਿਜ਼ਮ ਕਰਨ ਤੋਂ ਕਦੇ ਝਿਜਕੇ ਨਹੀਂ, ਸਾਰਾ ਕੁਝ ਕਰਦੇ ਹਾਂ। ਲੇਕਿਨ ਜਿਹੜੀ ਚੰਗੀ ਗੱਲ ਹੈ ਚੰਗੀ ਗੱਲ ਨੂੰ ਚੰਗੀ ਕਹਿਣਾ ਚਾਹੀਦਾ। ਮੈਂ ਇਸ ਗੱਲ ਤੇ ਫਖਰ ਮਹਿਸੂਸ ਕਰਦਾ ਕਿ ਆਪਣਾ ਅਦਾਰਾ PTN 24 ਅਸੀਂ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿੰਦੇ ਹਾਂ। ਜੇ ਸਾਡੀ ਸੰਸਥਾ ਦੇ ਵਿੱਚ ਬੈਠ ਕੇ ਕੋਈ ਬੰਦਾ ਗਲਤ ਕੰਮ ਕਰਦਾ ਅਸੀਂ ਉਹਨੂੰ ਜ਼ਰੂਰ ਕ੍ਰਿਟੀਸਾਈਜ਼ ਕਰਾਂਗੇ, ਜਦੋਂ ਚੰਗਾ ਕੰਮ ਆਉਂਦਾ ਤੇ ਅਸੀਂ ਉਹਦੀ ਜ਼ਰੂਰ ਸ਼ਲਾਘਾ ਕਰਾਂਗੇ। ਵੈਸੇ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖੀਏ ਤਾਂ ਤੁਸੀਂ ਦੇਖਿਆ ਹੋਵੇ ਕੁਝ TV ਚੈਨਲਾਂ ਨੇ ਸਿੱਖ ਭਾਈਚਾਰੇ ਦੀ ਜਿਹੜੀ ਲੰਗਰ ਵਾਲੀ ਪ੍ਰਥਾ ਜਿਹੜੀ ਹੈ, ਸਾਂਭ ਸੰਭਾਲੇ ਵਾਲੀ ਪ੍ਰਥਾ ਹੈ, ਇਹਨੂੰ ਬਾਖੂਬੀ ਜਿਹੜਾ ਹੈਗਾ ਪੇਸ਼ ਕੀਤਾ ਸੀ। ਮੇਰੇ ਟਾਈਮ ਉਹ ਯਾਦ ਹੈ ਜਦੋਂ ਜੰਤਰ ਮੰਤਰ ਦੇ ਉੱਤੇ ਧਰਨਾਕਾਰੀ ਬੈਠੇ ਹੁੰਦੇ ਸੀ, ਤਾਮਿਲਨਾਡੂ ਦੇ ਵਿੱਚੋਂ ਕਿਸਾਨ ਆਏ ਸੀ, ਭੁੱਖੜ ਭਾਣੇ ਸੀ, ਆਪਣੇ ਸਾਥੀਆਂ ਦੀਆਂ ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ ਸੀ ਜਾਂ ਜਿਹੜੇ ਭੁੱਖ ਨਾਲ ਮਰ ਗਏ ਸੀ, ਉਹਨਾਂ ਦੀਆਂ ਖੋਪੜੀਆਂ ਲੈ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਆ ਕੇ ਪ੍ਰੋਸੈਸ਼ਨ ਕੀਤੇ ਸੀ ਕਿ ਸਾਡੀ ਹਾਲਤ ਆ ਹੈ। ਔਰ ਇੱਕ ਦਿਨ ਇੱਕ ਸਪੇਡ ਇਹ ਆ ਗਈ ਸੀ ਕਿ ਨੰਗੇ ਧੜ ਉਹਨਾਂ ਨੂੰ ਪ੍ਰੋਟੈਸਟ ਕਰਨਾ ਪਿਆ ਸੀ ਤੇ ਮੂੰਹਾਂ ਦੇ ਵਿੱਚ ਚੂਹੇ ਫੜਨੇ ਪਏ ਸੀ ਕਿ ਖਾਣ ਲਈ ਸਾਡੇ ਕੋਲੇ ਕੁਛ ਹੈ ਨਹੀਂ। ਉਸ ਵੇਲੇ ਸਾਡੀ ਜਿਹੜੀ ਹੈਗੀ ਹੈ ਗੁਰਦੁਆਰਾ ਪ੍ਰਬੰਧ ਆ ਉੱਥੋਂ ਦੇ ਗੁਰਦੁਆਰਾ ਪ੍ਰਬੰਧ ਨੇ ਲੰਗਰ ਉਹਨਾਂ ਨੂੰ ਜੰਤਰ ਮੰਤਰ ਤੇ ਪਹੁੰਚਾਇਆ ਸੀ ਔਰ ਉਹ ਕੁਦਰਤੀ ਉੱਥੇ ਰਵੀਸ਼ ਕੁਮਾਰ ਹੋਣੀ ਗਏ ਹੋਏ ਸੀ NDTV ਵਾਲੇ, ਰਵੀਸ਼ ਕੁਮਾਰ ਨੇ ਉਹਨੂੰ ਕਵਰ ਕੀਤਾ ਤੇ ਕਵਰ ਕਰਦਿਆਂ ਰਵੀਸ਼ ਕੁਮਾਰ ਨੇ ਫਿਰ ਸਾਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਜਿਵੇਂ ਜਿਵੇਂ ਲੰਗਰ ਵਰਤਾਇਆ ਜਾ ਰਿਹਾ ਸੀ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕਵਰ ਕੀਤਾ ਔਰ ਉੱਥੋਂ ਲੈ ਕੇ ਦਿੱਲੀ ਤੋਂ ਲੈ ਕੇ ਰਵੀ ਸਿੰਘ ਹੋਰਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਸੀ, ਖਾਲਸਾ ਏਡ ਦੀਆਂ ਪ੍ਰਾਪਤੀਆਂ, ਉਹਨਾਂ ਸਾਰੀਆਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਪਹਿਲੀ ਵਾਰੀ ਉਸ ਪ੍ਰੋਗਰਾਮ ਦੇ ਜਰੀਏ ਭਾਰਤ ਦੇ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਇੱਕ ਆਹ ਭਾਈਚਾਰਾ ਹੈ। ਵੈਸੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਵੀ ਪਤਾ ਹੈ, ਲੇਕਿਨ ਕਿਉਂਕਿ ਅੱਜ ਖਬਰਾਂ ਪੜ੍ਹਨ ਵਾਲਾ ਜਿਹੜਾ ਹੈਗਾ ਤਰੀਕਾ ਅਸੀਂ ਅਖਬਾਰਾਂ ਤੇ ਪੜ੍ਹਦੇ ਹਾਂ, ਲੇਕਿਨ ਜਿਹੜੀ ਨਿਊਜ਼ ਹੈ, ਜਿਹੜੀ ਦੇਖਣ ਵਾਲੀ ਚੀਜ਼ ਹੈ, ਦੇਖਣ ਵਾਲੀ ਚੀਜ਼ ਛੇਤੀ ਬੰਦੇ ਨੂੰ ਸਮਝ ਆਉਂਦੀ ਹੈ। ਔਰ ਅੱਜ ਜਿਸ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਯੁੱਗ ਉਹ ਹੈ ਜਦੋਂ ਥੱਲੇ ਤੱਕ ਲੋਕਾਂ ਕੋਲੇ ਇਹ ਸਾਧਨ ਜਾਂਦੇ ਆ, ਉਹਨਾਂ ਨੂੰ ਪਤਾ ਲੱਗਦਾ ਹੈ
ਪਤਾ ਲੱਗਿਆ ਕਿ ਇਹ ਭਾਈਚਾਰਾ ਇਹੋ ਜਿਹਾ ਕੁਛ ਕਰਦਾ। ਸੋ ਇਹ ਮੈਂ ਕਹਿੰਦਾ ਵੀ ਸਾਡੇ ਸਾਰਿਆਂ ਲਈ ਫਖਰ ਦੀ ਗੱਲ ਹੈ ਜੋ ਇਸ ਸੰਕਟ ਦੀ ਘੜੀ ਦੇ ਵਿੱਚ ਸਾਡਾ ਧਾਰਮਿਕ ਪ੍ਰਬੰਧ ਹੈ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਜੀ। ਬਿਲਕੁਲ ਢਿੱਲੋਂ ਸਾਹਿਬ, ਵਾਕਿਆ ਹੀ। ਤੇ ਬਡਲਾਡੇ ਤੋਂ ਜੀ ਲਾਲ ਸਿੰਘ ਲਾਲੀ, ਉਹਨਾਂ ਨੇ ਪੁੱਛਿਆ ਜੀ ਕਿਹੜਾ ਗੁਰਦੁਆਰਾ ਸਾਹਿਬ ਆ ਦਿੱਲੀ ਜਿਹੜਾ ਇਹ ਗੈਸਟ ਹਾਊਸ ਹੈ ਜਿੱਥੋਂ ਦਾ? ਇਹ ਗੁਰਦੁਆਰਾ ਮੈਂ ਤੁਹਾਨੂੰ ਸਹੀ ਗੁਰਦੁਆਰਾ ਹਰਕ੍ਰਿਸ਼ਨ ਗੁਰਦੁਆਰਾ ਸਾਹਿਬ ਲਿਖਿਆ ਉਹਨਾਂ ਨੇ, ਗੈਸਟ ਹਾਊਸ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ। ਜੀ ਬਿਲਕੁਲ ਜੀ, ਜਾਂ ਰਕਾਬਗੰਜ ਹੋਊਗਾ ਜਾਂ ਬੰਗਲਾ ਸਾਹਿਬ ਹੋ ਜੀ, ਗੁਰੂ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਉਹਨਾਂ ਦੇ ਨਾਲ ਸੰਬੰਧਿਤ। ਹਾਂਜੀ ਹਾਂਜੀ ਹਾਂਜੀ, ਧੰਨਵਾਦ ਜੀ। ਆਪਾਂ ਕਾਲ ਵੀ ਲੈ ਲਈਏ, ਜੁੜ ਕੇ ਕਾਲਰ ਵੀ ਆਪਣੇ ਨਾਲ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚੰਨੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਵੀਰ। ਹਾਂਜੀ, ਤੁਸੀਂ ਗੱਲ ਕੀਤੀ ਹੈ ਇੰਡੀਆ ਦੀ ਜਿਹੜਾ 1 ਲੱਖ ਕਰੋੜ ਨੇ RBI ਨੇ ਰਿਲੀਜ਼ ਕੀਤਾ ਜੀ। ਇਹ ਪੈਸਾ ਦੇਖੋ ਹੁਣ ਜਾਏਗਾ ਕਿਹਨੂੰ? ਬੈਂਕਾਂ ਨੂੰ ਜੀ, ਜਾਂ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ, ਜਿਸ ਤਰ੍ਹਾਂ ਢਿੱਲੋਂ ਸਾਹਿਬ ਦੱਸ ਕੇ ਗਏ ਨੇ, ਸਿਡਬੀ ਹੋ ਗਿਆ, ਨਵਾਜ਼ ਹੋ ਗਈ। ਢਿੱਲੋਂ ਸਾਹਿਬ ਨੇ ਬਹੁਤ ਹੀ ਵਿਸਤਾਰ ਚ ਬਹੁਤ ਹੀ ਸੋਹਣਾ ਦੱਸਿਆ ਜੀ। ਮੈਨੂੰ ਮਾਣ ਹੈ ਸਾਡੇ ਇੱਕ ਮਾਂ ਬੋਲੀ ਦੀ ਭਾਸ਼ਾ ਦਾ ਜਿਹੜਾ ਚੈਨਲ ਲੋਕਲ ਚੱਲ ਰਿਹਾ ਇੱਥੇ, ਬਹੁਤ ਵਧੀਆ ਡਿਟੇਲ ਇੰਨੀ ਸਾਫ ਵਿਸਤਾਰ ਚ ਦੱਸ ਰਿਹਾ ਗੱਲ ਨੂੰ, ਨਹੀਂ ਤਾਂ ਕੋਈ ਦੱਸਦੇ ਨਹੀਂ ਇੰਨੀ ਡਿਟੇਲ ਦੇ ਵਿੱਚ, ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਨਾਲ ਸਮਝਾ ਕੇ ਗਏ ਨੇ ਜੀ। ਗੱਲ ਇਹ ਹੁਣ ਮੇਰਾ ਜਿਹੜਾ ਪੁਆਇੰਟ ਆਉਂਦਾ ਕਿ ਨਹੀਂ, ਮੇਰਾ ਪੁਆਇੰਟ ਇਹ ਪੈਸਾ ਤਾਂ ਚੱਲ ਜਾਣਾ ਵੱਡੇ ਵੱਡੀਆਂ ਫਾਈਨੈਂਸ਼ੀਅਲ ਇੰਸਟੀਟਿਊਟ ਕੋਲ ਜਾਂ ਬੈਂਕਾਂ ਕੋਲ, ਚਾਹੀਦਾ ਪੈਸਾ ਪਰਚੇਜ਼ਿੰਗ ਪਾਵਰ ਦੀ ਜਿਹੜੀ ਗੱਲ ਕੀਤੀ ਸੀ ਢਿੱਲੋਂ ਸਾਹਿਬ ਨੇ, ਉਹ ਤਾਂ ਬੰਦੇ ਆਮ ਨੂੰ ਚਾਹੀਦਾ ਪੈਸਾ ਜੀ। ਉੱਥੇ ਉਹਦੇ ਕੋਲ ਪੈਸਾ ਕਿੱਦਾਂ ਪਹੁੰਚੇਗਾ? ਕਿਤੇ ਉਹ ਨਾ ਵੀ ਅੰਧਾ ਬੰਨੇ ਰੇਵੜੀਆ ਬਣਬੜ ਆਪਣਿਆਂ ਨੂੰ ਦੇਵੇ, ਕਿਉਂਕਿ ਪਿੱਛੇ ਵੀ ਜਿਹੜਾ ਪਾਸਟ ਹੈ, ਇਤਿਹਾਸ ਹੈ ਕਿ ਨਹੀਂ, ਉਹ ਬੈਂਕਾਂ ਦੇ ਵੱਡੇ ਵੱਡੇ ਧਨਾੜ ਲੋਕ ਲੈ ਜਾਂਦੇ ਨੇ ਪੈਸੇ, ਪਰ ਜਿਹੜਾ ਇੱਕ ਆਮ ਬੰਦੇ ਕੋਲ ਪੈਸਾ ਪਹੁੰਚਦਾ ਨਹੀਂ ਜੀ। ਜਿਸ ਤਰ੍ਹਾਂ ਅਸੀਂ ਪਿਛਲੀ ਦਿਨ ਵੀ ਮੈਂ ਗੱਲ ਕੀਤੀ ਸੀ ਢਿੱਲੋਂ ਸਾਹਿਬ ਨਾਲ, ਜਦੋਂ ਹੋ ਰਹੀ ਸੀ ਗੱਲ ਵੀ ਇੰਨਾ ਪੈਸਾ ਪਿਆ ਹੈ ਕੋ ਇੰਡੀਆ ਦੇ ਕੋਲ, ਵੀ ਇੰਡੀਆ ਦਾ ਅਮੀਰ ਆ ਪਰ ਲੋਕੀ ਇੱਥੇ ਗਰੀਬ ਹੈ, ਵੀ ਮੰਦਰਾਂ 'ਚ ਵੀ ਪੈਸਾ ਆ ਰਿਹਾ, ਹੋਰ ਵੀ ਫਾਈਨੈਂਸ਼ੀਅਲ 'ਚ ਪਿਆ, ਫੋਰਸ ਰਿਜ਼ਰਵ ਪਿਆ, ਫੋਰਸ ਰਿਜ਼ਰਵ ਆ, ਉੱਥੋਂ ਆਪਾਂ ਹਥਿਆਰ ਖਰੀਦਣ ਲੱਗ ਪਏ ਉੱਥੇ ਪੈਸੇ ਨਾਲ, ਵੀ ਕੋਈ ਡਾਲਰ ਬਹੁਤ ਪਏ ਨੇ ਸਾਡੇ ਕੋਲ, ਵੀ ਅਸੀਂ ਹਥਿਆਰ ਖਰੀਦਣੇ ਸ਼ੁਰੂ ਕਰਤੇ। ਅੱਗੋਂ ਇਹਨਾਂ ਨੂੰ ਫਾਇਦਾ ਹੋ ਗਿਆ, ਤੇਲ ਦੀਆਂ ਕੀਮਤਾਂ ਘਟ ਗਈਆਂ, ਜੋ ਤੇਲ ਦੀਆਂ ਕੀਮਤਾਂ ਘਟੀਆਂ ਤੇ ਇਹਨਾਂ ਹੁਣ ਡਾਲਰ ਘੱਟ ਦੇਣੇ ਪੈਂਦੇ ਨੇ ਤੇਲ ਖਰੀਦਣ ਲਈ, ਉਹ ਪੈਸਾ ਹੋਰ ਰਿਜ਼ਰਵ ਹੋ ਗਿਆ ਇਹਨਾਂ ਕੋਲ, ਤੇ ਉਹ 'ਚ ਚਲੋ ਹਥਿਆਰ ਲੈਣ ਲੱਗ ਪਏ ਨੇ। ਤੇ ਬਾਕੀ ਪੈਸਾ ਜੇ ਸਿੱਧਾ ਲੋਕਾਂ ਕੋਲ ਪਹੁੰਚੇ ਕਿਸੇ ਤਰ੍ਹਾਂ ਨਾਲ, ਜਦ ਤੱਕ ਸਿੱਧਾ ਲੋਕਾਂ ਕੋਲ ਨਹੀਂ ਪਹੁੰਚਦਾ ਤਾਂ ਉਹ ਪਰਚੇਜ਼ਿੰਗ ਪਾਵਰ ਨਹੀਂ ਵਧਣੀ ਉਹਨਾਂ ਦੀ। ਇਹ ਤਾਂ ਵੱਡੇ ਵੱਡੇ ਇੰਡਸਟਰੀ ਜਾਂ ਦੂਸਰੇ ਉਹ ਕੰਪਨੀਆਂ ਜਿਹੜੀਆਂ ਨੇ ਉਹ ਲੈ ਜਾਂਦੀਆਂ ਨੇ ਪੈਸੇ, ਜਾਂ ਬੈਂਕਾਂ ਵੀ ਹਜੇ ਇਹਨਾਂ ਨੇ ਰਿਲੀਜ਼ ਕਰਤਾ RBI ਨੇ ਪੈਸਾ, ਅੱਗੋਂ ਬੈਂਕਾਂ ਵੀ ਕੁਛ ਹੈ ਉਹ ਪੈਸਾ ਵੰਡਣ ਦੇ ਵਿੱਚ ਹੱਕ 'ਚ ਨਹੀਂ ਹੈ ਜੀ। ਇਹਨਾਂ ਨੇ ਕਾਗਜ਼ੀ ਕਾਰਵਾਈ ਵੀ ਬਹੁਤ ਜ਼ਿਆਦਾ ਦਿਖਾ ਰਹੇ ਨੇ, ਜੇ ਤੇ ਕਹਿ ਰਹੇ ਨੇ ਵੀ ਜਿੱਦਾਂ ਹੁਣ ਜਿਹੜਾ NPA ਹੈ ਉਹਦਾ ਟਾਈਮ ਵਧਾ ਦੇਣਗੇ, ਕਹਿੰਦੇ ਮਤਲਬ ਕਾਗਜ਼ਾਂ 'ਚ ਵਧਾ ਦੇਣਗੇ ਕਿ ਨਹੀਂ, ਜਿਹੜਾ ਬੰਦੇ ਨੂੰ 3 ਮਹੀਨੇ ਬਾਅਦ NPA ਡਿਕਲੇਅਰ ਕਰਦੇ ਸੀ ਉਹਨੂੰ 6 ਮਹੀਨੇ ਬਾਅਦ ਕਰ ਦੇਣਗੇ, ਠੀਕ ਹੈ ਨੀ, ਜਿਹਨੇ ਅੱਜ ਨਹੀਂ ਕਿਸ਼ਤ ਦੇਣੀ ਉਹ 3 ਮਹੀਨੇ ਬਾਅਦ ਦੇ ਦੇਣਗੇ। ਇਹ ਤਾਂ ਗੱਲ ਹੋਈ ਆ ਕਾਗਜ਼ੀ ਕਾਰਵਾਈ ਦੀ। ਗੱਲ ਹੋਣੀ ਚਾਹੀਦੀ ਹੈ ਪ੍ਰੈਕਟੀਕਲੀ ਜਿਹੜੀ ਗੌਰਮੈਂਟ ਕੁਛ ਕਰੇ, ਸਿੱਧਾ ਲੋਕਾਂ ਨੂੰ ਪੈਸੇ ਦੇ, ਜਿਹੜੀ ਚੀਜ਼ਾਂ ਅੱਜ ਕੱਲ੍ਹ ਲੋੜ ਹੈ, ਖਾਸ ਕਰਕੇ ਕੰਸੀਡਰਿੰਗ ਦਾ ਕਰੋਨਾ ਉੱਪਰ ਕੀ ਕਰ ਰਹੀ ਹੈ ਗੌਰਮੈਂਟ, ਉਹ ਇੱਕ ਪੈਕੇਜ ਆਉਣਾ ਚਾਹੀਦਾ ਸੀ ਵੀ ਅਸੀਂ ਕੀ ਕਿੱਟਾਂ ਬਣਾ ਰਹੇ ਹਾਂ, ਕੀ PPE ਕਿੱਟਾਂ ਬਣ ਰਹੀਆਂ ਨੇ, ਕੀ ਕੁਛ ਹੋ ਰਿਹਾ, ਕੀ ਹਸਪੀਟਲ ਦੇ ਉੱਪਰ ਹੁਣ ਕੀ ਕਹਿੰਦਾ, ਤਾਂ ਮੈਂ ਉਹ ਗੱਲ ਸਹੀ ਇਹਨਾਂ ਦੀ ਐਪਰੀਸ਼ੀਏਟ ਕਰਾਂਗਾ ਗੌਰਮੈਂਟ ਦੀ, ਜਿਹੜੇ ਇਹਨਾਂ ਨੇ ਉਹ ਰੇਲ ਕੋਚ ਫੈਕਟਰੀਆਂ ਨੂੰ ਕਨਵਰਟ ਕੀਤਾ ਵੀ 3 ਲੱਖ ਬੈੱਡ ਐਮਰਜੈਂਸੀ ਦਾ, ਹਲੇ ਉਹ ਗੱਲ ਵਧੀਆ ਸੀ, ਪਰ ਉਹਦੇ ਇਲਾਵਾ ਹੋਰ ਵੀ ਬਹੁਤ ਕੁਛ ਹੋਣਾ ਚਾਹੀਦਾ। ਕੱਲ ਬਾਕੀ ਮੈਨੂੰ ਪਤਾ ਲੱਗਿਆ ਢਿੱਲੋਂ ਸਾਹਿਬ ਕੋਲ ਵੀ ਕਨਫਰਮ ਹੋ ਜਾਏਗਾ, ਪਹਿਲੇ ਤਾਂ ਕਹਿੰਦੇ ਕਿੱਟ ਆ ਨਹੀਂ ਰਹੀ, ਹੁਣ ਪਤਾ ਲੱਗਿਆ ਚਾਈਨਾ ਨੇ ਕਿੱਟ ਭੇਜ ਦਿੱਤੀ ਹੈ, ਜੋ ਇੰਡੀਆ ਮੀਡੀਆ ਕਹਿ ਰਿਹਾ, ਇੰਡੀਆ ਮੀਡੀਆ ਦੇ ਬੇਸਿਸ ਦੇ ਉੱਪਰ ਮੈਂ ਗੱਲ ਕਰ ਰਿਹਾ। ਤਾਂ ਸੋ ਮੇਰੀ ਇਹੀ ਹੈ ਵੀ ਲੋਕਾਂ ਤੱਕ ਜਿਹੜਾ ਆਮ ਪੈਸਾ ਪਹੁੰਚਣਾ ਚਾਹੀਦਾ ਉਹ ਨਹੀਂ ਪਹੁੰਚਦਾ, ਇਸੇ ਕਰਕੇ ਇੰਡੀਆ ਦੀ ਗਰੀਬੀ ਦੂਰ ਨਹੀਂ ਹੁੰਦੀ। ਇਹ 60,000 ਕਰੋੜ ਰੁਪਈਆ ਹਰ ਸਾਲ ਮਨਰੇਗਾ 'ਚ ਖਰਚਦੇ ਨੇ, ਔਰ ਮਨਰੇਗਾ ਦੇ ਵਿੱਚ ਪੈਸਾ ਜਿਹੜਾ ਜਾਂਦਾ ਪਤਾ ਹੀ ਕਿਸ ਤਰ੍ਹਾਂ ਜਾਂਦਾ, ਅੱਗੋਂ ਕਿੱਦਾਂ ਵੰਡਿਆ ਜਾਂਦਾ, ਉਹਦਾ ਟੋਏ ਟੱਪੇ ਭਰਨ ਦੇ ਕੰਮ ਹੀ ਆ ਜਾਂਦਾ ਬਸ, ਤੇ ਕੁਛ ਹੁੰਦਾ ਨਹੀਂ। ਇਸ ਬਾਰੇ ਰਾਏ ਰਹਿਣਾ ਚਾਹੁੰਦਾ ਸੀ ਮੈਂ। ਦੂਜੀ ਗੱਲ ਜਿਹੜੀ UN ਸੈਕਟਰੀ ਨੇ ਕਹੀ ਹੈ ਵੀ ਜਿਹੜੀ ਫੇਕ ਨਿਊਜ਼ ਚੱਲ ਰਹੀ ਹੈ ਕਿ ਨਹੀਂ, ਉਹ ਵੀ ਬੜਾ ਖਤਰਨਾਕ ਹੈ ਜੀ। ਇਹ ਫੇਕ ਨਿਊਜ਼ ਨੇ ਵੀ ਜਿਹੜਾ ਤਰ੍ਹਾਂ ਦੇ ਕੋਈ ਧਰਮਾਂ ਦੇ ਵਿੱਚ ਕੋਈ ਪੋਲੀਟੀਕਲ ਪਾਰਟੀਆਂ ਕੋਈ ਆਪਣਾ ਸੂਤ ਕੱਢਣ ਲਈ ਇੱਕ ਦੂਜੇ ਉੱਪਰ ਨਿਊਜ਼ ਪਲਾਂਟ ਕਰ ਰਹੀ ਹੈ, ਜਿਹੜੀ WhatsApp ਯੂਨੀਵਰਸਿਟੀ ਚੱਲ ਰਹੀ ਜਾਂ Facebook ਤੇ ਚੱਲ ਰਹੀ ਹੈ। ਇਸ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ। ਅਸੀਂ ਵੀ ਬੀਇੰਗ ਏ ਕਾਲਰ, ਸਾਡੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ, ਅਸੀਂ ਆ ਕੇ ਇੱਥੇ ਕੋਈ ਇੱਥੇ ਗੱਲ ਕਰੀਏ, ਸਵਾਲ ਪੁੱਛੀਏ, ਪਹਿਲੇ ਕਮ ਸੇ ਕਮ ਆਪਣੇ ਸਮਾਰਟਫੋਨ ਜਾਂ ਫੋਨ ਤੇ ਕਨਫਰਮ ਕਰ ਲਈਏ ਨਿਊਜ਼ ਸਹੀ ਹੈ ਕਿ ਗਲਤ ਹੈ, ਕਿਉਂਕਿ ਏਦਾਂ ਦੀ ਨਿਊਜ਼ ਪਿਆਉਣ ਨਾਲ ਥੋੜੀ ਨਫ਼ਰਤਾਂ ਫੈਲਦੀਆਂ ਜਾਂ ਹੋਰ ਮਿਸ ਅੰਡਰਸਟੈਂਡਿੰਗ ਜਾਂ ਕਨਫਿਊਜ਼ਨ ਪੈਂਦੇ ਨੇ। ਇਹ ਸਾਡੇ ਆਪਣੇ ਕਾਲਰ ਵੱਲੋਂ ਬੀਇੰਗ ਮੈਂ ਕਾਲਰ ਮੇਰੀ ਇੱਕ ਰਿਸਪੌਂਸਿਬਿਲਿਟੀ ਹੈ, ਮੈਨੂੰ ਇਸ ਚੀਜ਼ ਨੂੰ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਜੀ। ਥੈਂਕ ਯੂ, ਧੰਨਵਾਦ ਜੀ। ਧੰਨਵਾਦ ਜੀ ਢਿੱਲੋਂ ਸਾਹਿਬ। ਵਾਕਈ ਵੀਰ ਨੇ ਪੁੱਛਿਆ ਜੀ ਕੀ ਕਹਿਣਾ ਚਾਹੋਗੇ ਕੱਲ, ਕਿਉਂਕਿ ਸੋਸ਼ਲ ਮੀਡੀਆ ਤੇ ਵੀ ਆ ਰਹੀਆਂ ਸੀ ਬੈਂਕਾਂ ਦੇ ਮੂਹਰੇ ਬਹੁਤ ਵੱਡੀਆਂ
ਲਾਈਨਾਂ ਲੱਗੀਆਂ ਹੋਈਆਂ, ਸ਼ਾਇਦ 500 ਰੁਪਇਆ ਦੇ ਰਹੇ ਸੀ ਤੇ ਸੋਸ਼ਲ ਡਿਸਟੈਂਸ ਦੀ ਗੱਲ ਆ ਤੋਂ ਬਿਲਕੁਲ ਨਾਲ ਜੁੜ ਕੇ ਖੜੇ ਸੀਗੇ। ਬਿਲਕੁਲ ਜੋ ਸੋਸ਼ਲ ਡਿਸਟੈਂਸ ਵਾਲੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਜਿਨ੍ਹਾਂ ਲੋਕਾਂ ਦੇ ਉਹ ਪੈਸਾ 500 ਰੁਪਇਆ ਆਇਆ ਹੈ, ਜੀ ਇਹ ਜਨ ਧਨ ਯੋਜਨਾ ਦੇ ਤਹਿਤ ਜਿਹੜਾ ਪੈਸਾ ਪ੍ਰਧਾਨ ਮੰਤਰੀ ਨੇ 500 ਰੁਪਇਆ ਬੀਬੀਆਂ ਦੇ ਖਾਤਿਆਂ 'ਚ ਪਾਇਆ, ਗਰੀਬ ਬੀਬੀਆਂ ਦੇ, ਉਹ ਕਿਉਂਕਿ ਪੈਸਾ ਵਿਚਾਰੇ ਕੋਲ ਹੈ ਹੀ ਕੋਈ ਨਹੀਂ, ਉਹ ਆਪਦਾ ਪੈਸਾ ਕਢਾਉਣ ਵਾਸਤੇ ਜਾਂਦੇ। ਬਾਕੀ ਠੀਕ ਆ, ਉਹਦੇ ਨਾਲ ਸੋਸ਼ਲ ਡਿਸਟੈਂਸ ਵਾਲੀ ਗੱਲ ਨਹੀਂ ਰਹੀ। ਵੀਰ ਜੀ ਨੇ ਜੋ ਗੱਲ ਕੀਤੀ ਹੈ, ਮੈਂ ਇਹਨਾਂ ਨਾਲ 100% ਸਹਿਮਤ ਹਾਂ ਕਿ ਅਸਲ ਦੇ ਵਿੱਚ ਪੈਸਾ ਜਿਹੜਾ ਉਹ ਆਉਣਾ ਤਾਂ ਲੋਕਾਂ ਦੇ ਖਾਤਿਆਂ ਵਿੱਚ ਚਾਹੀਦਾ ਸੀ, ਲੋਕਾਂ ਦੇ ਕੋਲੇ ਸਿੱਧਾ ਜਾਣਾ ਚਾਹੀਦਾ ਸੀ, ਲੇਕਿਨ ਇਹਨਾਂ ਨੇ ਬੈਂਕਾਂ ਵਾਲੇ ਪਾਸੇ ਹਵਾਲੇ ਕਰਤਾ। ਮੇਰਾ ਜਿੱਥੋਂ ਤੱਕ ਇਹਦੀ ਹਮਾਇਤ ਕਰਨ ਦਾ ਸਵਾਲ ਹੈ ਵੀ ਕਿ ਚਲੋ ਨਹੀਂ ਨਾਲੋਂ ਆਹੋ ਤਾਂ ਹੋਇਆ ਨਾ, ਕੁਛ ਤਾਂ ਹੋਇਆ ਹੈ। ਘੱਟੋ ਘੱਟ 50,000 ਕਰੋੜ ਰੁਪਈਆ ਜਿਹੜਾ ਨਵਾਰਡ ਨੂੰ ਦਿੱਤਾ ਹੋਇਆ, ਉਹ ਚਾਹੇ ਛੋਟਾ ਚਾਹੇ ਵੱਡਾ, ਚਲੋ ਖੇਤੀ ਸੈਕਟਰ ਦੇ ਵਿੱਚ ਉਹ ਇਸਤੇਮਾਲ ਹੋਣ ਵਾਸਤੇ ਦਿੱਤਾ ਗਿਆ। ਸ਼ਾਇਦ ਖੇਤੀ ਸੈਕਟਰ ਦੇ ਵਿੱਚ ਉਹਦਾ ਇਸਤੇਮਾਲ ਤਰੀਕੇ ਨਾਲ ਕੁਛ ਹੋ ਜੇ, ਕਿਉਂਕਿ ਜਿਹੜੀਆਂ ਸਾਡੀਆਂ ਕੋਆਪਰੇਟਿਵ ਬੈਂਕਾਂ ਹੈ ਜਾਂ ਜਿਹੜੀਆਂ ਪ੍ਰਾਇਮਰੀ ਲੈਂਡਮਾਰਕ ਬੈਂਕਾਂ ਹੈ, ਇਹਨਾਂ ਬੈਂਕਾਂ ਨੂੰ ਪੈਸਾ ਜਿਹੜਾ ਸਾਰਾ ਨਵਾਰਡ ਤੋਂ ਹੀ ਆਉਂਦਾ ਹੈ, ਇਹ ਨਵਾਰਡ ਰਾਹੀਂ ਹੀ ਸਾਰਾ ਕੁਛ ਆਉਂਦਾ ਹੈ। ਵੈਸੇ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਬਹੁਤ ਵਧੀਆ ਸੀ, ਚਾਹੀਦਾ ਤਾਂ ਉਵੇਂ ਸੀਗਾ, ਪਰ ਜੇ ਉਹ ਨਹੀਂ ਕੀਤਾ, ਜਿੰਨਾ ਕੁ ਵੀ ਕੀਤਾ ਕਰਾਇਆ ਕੁਛ ਇੱਕ ਇੰਨਾ ਕੁ ਵੀ RBI ਥੋੜਾ ਬਹੁਤਾ ਹੱਲੀ ਹੈ। ਫੇਕ ਨਿਊਜ਼ ਵਾਲੀ ਗੱਲ ਨਾਲ ਮੈਂ ਇਹਨਾਂ ਦੇ 100% ਸਹਿਮਤ ਹਾਂ। ਇਹ ਸਾਡੀ ਨਾਗਰਿਕਾਂ ਦੀ ਆਪ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਕਈ ਵਾਰੀ ਫੇਕ ਨਿਊਜ਼ ਤੋਂ ਅਸੀਂ ਆਪਣੀ ਓਪੀਨੀਅਨ ਬਣਾ ਲੈਂਦੇ ਹਾਂ, ਔਰ ਉਹ ਓਪੀਨੀਅਨ ਕਈ ਵਾਰੀ ਪ੍ਰਚਾਰ ਪ੍ਰਸਾਰ ਦਾ ਸਾਧਨ ਵੀ ਬਣ ਜਾਂਦੇ। ਵੱਡੀਆਂ ਜਿਹੜੀਆਂ ਸਮੱਸਿਆਵਾਂ, ਵੱਡੇ ਦੁੱਖਾਂ ਤਾਂ ਉਹਨਾਂ ਨੂੰ ਜਨਮ ਦੇ ਦਿੰਦੀ ਹੈ। ਇੱਕ ਨਾਗਰਿਕ ਹੋਣ ਦੇ ਨਾਤੇ, ਸੁਚੇਤ ਨਾਗਰਿਕ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਹੜੀ ਵੀ ਨਿਊਜ਼ ਆਉਂਦੀ ਹੈ ਉਹ ਨਿਊਜ਼ ਦੀ ਚੀਰ ਫੜ ਕਰ ਰਹੀ ਹੈ, ਉਹਨੂੰ ਦੇਖ ਲਈਏ ਕਿ ਇਹਦੇ 'ਚ ਸੱਚਾਈ ਕੀ ਲੱਗ ਰਹੀ ਹੈ। ਬਾਕੀ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਸਾਡੇ ਕੋਲ ਸਾਧਨ ਹੈਗੇ ਆ, ਹਰ ਬੰਦੇ ਦੇ ਕੋਲੇ ਸਮਾਰਟਫੋਨ ਆ, ਸਮਾਰਟਫੋਨ ਦੇ ਉੱਤੇ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਹੋ। ਜੇ ਇੱਕ ਕਿਤੋਂ ਕੋਈ ਫੇਕ ਨਿਊਜ਼ ਆਉਂਦੀ ਹੈ, ਕਿਸੇ ਹੋਰ ਏਜੰਸੀ ਨੂੰ ਕੰਸਲਟ ਕਰ ਸਕਦੇ ਹੋ, ਨੈਟ ਤੇ ਦੇਖ ਸਕਦੇ ਹੋ ਕਿ ਇਸ ਕਿਸਮ ਦੀ ਕੋਈ ਗੱਲ ਹੋ ਰਿਹਾ। ਬੜੀਆਂ ਮਤਲਬ ਹੁਣ ਤਾਂ ਏਜੰਸੀਆਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਚੈਨਲਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਉਹਨੂੰ ਵੈਰੀਫਾਈ ਕਰ ਸਕਦਾ ਹੈ। ਵੈਰੀਫਾਈ ਕਰਨ ਤੋਂ ਬਾਅਦ ਹੀ ਸਾਨੂੰ ਕੋਈ ਰਾਏ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਜੇ ਸਾਡੀ ਉਨੀ ਰਾਏ ਬਣਦੀ ਤਾਂ ਉਹ ਘਾਤਕ ਹੁੰਦੀ ਹੈ, ਸਮਾਜ ਵਾਸਤੇ ਵੀ, ਸਾਡੇ ਪਰਸਨ ਵਾਸਤੇ ਵੀ। ਜੀ ਨੈਕਸਟ ਕਾਲ ਲੈ ਲਈਏ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 46 ਵੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਢਿੱਲੋਂ ਸਾਹਿਬ, ਪੰਜਾਬ ਪੁਲਿਸ ਦਾ ਖੰਨਾ ਪੁਲਿਸ ਦਾ ਚੰਦ ਚਾੜਿਆ ਵਾ, ਦੇਖ ਲਿਆ ਤੁਸੀਂ? ਪਹੁੰਚ ਗਿਆ ਤੁਹਾਡੇ ਕੋਲੇ ਜੀ? ਕੱਲ ਕਈ ਬੰਦੇ ਕਰਦੇ ਸੀ ਮਤਲਬ ਕਿ ਸਪੋਰਟ ਕਿ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ। ਕੱਲ ਹੀ ਉਹਨਾਂ ਨੇ ਚੰਦ ਚਾੜਤਾ, ਨਿਹੰਗਤਾ ਉਹਨਾਂ ਨੇ ਫਿਰ ਨੇ ਨੂੰ ਹਟਾ ਤੇ ਪੈਰਾਂ ਤੇ, ਆਪਦੇ ਪੈਰਾਂ ਤੇ ਖੜਨ ਨੂੰ। ਤੇ ਹੁਣ ਇਹਦਾ ਕੀ ਉਹ ਕਰਨਗੇ? ਵੱਧ ਤੋਂ ਵੱਧ ਸਸਪੈਂਡ ਕਰਨਗੇ, ਲਾਈਨ ਹਾਜ਼ਰ ਕਰਕੇ ਥਾਣਾ ਬਦਲ ਦੇਣਗੇ। ਹੋਰ ਕੀ ਆ, ਉਹਨਾਂ ਨੇ ਪਿਓ ਪੁੱਤ ਨੰਗੇ ਕਰਕੇ ਕੁੱਟੇ ਆ ਜੀ। ਨੰਬਰ 2 ਤੇ ਮੈਂ ਪੰਜਾਬ ਦੀ ਕੋਰੋਨਾ ਵਾਇਰਸ ਦੀ ਅਪਡੇਟ ਪੁੱਛਣੀ ਚਾਹੁੰਦਾ, ਜੇ ਤੁਹਾਡੇ ਕੋਲੇ ਹੋਵੇ ਤਾਂ। ਜੀ ਹਾਂ, ਬਿਲਕੁਲ ਦੱਸ। ਧੰਨਵਾਦ ਜੀ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਕੀ ਕਿਹਾ ਜੀ? ਮੈਨੂੰ ਸਮਝ ਨਹੀਂ ਆਈ। ਖੰਨਾ ਪੁਲਿਸ ਨੇ ਕਹਿੰਦੇ ਕੋਈ ਚੰਦ ਚਾੜਤਾ, ਪਿਓ ਪੁੱਤ ਨੰਗੇ ਕਰਕੇ ਕੁੱਟਿਆ ਜੀ। ਕੋਈ ਨਾਲੇ ਪੰਜਾਬ ਦੀ ਕੋਈ ਕੋਰੋਨਾ ਵਾਇਰਸ ਦੀ ਅਪਡੇਟ? ਦੇਖੋ, ਪੰਜਾਬ ਦੀ ਕੋਰੋਨਾ ਵਾਇਰਸ ਦੀ ਅਪਡੇਟ ਤਾਂ ਸਿਰਫ ਉਹੀ ਹੈ ਜੀ। ਇੱਥੇ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਮੇਰੇ ਕੋਲ ਪੱਕੇ ਨਹੀਂ ਹੈ ਅੰਕੜੇ ਵੀ ਕਿੰਨੇ ਕੁ ਹੈ, ਕਿੰਨੇ ਠੀਕ ਹੈ ਕਿੰਨੇ ਗਲਤ ਹੈ, ਲੇਕਿਨ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਸਥਿਤੀ ਦੇ ਵਿੱਚ ਥੋੜਾ ਜਿਹਾ ਜਿਹੜਾ ਹੈਗਾ ਸੁਧਾਰ ਹੋਇਆ ਹੈ। ਇਹ ਰਿਪੋਰਟ ਆ ਰਹੀ ਹੈ ਇਕੱਲੀ ਪੰਜਾਬ ਦੀ ਚ ਨਹੀਂ ਹੋਇਆ, ਸਾਰੇ ਭਾਰਤ ਦੇ ਵਿੱਚ ਹੀ ਹੋਇਆ ਹੈ। 24 ਘੰਟਿਆਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਦੇ ਜਿਹੜੇ ਸਪੋਕਸ ਪਰਸਨ ਹੈ ਮਿਸਟਰ ਲਵ ਕੁਮਾਰ ਅਗਰਵਾਲ, ਉਹਨਾਂ ਨੇ ਜਿਹੜੇ ਅੰਕੜੇ ਦਿੱਤੇ, ਉਹਨਾਂ ਨੇ ਕਿਹਾ ਜੀ 40% ਕਮੀ ਆਈ ਹੈ ਜਿਹੜੀ ਤੁਹਾਡੀ ਨਵੇਂ ਪੇਸ਼ੈਂਟ ਆਏ ਹੈ। ਜਿਹੜੇ ਜਿਸ ਰੇਸ਼ੋ ਨਾਲ ਅੱਗੇ ਪੇਸ਼ੈਂਟ ਆਉਂਦੇ ਸੀ ਉਹਦੇ ਨਾਲੋਂ 40% ਕਮ ਆਏ ਹੈ, ਔਰ 80% ਜਿਹੜੇ ਹੈਗੇ ਹੈ, ਜਿਹੜੇ ਜਿੰਨੇ ਪੇਸ਼ੈਂਟ ਇਲਾਜ ਵਾਸਤੇ ਆਏ ਹੈ ਉਹਨਾਂ ਦੇ ਜਿਹੜੇ ਸਕਸੈਸ ਹੋਇਆ ਹੈ, ਸਫਲਤਾ ਹੋਈ ਹੈ, 80% ਜਿਹੜੇ ਹੈਗਾ ਰਿਜ਼ਲਟ ਹੈ ਉਹਦਾ। ਇਹ ਤਾਂ ਇਹਨਾਂ ਨੇ ਦੱਸੀ ਹੈ ਗੱਲ। ਤੇ ਜਿਹੜੀ ਠੀਕ ਹੋਣ ਵਾਲਿਆਂ ਦੀ ਜਿਹੜੀ ਵਧਣਾ ਹੈ, ਇਹ ਮੇਰਾ ਖਿਆਲ ਹੈ ਵੀ ਇਹ ਵੀ ਇੱਕ ਸ਼ੁਭ ਸੰਕੇਤ ਹੀ ਹੈ। ਜਿਵੇਂ ਭਾਜੀ ਪਹਿਲਾਂ ਦੱਸ ਕੇ ਗਏ ਹੈ, ਚਾਈਨਾ ਤੋਂ ਸਾਨੂੰ 5 ਲੱਖ ਜਿਹੜੀ ਰੇਪਿਡ ਕਿੱਟ ਹੈ ਉਹ ਪਹੁੰਚ ਗਈ ਹੈ ਇੰਡੀਆ 'ਚ, ਪਰ ਉਹ ਵੱਡੇ ਪੱਧਰ ਦੇ ਉੱਤੇ ਹੁਣ ਦਬਾ ਉਹਨਾਂ ਨੂੰ ਤਕਸੀਮ ਕੀਤਾ ਜਾ ਰਿਹਾ ਹੈ। ਜਿਹੜੀ ਰੇਪਿਡ ਕਿੱਟਾਂ ਦੇ ਨਾਲ ਫਿਰ ਅਸੀਂ ਟੈਸਟਿੰਗ ਵਾਲੇ ਪਾਸੇ ਨੂੰ ਵਧਾਂਗੇ। ਤੁਸੀਂ ਦੇਖਿਆ ਹੋਣਾ ਵੀ ਇਹ WHO ਵੀ ਇਹ ਗੱਲ ਕਹਿ ਰਹੀ ਹੈ, ਔਰ ਹੋਰ ਵੀ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਕੱਲਾ ਲਾਕ ਆਊਟ ਹੈ, ਜਿਹੜਾ ਲਾਕ ਆਊਟ ਹੀ ਮਸਲੇ ਦਾ ਹੱਲ ਨਹੀਂ, ਬਿਮਾਰੀ ਦਾ ਹੱਲ ਨਹੀਂ। ਲਾਕ ਆਊਟ ਦੇ ਨਾਲ ਅਸੀਂ ਜਿਹੜੀ ਹੈਗੀ ਹੈ
ਉਹਦੀ ਸੋਸ਼ਲ ਟ੍ਰਾਂਸਮਿਸ਼ਨ ਨੂੰ ਕਿਸੇ ਹੱਦ ਤੱਕ ਰੋਕ ਸਕਦੇ ਹਾਂ, ਕਿਸੇ ਹੱਦ ਤੱਕ, ਪੂਰਾ ਨਹੀਂ ਰੋਕ ਸਕਦੇ। ਲੇਕਿਨ ਜਿਹੜਾ ਟ੍ਰੀਟਮੈਂਟ ਤਾਂ ਉਹ ਵੀ ਹੋਊਗਾ ਜੇ ਅਸੀਂ ਉਹਨਾਂ ਦੀ ਸ਼ਨਾਖਤ ਕਰਾਂਗੇ, ਟੈਸਟਿੰਗ ਕਰਾਂਗੇ। ਟੈਸਟਿੰਗ ਬਹੁਤ ਜ਼ਰੂਰੀ ਹੈ। ਸੋ ਟੈਸਟਿੰਗ ਦੇ ਲਿਹਾਜ਼ ਨਾਲ ਦੇਖੀਏ ਆਪਾਂ ਤਾਂ ਕਾਫੀ ਜਿਹੜੀਆਂ ਹੁਣ ਸਾਡੇ ਕੋਲ ਕਿੱਟਾਂ ਆ ਗਈਆਂ, ਇਹ ਅਜੇ ਤੱਕ ਜਿੰਨੀ ਲੋੜ ਆ ਉਨੀਆਂ ਤਾਂ ਨਹੀਂ ਆਈਆਂ, ਪਰ ਫਿਰ ਵੀ ਇਹ ਉਸ ਪਾਸੇ ਨੂੰ ਥੋੜਾ ਜਿਹਾ ਸਾਨੂੰ ਸਫਲਤਾ ਮਿਲ ਸਕਦੀ ਹੈ। ਰਹੀ ਗੱਲ ਜਿਹੜੀ ਖੰਨਾ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਬਿਲਕੁਲ ਉਹ ਜ਼ਮੀਨ ਦਾ ਝਗੜਾ ਸੀ। ਸਾਡੀ ਪੁਲਿਸ ਦੀ ਦੁਰਵਰਤੋਂ ਜਿਹੜੀ ਹੁੰਦੀ ਹੈ, ਉਹ ਪੁਲਿਸ ਦੀ ਦੁਰਵਰਤੋਂ ਸਿਆਸਤਦਾਨ ਔਰ ਵੱਡੇ ਲੋਕ ਉਹਦੇ ਕਰਦੇ ਹੈ। ਇਹ ਡਿਟੇਲਡ ਖਬਰ ਤਾਂ ਇਹਦੇ ਤੇ ਅਜੇ ਤੱਕ ਆਉਣੀ ਹੈ, ਲੇਕਿਨ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ, ਜਿੰਨੇ ਕੁ ਅਖਬਾਰ ਮੈਂ ਪੜ੍ਹੇ ਹੈ, ਉਹਦੇ ਵਿੱਚ ਇਹ ਹੈ ਕਿ ਸ਼ਾਇਦ ਇਹ ਕੋਈ ਜ਼ਮੀਨ ਦਾ ਝਗੜਾ ਸੀ ਤੇ ਕਿਸੇ ਪਹੁੰਚ ਵਾਲੇ ਬੰਦੇ ਨੇ ਇਹ ਬਾਪ ਬੇਟੇ ਨੂੰ ਖੰਨਾ ਪੁਲਿਸ ਦੇ ਕੋਲ ਪਕੜਾਤਾ। ਉਹਨਾਂ ਨੂੰ ਫੜਾ ਕੇ ਉਹਨਾਂ ਨੂੰ ਟੌਰਚਰ ਕੀਤਾ ਗਿਆ, ਜਲੀਲ ਕੀਤਾ ਗਿਆ, ਨੰਗੇ ਕੀਤਾ ਗਿਆ, ਔਰ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ, ਜਿਹੜੀ ਵੀਡੀਓਗ੍ਰਾਫੀ ਕੀਤੀ ਗਈ, ਵੀਡੀਓਗ੍ਰਾਫੀ ਵੀ ਵਾਇਰਲ ਕਰਤੀ। ਹੁਣ ਉਹ ਬਾਹਰ ਆ ਗਏ, ਇਹ ਮਾਮਲਾ ਨੋਟਿਸ ਦੇ ਵਿੱਚ ਆ ਗਿਆ, ਲੋਕਾਂ ਦੇ ਪਬਲਿਕ ਕੋਲੇ ਚਲਾ ਗਿਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੇ ਕਿਹਾ ਹੈ ਕਿ ਇਹਨਾਂ ਲੋਕਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਜਿਹੜਾ ਕਹਿੰਦਾ ਸਰਕਾਰ ਦੇਖੂਗੀ, ਸਰਕਾਰ ਦਾ ਕੰਮ ਹੈ, ਸਜ਼ਾਵਾਂ ਜ਼ਰੂਰ ਮਿਲਣਗੀਆਂ। ਨਾ ਤਾਂ ਕਦੇ ਪੁਲਿਸ ਸਾਰੀ ਭਲੀ ਮਾਨਸ ਹੁੰਦੀ ਹੈ, ਤੇ ਨਾ ਹੀ ਜੇ ਆਪਾਂ ਕਹੀਏ ਸਾਰੀ ਦੀ ਸਾਰੀ ਪੁਲਿਸ ਕਦੇ ਬਦਮਾਸ਼ ਹੁੰਦੀ ਹੈ। ਓਪੀਨੀਅਨ ਬਣਾਉਣ ਤੋਂ ਪਹਿਲਾਂ ਸਾਨੂੰ ਪੋਜ਼ਿਟਿਵ ਨੈਗੇਟਿਵ ਪੱਖ ਦੋਨੇ ਦੇਖਣੇ ਚਾਹੀਦੇ ਹੈ। ਅਸੀਂ ਪੰਜਾਬ ਦੀ ਪੁਲਿਸ ਦੀ ਗੱਲ ਨਹੀਂ ਕਰ ਰਹੇ, ਪੁਲਿਸ ਦੀ ਗੱਲ ਕਰਨੀ, ਤੁਸੀਂ ਸਾਰੀ ਜਿਹੜੀ ਹੈ ਭਾਰਤ ਦੀ ਪੁਲਿਸ ਦੀ ਗੱਲ ਕਰਨੀ ਪੈਣੀ। ਜੇ ਆਪਾਂ ਦਿੱਲੀ ਦੀ ਪੁਲਿਸ ਦੀ ਗੱਲ ਕਰੀਏ, ਹਰਿਆਣੇ ਦੀ ਪੁਲਿਸ ਦੀ ਗੱਲ ਕਰੀਏ, ਭਲੇ ਮਾਨਸ ਉਹ ਵੀ ਨਹੀਂ ਹੈਗੀ, ਦੁਰਵਰਤੋਂ ਉੱਥੇ ਵੀ ਹੁੰਦੀ ਹੈ। ਤੁਸੀਂ ਉਹ ਦੇਖੋ, ਜਦੋਂ ਜਾਟ ਅੰਦੋਲਨ ਸ਼ੁਰੂ ਹੋਇਆ ਸੀ, ਉਦੋਂ ਹਰਿਆਣੇ ਦੀ ਵੀ ਤਾਂ ਪੁਲਿਸ ਸੀਗੀ, ਉਦੋਂ ਕੀ ਕੁਛ ਹੋਇਆ ਸੀ। ਸੋ ਗੁਣ ਦੋਸ਼ ਦੇ ਆਧਾਰ ਤੇ ਗੱਲ ਕਰਨੀ ਹੈ। ਜੇ ਕੋਈ ਚੰਗਾ ਕੰਮ ਕਰਦਾ, ਪੁਲਿਸ ਵਾਲੇ ਵੀ ਸਮਾਜ ਦੇ ਵਿੱਚੋਂ ਗਏ ਹੈ, ਤੇ ਜੇ ਅਸੀਂ ਸਾਰੇ ਜਿਹੜੇ ਸਿਵਲੀਅਨ ਅਸੀਂ ਵੀ ਭਲੇ ਮਾਨਸ ਵੀ, ਸਾਡੇ ਵਿੱਚ ਵੀ ਬੜੀਆਂ ਕਮੀਆਂ ਪੇਸ਼ੀਆਂ। ਅਕਸਰ ਜੇ ਪੁਲਿਸ ਦੀ ਦੁਰਵਰਤੋਂ ਹੁੰਦੀ ਹੈ, ਕਰਦੇ ਕਰਵਾਉਂਦੇ ਕੌਣ ਹੈ? ਉਹ ਵੀ ਸਿਵਲ ਵਾਲੇ ਕਰਾਉਂਦੇ ਆ, ਸਿਆਸਤਦਾਨ ਕਰਾਉਂਦੇ ਹੈ। ਪੁਲਿਸ ਦੀਆਂ ਆਪਦੀਆਂ ਕਰਦਿਆਂ ਹੁੰਦੀਆਂ ਕਈ ਉਹ ਵੀ ਹੁੰਦੀਆਂ ਜੀ। ਬਿਲਕੁਲ ਜੀ, ਆਪਾਂ ਇੱਕ ਨੈਕਸਟ ਕਾਲ ਲੈ ਕੇ ਫਿਰ ਹਰਜਿੰਦਰ ਸਿੰਘ ਧਨੋਆ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਜੀ, ਮੋਦੀ ਸਾਹਿਬ ਦਾਅਵੇ ਤਾਂ ਏਡੇ ਕਰਦੇ ਆ, ਖਬਰ ਆ ਰਹੀ ਹੈ ਜੀ, ਕਹਿੰਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸੇ ਨਹੀਂ ਮਿਲੇ, ਤੇ ਬੀਜੇਪੀ ਦੇ ਲੀਡਰ ਖਾ ਗਏ ਕਿ ਮੋਦੀ ਸਾਹਿਬ ਇਹ ਝੂਠ ਬੋਲਦੇ ਆ ਜੀ। ਇਹ ਤੇ ਚਾਨਣਾ ਪਾਇਓ ਜੀ। ਜੀ ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਕਿਹੜੇ ਸ਼ਹੀਦਾਂ ਦੇ ਪਰਿਵਾਰ? ਹਾਂਜੀ, ਕਈ ਕਿਸਮ ਨਹੀਂ ਸ਼ਹੀਦ ਕਿਹੜੇ ਮਤਲਬ ਹੈ, ਜਿਹੜੇ ਜੰਗਾਂ 'ਚ ਸ਼ਹੀਦ ਹੋਏ ਆ, ਤੇ ਕਿਹੜੇ? ਇਹ ਤਾਂ ਹੁਣ ਵੀਰ ਨੂੰ ਪਤਾ ਜੀ, ਆਪਾਂ ਨੂੰ ਇਹਦੇ ਬਾਰੇ ਤਾਂ ਨਹੀਂ ਪਤਾ। ਕੋਈ ਨਹੀਂ, ਦੁਬਾਰਾ ਕਾਲ ਕਰ ਲੈਣਗੇ। ਹਾਂਜੀ, ਅਧੂਰੇ ਕੁਐਸਚਨ ਦਾ ਜਵਾਬ ਨਹੀਂ ਨਾ ਜੀ ਜੀ ਬਿਲਕੁਲ ਜੀ, ਬਿਲਕੁਲ। ਢਿੱਲੋਂ ਸਾਹਿਬ ਇੱਕ ਸੈਕਿੰਡ ਹੋਲਡ ਰੱਖਿਓ ਜੀ, ਆਪਾਂ ਕਾਲ ਲੈ ਲਈਏ। ਤੁਸੀਂ ਪਾਣੀ ਪੀ ਲਓ। ਹਰਜਿੰਦਰ ਸਿੰਘ ਧਨੋਆ ਵੀ ਜੁੜ ਚੁੱਕੇ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜਿੰਦਰ ਸਿੰਘ ਜੀ। ਹਾਂਜੀ, ਚੰਦੀ ਸਾਹਿਬ ਤੇ ਢਿੱਲੋਂ ਵੀਰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜਿਵੇਂ ਜਸਟਿਨ ਟਰੂਡੋ ਐਮਰਜੈਂਸੀ ਬੈਨੀਫਿਟ ਹਰ ਰੋਜ਼ ਕੋਈ ਨਾ ਕੋਈ ਨਵਾਂ ਲੈ ਕੇ ਆਉਂਦੇ ਆ, ਤੇ ਲੱਗ ਰਿਹਾ ਕਿ ਇਹਨਾਂ ਨੇ ਹੁਣ ਪ੍ਰੋਮਿਸ ਕੀਤਾ ਸੀ ਰੈਂਟ ਰਿਲੀਫ ਬਾਰੇ। ਇਹਨਾਂ ਨੇ ਗੱਲ ਕੀਤੀ ਆ ਸਮਾਲ ਤੇ ਜਿਹੜੇ ਮੀਡੀਅਮ ਬਿਜ਼ਨਸ ਹੈਗੇ ਆ, ਉਹਨਾਂ ਨੂੰ ਰਿਲੀਫ ਦੇਣ ਦੀ ਗੱਲ ਕੀਤੀ ਹੈ। ਸ਼ਾਇਦ ਜਦੋਂ ਅੱਜ ਉਹ ਸੰਬੋਧਨ ਕਰਨਗੇ ਅਰਾਊਂਡ 11 ਵਜੇ ਦੇ ਕਰੀਬ, ਤੇ ਸ਼ਾਇਦ ਇਹ ਲੈ ਕੇ ਆਉਣਗੇ ਆ। ਤੇ ਬਾਕੀ ਡੋਨਲਡ ਟਰੰਪ ਨੇ ਜਿਹੜੇ ਬਾਰਡਰ ਨੂੰ ਓਪਨ ਦੀ ਗੱਲ ਕੀਤੀ ਸੀਗੀ, ਉਹ ਆਪਣੇ ਡਾਕਫੋਰਡ ਨੇ ਵੀ ਕਿਹਾ ਹੈ ਕਿ ਇਹ ਬਾਰਡਰ ਨਹੀਂ ਖੋਲਣੇ ਚਾਹੀਦੇ ਜੀ, ਇਹਨਾਂ ਨੂੰ ਰਿਜੈਕਟ ਕਰ ਦੇਣਾ ਚਾਹੀਦਾ। ਪਰ ਜਸਟਿਨ ਟਰੂਡੋ ਨੇ ਆਲਰੇਡੀ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਅਸੀਂ ਅਜੇ 2 ਵੀਕ ਵੇਟ ਕਰਾਂਗੇ, ਉਸ ਤੋਂ ਬਾਅਦ ਦੇਖਾਂਗੇ ਵੀ ਕੀ ਹੁੰਦਾ ਜੀ। ਬਾਕੀ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਹੈ ਕਿ ਜਿਹੜੀ PPE ਦੀ ਘਾਟ ਕਰਕੇ ਟੋਰਾਂਟੋ ਦੇ ਜਿਹੜੇ TTC ਦੇ ਡਰਾਈਵਰ ਆ 35 ਉਹਨਾਂ ਨੇ ਕੰਮ ਰਿਫਿਊਜ਼ ਕਰਤਾ ਕਿ ਕੰਮ ਤੇ ਨਹੀਂ ਜਾਵਾਂਗੇ। ਇਸ ਤਰ੍ਹਾਂ ਕਹਿੰਦੇ ਹੋਰ ਬਹੁਤ ਸਾਰੇ ਵਰਕਰ ਆ, ਇਹਨਾਂ ਨੂੰ ਵੀ PPE ਦੀ ਲੋੜ ਆ। ਅਸੀਂ ਜਿੰਨਾ ਵੀ ਜਲਦੀ ਹੁੰਦਾ ਅਸੀਂ PPE ਦਾ ਪ੍ਰਬੰਧ ਕਰਾਂਗੇ ਜੀ। ਬਾਕੀ ਆਪਣੇ ਇੱਥੋਂ ਟੋਰਾਂਟੋ ਯੂ ਜਿਹੜਾ ਆਪਣੇ ਸਕਾਰਬੋ ਈਸਟ ਐਂਡ ਦੇ ਵਿੱਚ ਪੈਂਦਾ ਸੀ, ਉੱਥੇ ਫਾਈਨੈਂਸ਼ੀਅਲ ਹੈਲਪ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉੱਥੇ ਟੋਰਾਂਟੋ ਯੂ ਬੰਦ ਹੋਣ ਕਰਕੇ ਜਿਵੇਂ ਹੋਰ ਬਹੁਤ ਸਾਰੇ ਬਿਜ਼ਨਸ ਬੰਦ ਆ, ਤਾਂ ਉੱਥੇ ਜੀ 5000 ਦੇ ਕਰੀਬ ਐਨੀਮਲਸ ਹੈਗੇ ਆ। ਉਹਨਾਂ ਦਾ ਕਹਿਣਾ ਆ ਕਿ ਸਾਡੇ ਜਿਹੜੀ ਸਾਲ ਦੀ ਕਾਸਟ ਆ $1 ਮਿਲੀਅਨ ਤੱਕ ਆ। ਪਹਿਲਾਂ ਤਾਂ ਇਹ ਜਿੱਦਾਂ ਲੋਕ ਉੱਥੇ ਦੇਖਣ ਜਾਂਦੇ ਸੀ, ਐਡਮਿਸ਼ਨ ਫੀਸ ਤੇ ਪਾਰਕਿੰਗ ਦਾ ਪਾ ਕੇ ਸਾਰਾ ਕੁਝ ਹੋ ਜਾਂਦਾ ਸੀ। ਹੁਣ ਇਹ ਸਾਰਾ ਕੁਝ ਬੰਦ ਕਰਕੇ ਆ ਤੇ ਜਾਨਵਰਾਂ ਨੂੰ ਜਿਹੜਾ ਫੂਡ ਦੇਣਾ ਬਹੁਤ ਮੁਸ਼ਕਲ ਹੋ ਰਿਹਾ। ਉਹ ਫਾਈਨੈਂਸ਼ੀਅਲ ਹੈਲਪ ਦੀ ਗੱਲ ਕਰ ਰਹੇ ਆ, ਉਸ ਬਾਰੇ ਫਿਰ ਅੱਗੇ ਦੇਖਾਂਗੇ ਕੀ ਹੁੰਦਾ ਜੀ।
ਬਾਕੀ ਇਸ ਤਰ੍ਹਾਂ ਹੀ ਆ ਵੈਨਕੂਵਰ ਐਕੁਏਰੀਅਮ ਆ, ਉਹਨਾਂ ਨੇ ਵੀ ਆਪਣੀ ਫਾਈਨੈਂਸ਼ੀਅਲ ਟਰਬਲ ਬਾਰੇ ਕਿਹਾ ਆ। ਕਹਿੰਦੇ ਆ ਕਿ ਸਾਨੂੰ ਵੀ ਇਹ ਚਲਾਉਣ ਦੇ ਲਈ ਸਾਡਾ ਜਿਹੜਾ ਖਰਚਾ ਆ 3 ਮਿਲੀਅਨ ਅਸੀਂ ਜਿਹੜਾ ਹਰੇਕ ਮਹੀਨੇ ਲੂਜ਼ ਕਰਦੇ ਆ, ਕਿ ਸਾਡਾ ਦੂਸਰਾ ਮਹੀਨਾ ਆਲਰੇਡੀ ਚੱਲ ਰਿਹਾ ਜੀ। ਜਿਸ ਤਰ੍ਹਾਂ ਆਪਣੇ ਡਗ ਫੂਡ ਕਹਿ ਰਹੇ ਸੀ ਕਿ ਮੈਂ ਟੈਸਟਿੰਗ ਨੂੰ ਵਧਾਵਾਂਗਾ, ਤੇ ਹੁਣ ਵਾਕਿਆ ਹੀ ਟੈਸਟਿੰਗ ਸਾਨੂੰ ਦਿਸ ਰਹੀ ਹੈ ਜੀ। ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ, ਇਹਨਾਂ ਨੇ 6000 ਪਲੱਸ ਜਿਹੜੇ ਟੈਸਟ ਕੀਤੇ ਸੀ। ਹੁਣ ਜਿਹੜੀ ਅੱਜ ਦੀ ਰਿਪੋਰਟ ਆਈ ਹੈ ਜੀ, ਇਹ 9001 ਟੈਸਟ ਇਹਨਾਂ ਨੇ ਕਰ ਲਿਆ। ਜਿਹੜਾ ਇਹਨਾਂ ਦਾ ਬੈਂਚਮਾਰਕ ਸੈੱਟ ਕੀਤਾ ਸੀ 8000 ਦਾ ਜੀ, ਉਸ ਨੂੰ ਤਾਂ ਇਹ ਪੂਰਾ ਕਰ ਗਏ। ਤੇ ਉਹਨਾਂ ਨੂੰ ਕਹਿ ਦਿੱਤਾ ਕਿ ਅਸੀਂ ਜਿਹੜਾ ਸਾਡਾ ਫਸਟ ਟਾਰਗੇਟ ਆ ਉਹਨੂੰ ਅਸੀਂ ਪੂਰਾ ਕਰ ਲਿਆ। ਜਿਹੜਾ ਸਾਡਾ ਸੈਕੰਡ ਟਾਰਗੇਟ ਆ ਐਂਡ ਆਫ ਦਿਸ ਮੰਥ, ਉਹਨਾਂ ਦਾ ਸੀਗਾ ਕਿ ਅਸੀਂ 14000 ਤੱਕ ਅਸੀਂ ਟੈਸਟ ਕਰਾਂਗੇ। ਉੱਥੇ ਤੱਕ ਕਹਿੰਦੇ ਐਂਡ ਆਫ ਦਿਸ ਮੰਥ ਅਸੀਂ ਜ਼ਰੂਰ ਪਹੁੰਚਾਂਗੇ। ਬਾਕੀ ਦੂਸਰਾ ਟੋਰਾਂਟੋ ਦੇ ਟੌਪ ਡਾਕਟਰ ਜਿਹੜੇ ਆ ਅਲੀਨ ਵਿਲਾ, ਉਹਨਾਂ ਨੇ ਕਿਹਾ ਆ ਕਿ ਪ੍ਰੋਵਿੰਸ ਨੂੰ ਨਵੀਂ ਟੈਕਨੋਲੋਜੀ ਦਾ ਟੂਲ ਲਿਆਉਣਾ ਚਾਹੀਦਾ ਹੈ, ਜਿਹੜਾ ਟਰੈਕ ਐਂਡ ਸ਼ੇਅਰ COVID-19 ਦਾ ਡਾਟਾ ਆ ਲੋਕਾਂ ਤੱਕ ਫਾਸਟ ਜਿਹੜਾ ਉੱਥੇ ਪਹੁੰਚ ਸਕੇ ਜੀ। ਬਾਕੀ ਹੋਰ ਜਿਹੜੇ ਫਿਊਨਰਲ ਹੋਮ ਵਰਕਰ ਆ ਜੀ, ਉਹਨਾਂ ਨੂੰ ਹਸਪੀਟਲ ਤੇ ਲੌਂਗ ਟਰਮ ਕੇਅਰ ਦੇ ਵਿੱਚ ਨਹੀਂ ਐਂਟਰ ਹੋਣ ਦਿੱਤਾ ਜਾਂਦਾ ਜੀ। ਜਿਸ ਤਰ੍ਹਾਂ ਚੰਦੀ ਸਾਹਿਬ ਸਾਰਿਆਂ ਨੂੰ ਪਤਾ ਹੀ ਆ, ਜਦੋਂ ਕਿਤੇ ਵੀ ਡੈਥ ਹੁੰਦੀ ਆ ਲੌਂਗ ਟਰਮ ਕੇਅਰ ਦੇ ਵਿੱਚ ਹੋਵੇ ਜਾਂ ਹਸਪੀਟਲ ਦੇ ਵਿੱਚ ਹੋਵੇ, ਤੇ ਇੱਥੋਂ ਜਿਹੜੇ ਫਿਊਨਰਲ ਹੋਮ ਆ ਇਹਨਾਂ ਦਾ ਅਰੇਂਜ ਹੁੰਦਾ ਸੀ ਉੱਥੋਂ ਜਾ ਕੇ ਬੋਡੀ ਨੂੰ ਲੈ ਕੇ ਆਉਣਾ। ਹੁਣ ਕਰੋਨਾ ਵਾਇਰਸ ਨੂੰ ਦੇਖਦਿਆਂ ਉਹਨਾਂ ਨੇ ਕਿਹਾ ਆ ਕਿ ਜਿਹੜੀ ਕੋਈ ਕਿਸੇ ਦੀ ਵੀ ਮੌਤ ਹੁੰਦੀ ਆ ਰਿਟਾਇਰਮੈਂਟ ਹੋਮ ਦੇ ਵਿੱਚ ਹੁੰਦੀ ਆ ਜਾਂ ਹਸਪੀਟਲ ਦੇ ਵਿੱਚ ਹੁੰਦੀ ਆ, ਉੱਥੋਂ ਦੇ ਜਿਹੜੇ ਪ੍ਰਬੰਧਕ ਆ, ਉੱਥੋਂ ਦੇ ਜਿਹੜੇ ਵਰਕਰ ਆ, ਉਹ ਬੋਡੀ ਨੂੰ ਬੈਗ ਦੇ ਵਿੱਚ ਪਾ ਕੇ ਹੈਂਡ ਓਵਰ ਇੱਥੇ ਕਰਨਗੇ ਜੀ ਇਹਨਾਂ ਨੂੰ, ਜਿਹੜੇ ਫਿਊਨਰਲ ਹੋਮ ਦੇ ਵਰਕਰ ਆ ਜੀ। ਬਾਕੀ ਹੈਮਿਲਟਨ ਦੇ ਵਿੱਚ ਰਿਟਾਇਰਮੈਂਟ ਹੋਮ ਹੈ, ਬੜਾ ਕਰਾਈ ਕਰ ਰਿਹਾ ਕਿ ਸਾਨੂੰ ਹੈਲਪ ਦੀ ਲੋੜ ਹੈ। ਉੱਥੇ ਬਹੁਤ ਸਾਰਾ ਜਿਹੜਾ ਸਟਾਫ ਹੈ ਜੀ ਕੰਮ ਤੇ ਆਉਣੋਂ ਹੀ ਹਟ ਗਿਆ ਆ COVID-19 ਦੇ ਡਰ ਤੋਂ। ਤਾਂ ਮੈਨੇਜਰ ਦਾ ਕਹਿਣਾ ਆ ਅਸੀਂ ਸਿਰਫ 3 ਲੋਕ ਹੀ ਕੰਮ ਕਰਦੇ ਆ ਇਨਕਲੂਡਿੰਗ ਦਾ ਮੈਨੇਜਰ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਇੱਥੇ 76 ਰੂਮ ਆ ਤੇ 86 ਲੋਕ ਇੱਥੇ ਰਹਿ ਸਕਦੇ ਆ, ਤੇ ਬੜਾ ਹੁਣ ਔਖਾ ਸਮਾਂ ਆਇਆ ਜੀ। ਬਾਕੀ ਈਟੋਬੀਕੋ ਦੇ ਵਿੱਚ ਜੀ ਇੱਥੇ ਸ਼ੂਟਿੰਗ ਹੋਈ ਆ ਜੀ, 22 ਸਾਲ ਦੇ ਮੁੰਡੇ ਨੂੰ ਮਲਟੀਪਲ ਸ਼ਾਟ ਲੱਗੇ ਆ ਆਪਣੇ ਡਿਕਸਨ ਤੇ ਐਜ਼ਲਿੰਗਟਨ ਦੇ ਪਿਛਲੇ ਬੰਨੇ ਕਾਰਨਰ ਤੇ ਬਿਲਡਿੰਗਾਂ, ਉਹਨਾਂ ਦੇ ਵਿੱਚ ਹੈਪਨ ਹੋਇਆ ਜੀ ਇਹ। ਬਾਕੀ ਜੇ ਚਾਈਨਾ ਦੀ ਗੱਲ ਕੀਤੀ ਜਾਵੇ ਤਾਂ ਬੜਾ ਚਾਈਨਾ ਵੀ ਸਫਰ ਕਰ ਰਿਹਾ ਹੈ ਵੀ ਇਹ ਜਿਹੜੀ ਵਰਲਡ ਇਕੋਨਮੀ ਨੂੰ ਆ। ਚਾਈਨਾ ਜਿਹੜਾ ਵਰਲਡ ਦੀ ਸੈਕੰਡ ਲਾਰਜੈਸਟ ਇਕੋਨਮੀ ਆ, ਉਹ ਵੀ ਜਿਹੜੀ ਸ਼ਰਿੰਕ 6.8 ਹੋਈ ਆ ਪਿਛਲੇ 10 ਐਂਡ ਆਫ ਮਾਰਚ ਤੱਕ ਦੀ ਜੀ। ਤੇ ਬਾਕੀ ਚਾਈਨਾ ਨੇ ਕਿਹਾ ਕਿ US ਨੇ ਸਾਡੇ ਤੇ ਐਲੀਗੇਸ਼ਨ ਲਾਇਆ ਕਿ ਜਿਹੜੇ ਨਿਊਕਲੀਅਰ ਵੈਪਨ ਉਹ ਟੈਸਟ ਕਰ ਰਹੇ ਆ, ਕਿ ਉਹਨਾਂ ਨੇ ਡਿਨਾਈ ਕੀਤਾ ਕਿ ਅਮਰੀਕਾ ਸਭ ਜਿਹੜਾ ਇਹ ਝੂਠ ਬੋਲ ਰਿਹਾ ਜੀ। ਬਾਕੀ ਡੋਨਲਡ ਟਰੰਪ ਨੇ ਚੰਦੀ ਸਾਹਿਬ ਜਿਵੇਂ ਰੀਓਪਨ ਦੀ ਗੱਲ ਕਰਦੇ ਆ, ਤੇ ਉਹਨਾਂ ਨੇ ਰੀਓਪਨ ਸਟੇਟਸ ਨੂੰ ਕੀਤਾ, ਕਹਿੰਦੇ ਮੈਂ ਇਹ ਇੱਕਦਮ ਓਪਨ ਨਹੀਂ ਕਰਾਂਗਾ, ਇਹ ਵੱਖਰੇ ਵੱਖਰੇ ਫੇਜ਼ਸ ਦੇ ਵਿੱਚ ਮੈਂ ਓਪਨ ਕਰਾਂਗਾ। ਤੇ ਉਹਨਾਂ ਨੇ ਗਵਰਨਰਸ ਨੂੰ ਗਾਈਡੈਂਸ ਦਿੱਤੀ ਆ ਤੇ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਹੈਂਡਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਆ ਕਿ ਖੋਲਣਾ ਤੁਸੀਂ ਆ, ਬਾਕੀ ਫੈਡਰਲੀ ਜੋ ਵੀ ਹੈਲਪ ਹੋਈ ਆ ਮੈਂ ਤੁਹਾਨੂੰ ਜ਼ਰੂਰ ਕਰੂੰਗਾ ਜੀ। ਬਾਕੀ ਜਿਵੇਂ ਆਪਣੇ ਡੋਨਲਡ ਟਰੰਪ ਹਰ ਰੋਜ਼ ਡੇਲੀ ਆਉਂਦੇ ਆ ਆਪਣੀ, ਤੇ ਉਹਨਾਂ ਨੇ ਕੱਲ ਆਪਣੀ ਡੇਲੀ ਬਰੀਫਿੰਗ ਦੇ ਵਿੱਚ ਡਿਕਲੇਅਰ ਕੀਤਾ, ਉਹਨਾਂ ਨੇ ਕਿਹਾ ਜਿਹੜਾ ਸਾਡਾ ਨੈਕਸਟ ਫਰੰਟ ਸਾਡੀ ਲੜਾਈ ਆ, ਸਾਡਾ ਵਾਰ ਆ, ਉਹ ਅਮਰੀਕਾ ਨੂੰ ਖੋਲਣਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਆ ਕਿ ਅਮਰੀਕਾ ਵਾਂਟਸ ਟੂ ਓਪਨ, ਅਮਰੀਕਾ ਆਪਣੇ ਆਪ ਵੀ ਖੁੱਲਣਾ ਚਾਹੁੰਦਾ, ਅਮਰੀਕਾ ਦੇ ਜਿਹੜੇ ਲੋਕ ਆ ਉਹ ਵੀ ਆਪਣੇ ਆਪ ਨੂੰ ਖੋਲਣਾ ਚਾਹੁੰਦੇ ਆ ਕਿ ਬਾਹਰ ਕੰਮਕਾਰ ਚੱਲੇ ਤੇ ਅਸੀਂ ਬਾਹਰ ਘੁੰਮੀਏ ਫਿਰੀਏ ਜੀ। ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਲਾਕਡਾਊਨ ਆ ਇਹਦੇ ਵਿੱਚ ਹੋਰ ਰਿਸਕ ਦੀ ਗੱਲ ਕੀਤੀ ਆ, ਸੀਰੀਅਸ ਟੋਲ ਔਨ ਪਬਲਿਕ ਹੈਲਥ ਜੀ। ਉਹਨਾਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਲਾਕਡਾਊਨ ਰਿਹਾ ਤਾਂ ਜਿਹੜੇ ਲੋਕ ਆ ਘਰਾਂ ਦੇ ਵਿੱਚ ਬਹਿ ਕੇ ਉਹ ਆਪਣੇ ਡਰੱਗ ਅਬਿਊਜ਼, ਅਲਕੋਹਲ ਅਬਿਊਜ਼, ਹੈਲਥ ਡਿਜ਼ੀਜ਼ ਐਂਡ ਫਿਜ਼ੀਕਲ ਐਂਡ ਮੈਂਟਲ ਪ੍ਰੋਬਲਮ ਵਿੱਚ ਹੋਰ ਵਧਣਗੇ ਜੀ। ਚੰਦੀ ਸਾਹਿਬ ਜਿਹੜੀ ਇਹ ਰਿਪੋਰਟ ਹੈ, ਜਿਹੜੀ ਇਹ ਗਾਈਡੈਂਸ ਹੈ 18 ਪੇਜਾਂ ਦੀ ਆ, ਪਰ 18 ਪੇਜਾਂ ਦੀ ਤਾਂ ਇੱਥੇ ਪੂਰੀ ਡਿਟੇਲ ਨਹੀਂ ਦੇ ਸਕਦੇ ਜੀ ਇਹ। ਬਾਕੀ ਜਿੰਨਾ ਵੱਧ ਤੋਂ ਵੱਧ ਆਪਾਂ ਸ਼ੇਅਰ ਕਰ ਰਹੇ ਹਾਂ। ਤੇ ਬਾਕੀ ਜਿਹੜੇ ਹੈਗੇ ਆ ਡੋਨਲਡ ਟਰੰਪ, ਉਹਨਾਂ ਨੇ ਗਵਰਨਰ ਨੂੰ ਕਿਹਾ ਆ ਇਹ ਸਾਰਾ ਕੁਝ ਤੁਹਾਡੇ ਤੇ ਹੀ ਆ, ਜਿਸ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਆ ਫੈਡਰਲ ਤੁਹਾਨੂੰ ਪੂਰੀ ਹੈਲਪ ਕਰੂਗਾ ਖੋਲਣ ਦੇ ਵਿੱਚ। ਤੇ ਜੇ ਵਾਈਟ ਹਾਊਸ ਤੇ ਜਿਹੜੇ ਹੈਗੇ ਆ ਕਰੋਨਾ ਵਾਇਰਸ ਟਾਸਕ ਫੋਰਸ ਦੇ ਲੀਡਰ ਤੇ ਵਾਈਸ ਪ੍ਰੈਜ਼ੀਡੈਂਟ ਹੈ ਜੀ ਮਾਈਕ ਪੈਂਸ, ਉਹਨਾਂ ਨੇ ਕਿਹਾ ਆ ਕਿ 24% USA ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਜੀ ਉਹ ਰਿਪੋਰਟ ਹੀ ਨਹੀਂ ਹੁੰਦੇ ਚੰਦੀ ਸਾਹਿਬ। ਇੱਥੇ ਹੁਣ ਦੇਖਣ ਵਾਲੀ ਗੱਲ ਹੈ, ਜਿਹੜਾ ਹੁਣ ਆਪਾਂ ਡਾਟਾ ਦੇਖਦੇ ਹਾਂ USA ਦੇ ਵਿੱਚ ਇੰਨਾ ਡਾਟਾ, ਜੇ 24% ਰਿਪੋਰਟ ਨਹੀਂ ਹੁੰਦੇ ਤਾਂ ਇਹ ਤਾਂ ਜੀ ਬਹੁਤ ਨੰਬਰ ਉੱਪਰ ਜਾਊਗਾ ਜੀ ਜੀ। ਤੇ ਬਾਕੀ ਆਪਣੇ ਨਿਊਯਾਰਕ ਦੇ ਗਵਰਨਰ ਜਿਹੜੇ ਐਂਡਰੂ ਕੁਓਮੋ, ਉਹਨਾਂ ਨੇ ਕਿਹਾ ਹੈ ਵੀ ਸਟੇ ਐਟ ਹੋਮ ਮੈਂ ਤਾਂ 15 ਮਈ ਤੱਕ ਹੀ ਰੱਖੂੰਗਾ ਜੀ। ਬਾਕੀ ਜਿਵੇਂ ਹੋਰ ਗਵਰਨਰ ਨੂੰ ਪੁੱਛਿਆ, ਜਿਵੇਂ ਗਵਰਨਰ ਦੀ ਮੈਂ ਗੱਲ ਕਰਾਂ ਇੱਥੇ ਮਿਸ਼ੀਗਨ, ਅਹਾਇਓ,
ਵਿਸਕੌਨਸਨ ਦੀ ਗੱਲ ਕਰਾਂ, ਮੈਨੇਸੋਟਾ, ਇਲੀਨੋਇਸ, ਇੰਡੀਅਨ ਕੰਟਕੀ, ਉਹਨਾਂ ਨੇ ਕਿਹਾ ਆ ਕਿ ਵੀ ਵਿਲ ਟੁਗੇਦਰ ਟੂ ਰੀਓਪਨ ਦਾ ਰੀਜਨ, ਬਈ ਅਸੀਂ ਇਕੱਠੇ ਹੋ ਕੇ ਜਿਹੜਾ ਰੀਜਨ ਨੂੰ ਓਪਨ ਕਰਾਂਗੇ ਜਿੱਦਾਂ ਵੀ ਆ। ਤੇ ਬਾਕੀ ਜਿਹੜੀਆਂ ਦੂਸਰੀਆਂ ਕੰਟਰੀਆਂ, ਮੈਂ 5-7 ਕੰਟਰੀਆਂ ਦਾ ਦੱਸ ਦਿੰਦਾ ਉਹਨਾਂ ਦਾ ਇਹਦੇ ਤੇ ਕੀ ਸਥਿਤੀ ਹੈ ਜੀ ਖੋਲਣ ਬਾਰੇ। ਜੇ ਮੈਂ ਜਰਮਨੀ ਦੀ ਗੱਲ ਕਰਾਂ ਤੇ ਉਹਨਾਂ ਨੇ ਵੀ ਨੈਕਸਟ ਵੀਕ ਥੋੜਾ ਜਿਹਾ ਰਿਸਟ੍ਰਿਕਸ਼ਨ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਲਈ ਸ਼ਾਪਸ ਖੋਲਣ ਦੀ ਗੱਲ ਕੀਤੀ ਹੈ ਜੀ। ਜੇ ਆਸਟਰੀਆ ਦੀ ਕਰਾਂ ਤੇ ਉਹਨਾਂ ਨੇ ਕੋਈ 1000 ਕੁ ਸ਼ਾਪ ਆਲਰੇਡੀ ਉੱਥੇ ਖੋਲ ਦਿੱਤੀ ਆ। ਜੇ ਫਰਾਂਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲਾਕਡਾਊਨ ਜਿਹੜਾ 11 ਮਈ ਤੱਕ ਹੈਗਾ। ਜੇ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਮਿਟਡ ਨੰਬਰ ਆਫ ਸ਼ਾਪਸ ਜਿਹੜੀਆਂ ਹੈ ਜੀ, ਜਿਹੜਾ ਲੈਸ ਅਫੈਕਟਡ ਏਰੀਆ ਆ ਉੱਥੇ ਖੋਲੀਆਂ ਜੀ। ਜੇ ਆਪਾਂ ਇੰਡੀਆ ਦਾ ਸਾਰਿਆਂ ਨੂੰ ਪਤਾ ਹੀ ਆ 3 ਮਈ ਤੱਕ ਉਹ ਲਾਕਡਾਊਨ ਹੈ। ਜੇ ਯੂਕੇ ਦੀ ਗੱਲ ਕੀਤੀ ਜਾਵੇ ਤਾਂ ਉਹ 3 ਵੀਕ ਲਈ ਅੱਗੇ ਐਕਸਟੈਂਡ ਕੀਤਾ ਹੋਇਆ ਹੈ ਜੀ। ਸਪੇਨ ਨੇ ਵੀ ਅਲਾਓ ਕੀਤਾ ਆ ਵੀ ਥੋੜੇ ਜਿਹੇ ਬਿਜ਼ਨਸ ਨੂੰ ਰਿਟਰਨ ਟੂ ਵਰਕ। ਜੇ ਪੋਲੈਂਡ ਦੀ ਗੱਲ ਕਰੀਏ ਤਾਂ ਉਹ ਵੀ ਆਪਣੀਆਂ ਜਿਹੜੀਆਂ ਰੈਸਟ੍ਰਿਕਸ਼ਨ ਆ ਉਹਨਾਂ ਨੂੰ ਘਟਾਉਣ ਲਈ ਇਸ ਵੀਕਐਂਡ ਤੇ ਕੁਝ ਜਿਹੜਾ ਉਹ ਹੋ ਰਿਹਾ। ਚੰਦੀ ਸਾਹਿਬ ਜੀ, ਜੇ ਚੰਦੀ ਸਾਹਿਬ ਮੈਂ ਗੱਲ ਕਰਾਂ ਕਿ ਹੁਣ ਤੱਕ ontario ਦੇ ਵਿੱਚ ਜਿਹੜੇ ਨਵੇਂ ਕੇਸ ਆ 514 ਨਵੇਂ ਕੇਸ ਆਏ ਸੀਗੇ ਤੇ ਜਿਨ੍ਹਾਂ ਦੀ ਹੁਣ ਗਿਣਤੀ ਵੱਧ ਕੇ 9961 ontario ਦੇ ਵਿੱਚ ਹੋ ਗਏ ਆ ਤੇ ਕਬੈਕ ਦੇ ਵਿੱਚ 16000 ਹੋ ਗਿਆ ਤੇ BC ਦੇ ਵਿੱਚ 1575 ਤੇ ਅਲਬਰਟਾ ਵਿੱਚ 2158 ਜੀ। ਜੇ ਮੈਂ ਨਿਊਯਾਰਕ ਦੀ ਗੱਲ ਕਰਾਂ ਤੇ ਇੱਥੇ ਵੀ ਕਾਫੀ ਨੰਬਰ ਉੱਪਰ ਗਿਆ ਜੀ, 2,22,284 ਤੇ 14,636 ਲੋਕ ਇੱਥੇ ਮਰ ਚੁੱਕੇ ਆ। ਜੇ ਮੈਂ ਨਿਊ ਜਰਸੀ ਦੀ ਗੱਲ ਕਰਾਂ ਤਾਂ ਤੇ ਇੱਥੇ ਵੀ ਨੰਬਰ 75,317, 3518 ਲੋਕ ਇੱਥੇ ਵੀ ਚੰਦੀ ਸਾਹਿਬ ਮਰ ਚੁੱਕੇ ਆ ਜੀ। ਤੇ ਜੇ ਮੈਂ ਮਿਸ਼ੀਗਨ ਦੀ ਗੱਲ ਕਰਾਂ ਤਾਂ ਇਹ ਵੀ 29,000 ਤੋਂ ਅੰਕੜਾ ਪਾਰ ਕਰ ਗਿਆ ਤੇ 2100 ਲੋਕ ਉੱਥੇ ਵੀ ਮਰ ਗਏ ਆ। ਜੇ ਮੈਂ ਪੂਰੇ ਟੋਟਲ ਕੇਸਾਂ ਦੀ ਚੰਦੀ ਸਾਹਿਬ ਗੱਲ ਕੀਤੀ ਜਾਵੇ ਤਾਂ ਇਹ ਜੀ 22,06,535 ਟੋਟਲ ਕੇਸ ਹੋਏ ਆ। ਜੇ ਮੈਂ ਡੈਥ ਦੀ ਗੱਲ ਕਰਾਂ ਤੇ 1,48,651 ਜੀ, ਆਲਮੋਸਟ 1.5 ਲੱਖ ਦੇ ਕਰੀਬ ਪਹੁੰਚ ਗਿਆ ਜੀ। ਇਹ ਵੀ ਜਿਹੜੀ ਰਿਕਵਰੀ ਹੁਣ ਤੱਕ ਹੋਈ ਆ 5,58,000 ਲੋਕਾਂ ਦੀ ਹੋਈ ਆ। ਐਕਟਿਵ ਜਿਹੜੇ ਕੇਸ ਆ 1.5 ਮਿਲੀਅਨ 15 ਲੱਖ ਤੱਕ ਹੋ ਗਏ ਆ। ਜੇ ਮੈਂ ਇਕੱਲੇ USA ਦੀ ਗੱਲ ਕਰਾਂ 6,78,210 ਉੱਥੇ ਕੇਸ ਆ ਤੇ 34,641 ਜੀ, ਆਲਮੋਸਟ 35 ਦੇ ਕਰੀਬ ਹੋ ਚੱਲਿਆ ਜੀ। ਉੱਥੇ ਲੋਕ ਮਰ ਚੁੱਕੇ ਆ। ਜੇ ਸਪੇਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਅੰਕੜਾ ਵੱਧ ਕੇ 1,85,000 19,315 ਦੀ ਉੱਥੇ ਮੌਤ ਹੋਈ ਆ। ਤੇ ਇਸੇ ਤਰ੍ਹਾਂ ਇਟਲੀ 1,69,000 ਤੇ 22,000 ਨੂੰ ਅੰਕੜਾ ਇਹਨਾਂ ਦਾ ਪਾਰ ਕੀਤਾ। ਜੇ ਮੈਂ ਫਰਾਂਸ ਦੀ ਗੱਲ ਕਰਾਂ ਇੱਥੇ ਵੀ 18,000 ਲੋਕ ਮਰ ਚੁੱਕੇ ਆ। ਜੇ UK ਦੀ ਗੱਲ ਕਰਾਂ ਤੇ ਇੱਥੇ ਵੀ 14,576 ਲੋਕ ਮਰ ਚੁੱਕੇ ਆ। ਤੇ ਜੇ ਚਾਈਨਾ ਦੀ ਗੱਲ ਕੀਤੀ ਜਾਵੇ ਤਾਂ ਚੰਦੀ ਸਾਹਿਬ ਜਿੱਥੇ ਇਹਨਾਂ ਦਾ ਅੰਕੜਾ ਉੱਥੇ ਹੀ ਖੜਾ ਸੀ ਤਾਂ ਹੁਣ ਥੋੜੀ ਹਿਲਜੁਲ ਹੋਈ ਆ ਜੀ। ਜਿਹੜੀ ਹੁਣ ਮਰਨ ਵਾਲਿਆਂ ਦੀ ਗਿਣਤੀ ਹੈ 4632 ਹੋਈ ਆ। ਇਹਦੇ ਵਿੱਚ ਨਵੇਂ 1290 ਲੋਕ ਨਵੇਂ ਮਰੇ ਆ ਜੀ ਹੁਣ ਇਹ ਨਾ ਜੀ। ਇਹਦੇ ਵਿੱਚ ਆਈ ਡੋਨਟ ਨੋ ਕਿਵੇਂ ਹੁਣ ਜਿਵੇਂ ਡੋਨਲਡ ਟਰੰਪ ਨੇ WHO ਨੂੰ ਫੰਡਿੰਗ ਬੰਦ ਕੀਤੀ ਆ ਤੇ ਉਦੋਂ ਹਿਲਜੁਲ ਹੋਈ ਆ। ਇੱਥੇ ਤਾਂ ਹੁਣ ਜਿਸ ਤਰ੍ਹਾਂ ਮੈਂ ਆਪਣੇ ਹਿਸਾਬ ਨਾਲ ਦੇਖਾਂ ਤਾਂ ਕੁਛ ਹੇਰਾਫੇਰੀ ਜਿਵੇਂ ਸਾਰਾ ਕੁਝ ਸੋਚ ਰਹੇ ਆ, ਇੱਥੇ ਤਾਂ ਸਿੱਧੀ ਝਲਕ ਰਹੀ ਹੈ ਜੀ ਹਨਾ। ਤੇ ਜਿਹੜੇ ਇੱਕਦਮ ਜਿੱਥੇ ਉਹਨਾਂ ਦਾ ਕਿਤੇ 1 ਜਾਂ 2 ਦਿਹਾੜੀ ਦੇ ਮਰਦੇ ਸੀ, ਜੇ ਪਿੱਛੇ ਆਪਾਂ 3-4 ਵੀਕ ਤੋਂ ਹੁਣ ਆਪਾਂ ਦੇਖੀ ਜਾਈਏ ਅਮਰੀਕਾ 'ਚ ਦਿਨੋਂ ਦਿਨ ਕਿੰਨੇ ਵੱਧਦੇ ਆ, ਆਲ ਓਵਰ ਵਰਲਡ 'ਚ ਕਿੰਨੇ ਵੱਧਦੇ ਆ, ਉੱਥੇ ਸਾਰੇ 1-2 ਤਾਂ ਇੱਕਦਮ ਹੀ 1200 ਨਵੇਂ ਜਿਹੜੇ ਕੇਸ 1200 ਨਵੇਂ ਕੇਸ ਹੀ ਆ ਜੀ, 1290 ਲੋਕ ਨਵੇਂ ਮਰੇ ਆ ਜੀ ਉੱਥੇ ਹਨਾ। ਬਾਕੀ ਕੈਨੇਡਾ ਦੀ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਵੀ 30,106 ਕੇਸ ਹੋ ਗਏ ਆ ਜੀ, 1195 ਲੋਕ ਉੱਥੇ ਮਰ ਗਏ ਆ। ਤੇ ਇੰਡੀਆ ਦੇ ਵਿੱਚ 13,835 ਤੇ 452 ਲੋਕ ਚੰਦੀ ਸਾਹਿਬ ਉੱਥੇ ਵੀ ਮਰ ਗਏ ਆ ਜੀ। ਹਰਜਿੰਦਰ ਸਿੰਘ ਜੀ, ਇੱਕ ਸਵਾਲ ਆਇਆ ਸੀਗਾ ਮੈਨੂੰ ਵੀ, ਜਿਹੜੇ ਨਵੇਂ ਸਟੂਡੈਂਟ ਆਏ ਆ ਜਿਨ੍ਹਾਂ ਦੀਆਂ ਕਲਾਸਾਂ ਹਾਲੇ ਸਟਾਰਟ ਨਹੀਂ ਹੋਈਆਂ ਜਾਂ ਉਹਨਾਂ ਨੇ ਕਿਸੇ ਨੇ 5 ਘੰਟੇ ਕੰਮ ਕੀਤਾ, ਕਿਸੇ ਨੇ 10 ਘੰਟੇ ਕੰਮ ਕੀਤਾ, ਕੈਨੇਡਾ ਗੌਰਮੈਂਟ ਉਹਨਾਂ ਨੂੰ ਵੀ $2,000 ਦੇਊਗੀ ਕਿਉਂਕਿ ਬੜੇ ਭੁਲੇਖੇ ਆ ਜੀ, ਉਹ ਵੀ ਅਪਲਾਈ ਕਰ ਰਹੇ ਆ। ਸ਼ਾਇਦ ਇਹ ਵੀ ਸੁਣਿਆ ਜੀ ਕਹਿੰਦੇ ਉਹਨਾਂ ਨੂੰ 22% ਵਾਪਸ ਦੇਣਾ ਪੈਣਾ ਜੇ ਉਹ, ਕਿਉਂਕਿ ਇਹ ਕ੍ਰਾਈਮ ਆ, ਤੁਸੀਂ ਗੌਰਮੈਂਟ ਦੇ ਨਾਲ ਕਰ ਰਹੇ। ਕੋਈ ਹੈ ਤੁਹਾਡੇ ਕੋਲ ਇਹਦੇ ਬਾਰੇ ਜਾਣਕਾਰੀ? ਬਾਕੀ ਚੰਦੀ ਸਾਹਿਬ ਜਿਹੜੀ ਤੁਸੀਂ ਕ੍ਰਾਈਮ ਦੀ ਗੱਲ ਕੀਤੀ ਹੈ, ਕ੍ਰਾਈਮ ਤਾਂ ਕੋਈ ਵੀ ਕਰੇ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਹੁੰਦੀ ਵੀ ਹੈ ਜੀ। ਇਕੱਲੀ ਇਹ ਸਟੂਡੈਂਟ ਦੀ ਗੱਲ ਨਹੀਂ ਗੀ। ਬਾਕੀ ਜਿਹੜੀ ਤੁਸੀਂ ਸਟੂਡੈਂਟ ਨੇ ਕਿਹਾ ਹੈ ਕਿ ਜਿਹੜੇ ਹੁਣ 2020 ਦੇ ਵਿੱਚ ਨਵੇਂ ਸਟੂਡੈਂਟ ਆਏ ਆ, ਜੇ ਉਹਨਾਂ ਨੇ ਕੰਮ 10-12 ਘੰਟੇ ਕੰਮ ਕੀਤਾ ਤੇ ਉਹਨਾਂ ਨੂੰ ਕੋਈ ਮਿਲੂਗਾ। ਐਕਚੁਅਲੀ ਜਿਹੜੀ ਗੱਲ ਹੁਣ ਹੋ ਰਹੀ ਹੈ 2019 ਦੀ ਗੱਲ ਉਹ ਕਰ ਰਹੇ ਆ ਕਿ 15 ਸਾਲ ਉਮਰ ਹੋਣੀ ਚਾਹੀਦੀ ਹੈ ਤੇ 5,000 ਤੱਕ ਤੁਸੀਂ ਬਣਾਇਆ ਹੋਣਾ ਚਾਹੀਦਾ ਜੀ ਹੈ ਨਾ। ਚਾਹੇ ਉਹਦੇ ਵਿੱਚ ਤੁਸੀਂ ਪਾਰਟ ਟਾਈਮ ਡਰਾਈਵਰ ਸੀ, ਚਾਹੇ ਤੁਸੀਂ ਫੁੱਲ ਟਾਈਮ ਡਰਾਈਵਰ ਸੀ, ਉਹਨਾਂ ਨੇ ਮਿਨੀਮਮ ਜਿਹੜਾ ਦੇਖਣਾ ਉਹ 5,000 ਆ। ਤੇ ਜੇ ਤਾਂ ਮੈਂ ਆਪਣੇ, ਕਿਉਂਕਿ ਜੇ ਤੁਸੀਂ ਇਹ ਸਵਾਲ ਤੁਸੀਂ CRA ਨੂੰ ਵੀ ਪੁੱਛੋ, ਈਵਨ ਜਿਨ੍ਹਾਂ ਨੇ ਹੁਣ ਜਸਟਿਨ ਟਰੂਡੋ ਨੂੰ ਵੀ ਪੁੱਛੋ ਜਾਂ ਤੁਸੀਂ ਕਿਸੇ ਨੂੰ ਵੀ ਪੁੱਛੋ, ਇਹਦਾ ਜਵਾਬ ਕਿਸੇ ਤੋਂ ਵੀ ਹੈ ਨੀ ਗਾ ਜੀ ਹੈ ਨਾ।
ਤੇ ਇਹ ਬੈਟਰ ਈਵਨ ਮੈਂ ਕਹਿਣ ਲੱਗਾ ਸੀ ਕਿ ਤੁਸੀਂ ਆਪਣੇ ਅਕਾਊਂਟੈਂਟ ਤੋਂ ਪੁੱਛੋ। ਅਕਾਊਂਟੈਂਟ ਤੋਂ ਵੀ ਜੇ ਤੁਸੀਂ ਫੋਨ ਕਰਕੇ ਪੁੱਛਦੇ ਆ, ਅਕਾਊਂਟੈਂਟ ਹੀ ਡਜ਼ਨਟ ਨੋ ਐਨੀਥਿੰਗ, ਉਹ ਵੀ CRA ਨੂੰ ਫੋਨ ਕਰਦੇ ਆ ਜੀ, ਘੰਟਾ 4-4 ਘੰਟੇ ਲਾਈਨ ਦੇ ਵਿੱਚ ਲੱਗ ਕੇ, ਤਾਂ ਉਹ CRA ਨੂੰ ਵੀ ਉਹਦਾ ਪਤਾ ਨਹੀਂ। ਬਾਕੀ ਮੈਂ ਆਪਣੀ ਬੁੱਧੀ ਦੇ ਮੁਤਾਬਕ ਤੁਹਾਨੂੰ ਆਨਸਰ ਇਹਦਾ ਦੇ ਸਕਦਾ ਕਿ ਮੇਰੇ ਹਿਸਾਬ ਨਾਲ ਉਹ ਨਹੀਂ ਅਪਲਾਈ ਕਰ ਸਕਦੇ ਜੀ। ਇਸ ਤਰ੍ਹਾਂ ਦਾ ਜੇ ਮੰਨ ਲਓ ਕਿ ਉਹ ਅਪਲਾਈ ਕਰ ਸਕਦੇ ਹੋਣ, ਕਿਸੇ ਨੇ 10 ਘੰਟੇ ਕੰਮ ਕੀਤਾ 5, ਇੱਥੇ ਕਿੰਨੇ ਸਾਰੇ ਬਿਜ਼ਨਸ ਹੈ ਜੀ, ਉਹਨਾਂ ਨੂੰ ਵੈਸੇ ਹੀ ਸ਼ੋਅ ਕਰ ਦਿੱਤਾ ਜਾਵੇ ਇਹਨੇ ਸਾਡੇ 10 ਘੰਟੇ ਕੰਮ ਕੀਤਾ ਜੀ। ਇਹ ਡੀਲ ਬਣਾ ਕੇ ਜੇ 4 ਮਹੀਨੇ ਦਾ 8000 ਆਉਣਾ, 2000 ਤੂੰ ਲਈ 6000 ਅਸੀਂ ਰੱਖਾਂਗੇ ਜਾਂ ਅੱਧੋ ਅੱਧ, ਇਹ ਤਾਂ ਮਿਸਯੂਜ਼ਿੰਗ ਸਿਸਟਮ ਬਹੁਤ ਹੋਊਗਾ। ਮੇਰੇ ਹਿਸਾਬ ਦੇ ਨਾਲ ਜਿਹੜੀ ਜਿੰਨੀ ਕੁ ਮੇਰੀ ਨੌਲੇਜ ਹੈਗੀ ਆ, ਉਹ ਅਪਲਾਈ ਨਹੀਂ ਕਰ ਸਕਦੇ ਚੰਦੀ ਸਾਹਿਬ ਜੀ। ਬਿਲਕੁਲ ਜੀ, $10,000 ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੁੰਦਾ ਜੀ GIC ਦਾ। ਇਹ ਲੋੜਵੰਦ ਵਾਸਤੇ ਜਿਹੜੇ ਨਵੇਂ ਆਏ ਉਹਨਾਂ ਲਈ ਬਿਲਕੁਲ ਨਹੀਂ ਹੈਗੀ। ਇਦਾਂ ਦੀ ਗਲਤੀ ਨਾ ਕਰਿਓ ਕਿਉਂਕਿ ਤੁਹਾਨੂੰ ਸ਼ਾਇਦ 22% ਦੁਆਰਾ ਵਾਪਸ ਦੇਣਾ ਪੈਣਾ, ਬਹੁਤ ਵੱਡੀਆਂ ਪੈਨਲਟੀਆਂ ਪੈਣੀਆਂ ਜੀ, ਤੇ ਫਿਰ ਤੁਸੀਂ ਚੀਕਣਾ ਵੀ ਆ ਤੇ ਸ਼ਾਇਦ ਫਰਾਡ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ, ਕਿਉਂਕਿ ਕ੍ਰਾਈਮ ਆ ਤੇ ਗਵਰਨਮੈਂਟ ਦੇ ਨਾਲ ਤੁਸੀਂ ਧੋਖਾ ਕਰ ਰਹੇ ਹੋ। ਧੰਨਵਾਦ ਜੀ ਤੁਹਾਡਾ ਜੀ। ਹੋਰ ਕੁਝ ਰਹਿੰਦੀ ਜੀ ਅਪਡੇਟ? ਹਾਂਜੀ ਚੰਦੀ ਸਾਹਿਬ, ਇੱਕ ਆਪਣੇ ਭੈਣ ਜੀ ਇੱਥੇ ਅਮਰੀਕਾ ਤੋਂ ਕਾਲ ਕਰਦੇ ਹੁੰਦੇ ਆ। ਪਹਿਲਾਂ ਤਾਂ ਚਲੋ ਜੀ ਤਾਰੀਫ ਕਰਦੇ ਆ, ਬੜਾ ਧੰਨਵਾਦ ਜੀ ਆ ਜੀ। ਦੂਸਰੀ ਗੱਲ, ਉਹਨਾਂ ਨੇ CDC ਦੀ ਗੱਲ ਕੀਤੀ ਸੀਗੀ। ਉਹਨਾਂ ਨੇ ਕਿਹਾ ਸੀਗਾ CDC ਅੰਡਰਲਾਈਨ ਕੰਡੀਸ਼ਨ ਦਾ ਵੀ ਥੋੜਾ ਦੱਸਿਆ ਜਾਵੇ। ਚਲੋ ਜੀ, ਕਿਉਂਕਿ ਸਾਡੇ ਕੋਲ ਚੰਦੀ ਸਾਹਿਬ ਨਿਊਜ਼ ਤਾਂ ਮੇਰੇ ਕੋਲ ਬਹੁਤ ਹੁੰਦੀ ਹੈ ਜੀ। ਨਿਊਜ਼ ਜੇ ਮੈਂ ਕਵਰ ਕਰਨ ਲੱਗਾ ਤਾਂ ਤਿਆਰਾ ਪੂਰਾ 1.5 ਘੰਟਾ ਮੈਨੂੰ ਚਾਹੀਦਾ, ਕਿਉਂਕਿ ਖਬਰ ਅਸੀਂ ਉਹ ਵੀ ਪੇਸ਼ ਕਰਦੇ ਹਾਂ ਕਿ ਜਿਹੜੀ ਜ਼ਿਆਦਾ ਜ਼ਰੂਰੀ ਹੋਵੇ, ਜਿਹੜੀ ਲੋਕ ਸੁਣਨੀ ਵੀ ਚਾਹੁੰਦੇ ਆ ਜਾਂ ਲੋਕ ਜਿਸ ਤਰ੍ਹਾਂ। ਜੇ ਹੁਣ ਇਹ ਭੈਣ ਜੀ, ਹੁਣ ਜਿਹੜਾ ਇਹਨਾਂ ਨੇ CDC ਦਾ, ਬਹੁਤ ਸਾਰੇ ਲੋਕਾਂ ਨੂੰ CDC ਦਾ ਵੀ ਨਹੀਂ ਪਤਾ ਹੋਣਾ, ਕਿਉਂਕਿ ਭੈਣ ਜੀ ਵੀ ਨਿਊਜ਼ ਨਾਲ ਕਾਫੀ ਟੱਚ ਰਹਿੰਦੇ ਲੱਗਦੇ ਆ, ਬੜੀ ਬਰੀਕੀ ਦੇ ਨਾਲ ਖਬਰ ਦੀ ਤਹਿ ਤੱਕ ਜਾਂਦੇ ਆ। ਮੈਂ CDC ਦੱਸਦਾ ਜੀ, ਇਹ ਇੱਕ ਬੇਸਡ ਇਨ ਅਟਲਾਂਟਾ ਜਾਰਜੀਆ ਦੇ ਵਿੱਚ ਆ। CDC ਦੀ ਜਿਹੜੀ ਆ, ਮੈਂ ਮੈਡੀਕਲ ਡੈਫੀਨੇਸ਼ਨ ਤੁਹਾਨੂੰ ਡਾਕਟਰ ਸਾਹਿਬ ਚੰਦੀ ਸਾਹਿਬ ਦੱਸ ਦਿੰਦਾ ਆ ਕਿ ਇਹ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਆ ਜੀ। ਜਿਹੜੀ ਉਹਨਾਂ ਨੇ ਅੰਡਰਲਾਈਨ ਦੀ ਗੱਲ ਕੀਤੀ ਸੀ CDC ਅੰਡਰਲਾਈਨ ਕੰਡੀਸ਼ਨ ਦੇ ਵਿੱਚ, ਜਿਹੜੇ ਕਰੋਨਾ ਵਾਇਰਸ ਨਾਲ ਲੋਕ ਮਰਦੇ ਆ, ਉਹਦੇ ਵਿੱਚ ਜੇ ਮੈਂ 2-3 ਸਟੇਟਸ ਦੀ ਗੱਲ ਕਰਕੇ ਫਿਰ ਮੈਂ ਆਲ ਓਵਰ ਅਮਰੀਕਾ ਦੀ ਗੱਲ ਕਰ ਦੂੰਗਾ ਚੰਦੀ ਸਾਹਿਬ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਟੌਪ ਅੰਡਰਲਾਈਨ ਹੈਲਥ ਕੰਡੀਸ਼ਨ ਜਿਹੜੇ COVID-19 ਦੇ ਪੇਸ਼ੈਂਟ ਆ, ਉਹਨਾਂ ਨੂੰ ਜਿਹੜੇ 59.8 ਜਿਹੜੇ ਹਾਈਪਰਟੈਂਸ਼ਨ ਇਹ ਪ੍ਰੋਬਲਮ ਹੁੰਦੀ ਆ, ਤੇ 38.1 ਜਿਹੜੇ, ਇਹ ਮੈਂ ਲੁਧਿਆਣਾ ਸਟੇਟ ਦੀ ਤੁਹਾਨੂੰ ਚੰਦੀ ਸਾਹਿਬ ਦੱਸ ਰਿਹਾ ਜੀ। 59.8 ਜਿਹੜੇ ਹਾਈਪਰਟੈਂਸ਼ਨ, ਤੇ ਜਿਹੜੇ ਡਾਇਬੀਟੀਜ਼ ਆ 38.1 ਤੇ ਓਬਜ਼ਾਈਟੀ ਜਿਹੜੀ ਆ 22.3, ਜਿਹੜੇ ਆਪਣੇ ਕਰੋਨਿਕ ਕਿਡਨੀ ਡਿਜ਼ੀਜ਼ ਆ ਉਹ 22.5 ਜੀ। ਜੇ ਇਸੇ ਤਰ੍ਹਾਂ ਮੈਂ ਨਿਊਯਾਰਕ ਦੀ ਗੱਲ ਕਰਾਂ ਜੀ, ਨਿਊਯਾਰਕ ਦੇ ਵਿੱਚ ਹੀ ਇਦਾਂ ਜਿਹੜੀ ਆ ਥੋੜੀ ਜਿਹੀ ਸਥਿਤੀ ਉਹਦੇ ਨਾਲੋਂ ਬੈਟਰ ਆ ਜਾਂਦੀ ਹੈ। ਜਾਂ ਹਾਈਪਰਟੈਂਸ਼ਨ ਦੀ 56.7, ਜਿਹੜੇ ਡਾਇਬੀਟੀਜ਼ ਆ ਜੀ 37.5, ਤੇ ਬਾਕੀ ਜਿਹੜੇ ਕਰੋਨਰੀ ਆਰਟਰੀ ਡਿਜ਼ੀਜ਼ ਆ 12.3, ਜਿਹੜੇ ਹਾਈਪਰਲਿਪੀਡੀਮੀਆ ਜੀ 19.8। ਇਹ ਮਤਲਬ ਕਿ ਠੀਕ ਹੈ ਜੀ, ਇੱਕ ਕਰੋਨਾ ਵਾਇਰਸ ਦੀ ਤਾਂ ਬਿਮਾਰੀ ਆਉਂਦੀ ਆ, ਤੇ ਪਲੱਸ ਉਹਨਾਂ ਨੂੰ ਇਹ ਚੀਜ਼ਾਂ ਹੁੰਦੀਆਂ, ਤੇ ਜਦੋਂ ਫਿਰ ਸਾਰਾ ਕੁਝ ਚੰਦੀ ਸਾਹਿਬ ਇਕੱਠਾ ਹੋ ਜਾਂਦਾ, ਉਦੋਂ ਫਿਰ ਉਹ ਜਿਹੜੇ ਓਵਰਏਜ ਲੋਕ ਆ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਉਹਨਾਂ ਦੀ ਡੈਥ ਵੀ ਚੰਦੀ ਸਾਹਿਬ ਜ਼ਿਆਦਾ ਹੁੰਦੀ ਆ। ਜੇ ਮੈਂ ਹੁਣ ਨਿਊ ਜਰਸੀ ਦੀ ਗੱਲ ਕਰਾਂ, ਨਿਊ ਜਰਸੀ ਦੇ ਵਿੱਚ ਜਿੱਦਾਂ ਕਾਰਡੀਓਵੈਸਕੁਲਰ ਡਿਜ਼ੀਜ਼ ਜਿਹੜਾ 20%, ਤੇ ਡਾਇਬੀਟੀਜ਼ ਉੱਥੇ ਘਟ ਕੇ ਜੀ 12% ਰਹਿ ਗਈ ਹੈ, ਜਿਵੇਂ ਨਿਊਯਾਰਕ ਦੇ ਵਿੱਚ ਆਲਮੋਸਟ 38% ਸੀ। ਇਸੇ ਤਰ੍ਹਾਂ ਕਰੋਨਿਕ ਰੈਂਟਲ ਡਿਜ਼ੀਜ਼ ਜਿਹੜਾ 7% ਆ, ਜਾਂ ਐਜ਼ਮਾ ਜਿਹੜੇ 8% ਆ। ਜੇ ਮੈਂ ਇਹ ਚੰਦੀ ਸਾਹਿਬ ਪੂਰੇ ਓਵਰਆਲ ਦੀ ਗੱਲ ਕਰਾਂ, ਓਵਰਆਲ 1 or more ਅੰਡਰਲਾਈਨ ਕੰਡੀਸ਼ਨ, ਜੇ ਇਹ ਚੰਦੀ ਸਾਹਿਬ ਇਹ ਮੈਂ 100% ਦੀ ਨਹੀਂ ਗੱਲ ਕਰ ਰਿਹਾ, ਇਹ 90% ਦਾ ਜਿਹੜੀ ਹੈਗੀ ਆ ਇਹ ਗੱਲ ਕਰ ਰਹੀ ਆ CDC। ਉਹਦੇ ਵਿੱਚ ਜਿਹੜੇ 90% ਆ, ਉਹਦੇ ਵਿੱਚ ਜਿਹੜੇ ਹਾਈਪਰਟੈਂਸ਼ਨ 49.7% ਆ, ਐਂਜ਼ਾਈਟੀ ਜਿਹੜੇ ਆ 48.3 ਆ ਜੀ, ਤੇ ਕਰੋਨਿਕ ਲੰਗ ਡਿਸੀਜ਼ ਜਿਹੜੇ ਆ 34.6 ਆ, ਡਾਇਬੀਟੀਜ਼ 28.3 ਆ, ਕਾਰਡੀਓਵਾਸਕੂਲਰ ਡਿਜ਼ੀਜ਼ ਜਿਹੜਾ 27.8 ਹੈ ਜੀ। ਇਹਨਾਂ ਦੇ ਨਾਲ ਆਲਰੇਡੀ ਲੋਕ ਇਹਨਾਂ ਨਾਲ ਪੀੜਤ ਆ, ਪਲੱਸ ਉਹਨਾਂ ਨੂੰ ਕਰੋਨਾ ਵਾਇਰਸ ਆ ਜਾਂਦਾ, ਉਹ ਵੀ ਪ੍ਰੋਬਲਮ ਚੰਦੀ ਸਾਹਿਬ ਹੋਰ ਵੱਧ ਜਾਂਦੀ ਹੈ ਜੀ, ਹੈ ਨਾ। ਬਾਕੀ ਚੰਦੀ ਸਾਹਿਬ ਮੈਂ ਥੋੜਾ ਜਿਹਾ ਤੁਹਾਡਾ ਅੱਜ ਟਾਈਮ ਵੀ ਜ਼ਿਆਦਾ ਲੈ ਲਿਆ, ਤੇ ਮੈਂ ਇੱਕ ਤੁਹਾਨੂੰ ਜਿਹੜੀ ਗੱਲ ਢਿੱਲੋਂ ਸਾਹਿਬ ਵੀ ਪਹਿਲਾਂ ਨਿਊਜ਼ ਦੇ ਵਿੱਚ ਕਹਿ ਗਏ ਸੀ ਕਿ ਪੁਲਿਸ ਵਾਲੇ ਸਾਰੇ ਚੰਗੇ ਵੀ ਨਹੀਂ ਹੁੰਦੇ, ਮਾੜੇ ਵੀ ਨਹੀਂ ਹੁੰਦੇ, ਜਾਂ ਜਿਹੜੀਆਂ ਆਪਣੀਆਂ 2-3 ਦਿਨ ਦੀਆਂ ਪਹਿਲਾਂ ਨਿਊਜ਼ ਵੀ ਚੱਲ ਰਹੀਆਂ, ਜਿੱਦਾਂ ਪੁਲਿਸ ਤੇ ਅਟੈਕ ਹੋਇਆ ਉਹਦਾ ਹੱਥ ਵੱਢਿਆ ਗਿਆ ਜੀ। ਚੰਦੀ ਸਾਹਿਬ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਵੀ ਇੱਥੇ ਕੈਨੇਡਾ 'ਚ ਰਹਿੰਦੇ ਨੂੰ 30-32 ਸਾਲ ਹੋ ਗਏ ਆ। 97 ਦੇ ਵਿੱਚ ਮੈਂ ਇੰਡੀਆ ਗਿਆ ਸੀ ਵਿਆਹ ਕਰਾਉਣ ਲਈ, ਹੈ ਨਾ ਜੀ। ਵਿਆਹ ਤੇ ਚਲੋ ਮੈਂ 98 ਵਿੱਚ ਕਰਾਇਆ, ਤੇ ਮੈਂ ਭੋਗਪੁਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ, ਕਿਉਂਕਿ ਮੈਂ ਇੱਥੇ ਕਾਫੀ ਸਮਾਂ ਰਹਿ ਕੇ
ਤਾਂ ਮੈਂ ਜਦੋਂ ਉੱਥੇ ਇੰਡੀਆ ਗਿਆ ਸੀ, ਇੱਥੇ ਦੇ ਹਿਸਾਬ ਨਾਲ ਆਪਣੀਆਂ ਦਿਨੇ ਵੀ ਲਾਈਟਾਂ ਜਗਦੀਆਂ ਨੇ ਜੀ, ਤੇ ਮੈਂ ਉੱਥੇ ਧੁੰਦ ਪਈ ਸੀ, ਲਾਈਟਾਂ ਮੇਰੀਆਂ ਚੱਲਣ ਡਈਆਂ, ਤੇ ਜਦੋਂ ਮੈਂ ਭੂਪਰ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ, ਰਸਤੇ ਵਿੱਚ ਮੈਨੂੰ ਪੁਲਿਸ ਵਾਲਿਆਂ ਨੇ ਰੋਕਿਆ ਜੀ। ਤੇ ਚਲੋ ਜੀ, ਰੁਕਦੇ ਰੁਕਦੇ ਥੋੜਾ ਟਾਈਮ ਲੱਗਾ, ਤੇ ਮੈਂ ਜਿਵੇਂ ਇੱਥੇ ਆ ਆਪਾਂ ਨੂੰ ਗੱਡੀ ਚੋਂ ਬਾਹਰ ਨਹੀਂ ਨਿਕਲਣਾ, ਮੈਂ ਗੱਡੀ ਵਿੱਚ ਬੈਠਾ ਰਿਹਾ। ਤੇ ਜਦੋਂ ਉੱਥੇ ਪੁਲਿਸ ਵਾਲਾ ਆਇਆ ਤੇ ਮੈਂ ਸ਼ੀਸ਼ੇ ਖੋਲੇ ਤਾਂ ਮੈਨੂੰ ਅੱਗੇ ਉਹਨੇ ਪਤਾ ਕੀ ਕਿਹਾ ਜੀ, ਕਹਿੰਦਾ ਮੈਂ ਨਾ ਕਿਹਾ ਵੀ ਜਿਹੜਾ ਦਿਨੇ ਹੀ ਲਾਈਟਾਂ ਜਗਾਈ ਜਾਂਦਾ ਵੀ ਕਿਹੜਾ ਆਫੀਸਰ ਜਾ ਰਿਹਾ ਜੀ, ਹਨਾ ਕਿਹੜਾ ਹਨਾ। ਮੈਂ ਵੀ ਹੱਸ ਕੇ ਉਹਨੂੰ ਟਾਲਿਆ ਜੀ, ਮੈਂ ਕਿਹਾ ਵੀ ਅਸੀਂ ਕਿਹੜੇ ਕਿਸੇ ਮਿਨਿਸਟਰ ਤੋਂ ਘੱਟ ਆ ਜੀ, ਜਿੱਦਾਂ ਉਹਨਾਂ ਨੇ ਕਿਹਾ ਜੀ। ਮੈਂ ਕਿਹਾ ਵੀ ਕਿਹੜਾ ਮਿਨਿਸਟਰ ਜਾ ਰਿਹਾ ਹਨਾ। ਤੇ ਚਲੋ ਜੀ, ਮੈਂ ਗੱਡੀ 'ਚ ਬੈਠਿਆ ਤੇ ਮੈਂ ਕਿਹਾ ਵੀ ਮੇਰੇ ਕੋਲ ਹੁਣ ਪੇਪਰ ਮੰਗੂ ਤਾਂ ਮੈਂ ਪੇਪਰ ਦਊਂਗਾ ਜੀ। ਅਗਲਾ ਉਹਨਾਂ ਨੇ ਮੈਨੂੰ ਸਵਾਲ ਪਤਾ ਕੀ ਅੱਗੇ ਕੀਤਾ ਜੀ, ਤੇ ਬੋਲਦੇ ਤੇ ਟੇਢੇ, ਕਹਿੰਦਾ ਵੀ ਉਤਰਦਾ ਕਿ ਪੌੜੀ ਲਾਵਾਂ ਜੀ। ਮੈਂ ਕਿਹਾ ਜੀ ਜੇ ਪੌੜੀ ਹੈਗੀ ਆ ਤਾਂ ਦੇ ਦਿਓ, ਮੈਨੂੰ ਥੋੜਾ ਈਜ਼ੀ ਹੋ ਜੀ ਉਤਰਨਾ ਜੀ। ਤੇ ਚਲੋ ਜੀ, ਮੈਂ ਗੱਲ ਆਪਣੀ ਹੱਸ ਕੇ ਟਾਲੀ ਆ, ਤਾਂ ਉਹਨੇ ਪੇਪਰ ਮੰਗੇ, ਮੈਂ ਦਿਖਾਏ, ਪੇਪਰ ਪੂਰੇ ਸੀ। ਮੈਂ ਜਾਣ ਦਿੱਤਾ ਜੇ ਉੱਥੇ ਹੀ ਮੈਂ ਉਹਨਾਂ ਨਾਲ ਅਲਝਾ ਲੈਂਦਾ, ਲੜਾਈ ਹੋ ਜਾਂਦੀ, ਕਿਉਂਕਿ ਆਹ ਜਿਹੜੀਆਂ ਗੱਲਾਂ ਪੁਲਿਸ ਨੇ ਮੈਨੂੰ ਕਹੀਆਂ, ਇਹਦਾ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗਣਾ। ਜੋ ਕੁਝ ਮੈਂ ਕਿਹਾ ਜਾਂ ਮੈਂ ਅਟੈਕ ਕਰਦਾ ਜਾਂ ਕੁਝ ਕਰਦਾ, ਉਹ ਸਾਰਾ ਕੁਝ ਬਾਹਰ ਆ ਜਾਣਾ ਸੀ। ਇਹ ਤਾਂ ਜੀ ਸੇਫਟੀ ਆਪਣੇ ਵਿੱਚ ਹੀ ਆ ਜੀ। ਜੇ ਆਪਣੇ ਇੱਧਰੋਂ ਵੀ ਲੋਕ ਬਾਹਰ ਨੂੰ ਜਾਂਦੇ ਆ, ਜੇ ਇਹੋ ਜਿਹਾ ਕੋਈ ਸਿਚੁਏਸ਼ਨ ਹੁੰਦਾ ਤੇ ਗੱਲ ਨੂੰ ਜਿਹੜਾ ਟਾਲਿਆ ਜਾਵੇ ਜੀ। ਇਹ ਤਾਂ ਬਾਕੀ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਜੀ। ਜੀ, ਹਾਂਜੀ, ਧੰਨਵਾਦ ਚੰਦੀ ਸਾਹਿਬ, ਧੰਨਵਾਦ ਜੀ ਇੰਨੀ ਭਰਪੂਰ ਜਾਣਕਾਰੀ ਦੇਣ ਲਈ। ਸੇਮ ਟੂ ਯੂ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਹਰਜਿੰਦਰ ਸਿੰਘ ਧਰੋਆ ਨੇ ਅੱਜ ਭੈਣ ਜੀ ਹੁਣਾਂ ਨੇ ਸਪੈਸ਼ਲ ਕਿਹਾ ਸੀ, ਉਹ ਪੂਰੀ ਤਿਆਰੀ ਕਰਕੇ ਆਏ ਸੀ ਦੱਸਣ ਬਾਰੇ। ਹਾਲੇ ਹੋਰ ਬਹੁਤ ਜ਼ਿਆਦੀਆਂ ਖਬਰਾਂ ਸੀਗੀਆਂ, ਤਾਂ ਆਪਾਂ ਹੁਣ ਕਾਲਰ ਨਾਲ ਜੁੜਦੇ ਹਾਂ ਜੀ। ਢਿੱਲੋਂ ਸਾਹਿਬ ਹੁਣ ਕੋਲੋਂ ਜਵਾਬ ਲੈਣਗੇ, ਕਾਫੀ ਲੰਮੇ ਸਮੇਂ ਤੋਂ ਹੋਲਡ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਭਾਈ ਜਿੱਦਾਂ ਭਾਜੀ ਆ ਪਟਿਆਲੇ ਵਾਲਾ ਨੰਗਾ ਦਾ ਮਸਲਾ ਹੋਇਆ, ਇਹਦੇ ਨਾਲ ਹੀ ਆ ਜਿੱਦਾਂ ਭਾਜੀ ਤੋਂ ਪੁੱਛਣਾ ਸੀਗਾ, ਚਿੱਠੀ ਲੈਣੀ ਸੀਗੀ ਜੀ। ਭਾਈ ਜਿੱਦਾਂ ਸਿੱਧੂ ਸਾਹਿਬ ਜਿਹੜੇ ਆਪਣੇ ਅਫਸਰ ਆ ਪੁਲਿਸ ਦੇ, ਉਹਨਾਂ ਨੇ ਵੀ ਕਿਹਾ ਵੀ ਇਹ ਗੁੰਡੇ ਆ ਜਾਣੀ ਕਿ ਨੰਗਾ ਦੀ ਵਰਦੀ ਦੇ ਵਿੱਚ ਜੀ, ਕਾਰਾਂ ਦੇ ਵਿੱਚ। ਤੇ ਕੁਝ ਜਥੇਬੰਦੀਆਂ ਨੇ ਵੀ ਕਿਹਾ, ਬੁੱਢਾ ਦਲ ਹੋਰ ਵੀ, ਤੇ ਇੱਕ ਅੱਧੇ ਨੇ ਕਿਹਾ ਜਿਹੜੇ ਹੱਕ 'ਚ ਤੇ ਮਤਲਬ ਮੈਜੋਰਟੀ ਉਹਨਾਂ ਦੇ ਮਤਲਬ ਆਪੋਜੀਟ ਹੀ ਖੜੇ ਹੋਏ ਆ ਨਿਹੰਗਾਂ ਦੀ ਜਥੇਬੰਦੀਆਂ ਨੇ ਵੀ। ਮੇਰਾ ਸਵਾਲ ਇਹ ਆ ਵੀ ਇੱਥੋਂ ਲੱਗਦਾ ਨਹੀਂ ਵੀ ਜਿਹੜਾ ਬੰਦਾ ਲੋਇਲ ਆ ਜਾਂ ਫਿਜ਼ੀਕਲ ਤੌਰ ਤੇ ਸੋਹਣਾ ਬਿਹੇਵ ਕਰਦਾ ਆ, ਉਹ ਕਕਾਰ 5 ਕੱਕੇ ਚਾਹੇ ਪਾ ਲਵੇ ਤੇ ਆਪਣੇ ਗੁਰੂ ਦਾ ਆਪਣੀ ਕੌਮ ਦਾ ਨਾਂ ਵਧੀਆ ਕਰਦਾ ਆ, ਮਤਲਬ ਕਹਿਣ ਦਾ ਮਤਲਬ। ਤੇ ਜਿਹੜਾ ਬੰਦਾ ਗੁੰਡਾ ਆ, ਉਹ ਚਾਹੇ 5 ਕੱਕੇ ਚਾਹੇ ਦੁਕਾਨ ਤੋਂ ਲੈ ਕੇ ਪਾ ਲਵੇ, ਚਾਹੇ ਕਿਸੇ ਮਹਾਂਪੁਰਸ਼ ਤੋਂ ਲੈ ਕੇ ਪਾ ਲਵੇ, ਤੇ ਗੁੰਡਾ ਕਰਦੀ ਹੀ ਕਰਦਾ। ਕਹਿਣ ਦਾ ਮਤਲਬ ਕੱਕਿਆਂ ਨਾਲ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ, ਇੱਕ ਇਹ ਸਵਾਲ ਆ। ਦੂਜਾ ਭਾਜੀ ਇਹ ਕਹਿੰਦੇ ਆ ਵੀ ਜਿੱਦਾਂ ਲਾਡਲੀਆਂ ਫੌਜਾਂ ਗੁਰੂ ਸਾਹਿਬ ਨੇ ਕਿਹਾ ਜੀ, ਤੇ ਆਪਣੇ ਇੱਕ ਦੋ ਵੀਰ ਕਹਿੰਦੇ ਹੁੰਦੇ ਵੀ ਲਾਡਲੀਆਂ ਲੋੜ ਦੀਆਂ ਫੌਜਾਂ, ਜਿਹੜਾ ਲੋੜ ਦੀਆਂ ਜੀ ਜੀ ਕਿਹਾ। ਮਤਲਬ ਉਸਲੇ ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਇੰਨੀਆਂ ਭਾਸ਼ਾ ਆਉਂਦੀ, ਉਸਲੇ ਅੰਗਰੇਜ਼ੀ ਸੀਗੀ, ਉਹਨੂੰ ਅੰਗਰੇਜ਼ੀ ਵੀ ਆਉਂਦੀ ਸੀ ਵੀ ਇਹ ਲੋੜ ਦੀਆਂ ਫੌਜਾਂ। ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ, ਦੇਖੋ ਜੀ, ਗੱਲ ਇਹ ਵੀ ਜਿਹੜੇ ਸਾਡੇ ਕਾਲਰ ਆ ਨਾ, ਕਈ ਵਾਰੀ ਉਹ ਵਿਵਾਦਗ੍ਰਸਤ ਗੱਲਾਂ ਕਰ ਲੈਂਦੇ ਤੇ ਵਿਵਾਦਗ੍ਰਸਤ ਟਿੱਪਣੀਆਂ ਮੈਥੋਂ ਭਾਲਦੇ ਆ ਜੀ। ਮੇਰੀ ਪੱਤਰਕਾਰਤਾ ਹੋਰ ਕਿਸਮ ਦੀ ਹੈ। ਮੇਰੀ ਪੱਤਰਕਾਰਤਾ ਨਾ ਹਿੰਦੂ ਵਾਲੀ ਹੈ, ਨਾ ਮੁਸਲਮਾਨ ਵਾਲੀ ਹੈ, ਨਾ ਸਿੱਖ ਵਾਲੀ ਹੈ ਜੀ। ਇਸ ਵਾਸਤੇ ਮੈਂ ਵੀ ਉਹ ਲਾਡ ਉਦੋਂ ਸੀ ਨਹੀਂ ਸੀ। ਲਾਡ ਤਾਂ ਰੱਬ ਨੂੰ ਕਹਿ ਦਿੰਦੇ। ਕੁਝ ਲੋਕ ਗੁਰੂ ਗੋਬਿੰਦ ਸਿੰਘ ਨੂੰ ਰੱਬ ਮੰਨਦੇ ਆ। ਗੁਰੂ ਗੋਬਿੰਦ ਸਿੰਘ ਨੂੰ ਗੁਰਬਖਸ਼ ਸਿੰਘ ਪ੍ਰੀਤਲੀਟ ਲੜੀ ਦੇ ਪਰਮ ਮਨੁੱਖ ਲਿਖਤਾ ਸੀ, ਉਹਦੇ ਮਗਰ ਡਾਂਗਾ ਚੱਕ ਕੇ ਪੈ ਗਏ ਸੀਗੇ ਸਾਡੇ ਬੰਦੇ ਵੀ, ਤੂੰ ਪਰਮ ਮਨੁੱਖ ਕਿਉਂ ਲਿਖਿਆ। ਤੇ ਜੇ ਆਪਾਂ ਆਪ ਦੇਖੀਏ, ਗੁਰੂ ਸਾਹਿਬ ਆਪ ਕਹਿੰਦੇ ਆ ਮੈਂ ਹਾਂ ਪਰਮ ਪੁਰਖ ਦਾ ਦਾਸਾ ਦੇਖਣ ਆਇਆ ਜਗਤ ਤਮਾਸ਼ਾ। ਇਹ ਬੜੀਆਂ ਗੱਲਾਂ ਹੈ। ਸੋ ਇਹਦੇ ਤੇ ਐਵੇਂ ਖਾਮ ਮੈਨੂੰ ਵਿਵਾਦ ਦੇ ਵਿੱਚ ਨਾ ਪਾਓ ਤੁਸੀਂ। ਇਹ ਤੁਹਾਡੀ ਡਿਬੇਟ ਆਖਦੀ ਹੈ, ਇਹਨੂੰ ਆਪਦੇ ਤੱਕ ਹੀ ਸੀਮਿਤ ਕਰ ਲਓ। ਮੈਂ ਇਹਦੇ ਮਾਮਲੇ 'ਚ ਕੁਝ ਨਹੀਂ ਕਹਿਣਾ। ਔਰ ਮੈਂ ਨਾਲ ਬੇਨਤੀ ਵੀ ਕਰਦਾ ਸਾਡੇ ਕਾਲਰ ਸਾਹਿਬਾਨ ਨੂੰ ਕਿ ਇਹ ਵਿਵਾਦਗ੍ਰਸਤ ਮਾਮਲੇ ਦੇ ਉੱਤੇ ਮੈਂ ਕੁਝ ਨਹੀਂ ਕਹਿਣਾ। ਮੈਂ ਉਹਦੇ ਤੇ ਕੋਈ ਟਿੱਪਣੀ ਨਹੀਂ ਕਰ ਰਹੀ। ਹਾਂ, ਜਿੱਥੇ ਲਾਅ ਐਂਡ ਆਰਡਰ ਦੀ ਮਾਮਲੇ ਦੀ ਆਉਂਦੀ ਹੈ, ਕੋਈ ਚੰਗੀ ਮਾੜੀ ਹੈ, ਉਹ ਮੈਂ ਜ਼ਰੂਰ ਕਰ ਪਾਊਂਗਾ ਜੀ। ਧੰਨਵਾਦ ਜੀ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 7621। ਭਾਈ ਜੀ ਚੰਨੀ ਸਾਹਿਬ ਤੇ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਵੀਰ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਹਾਂ, ਤੇ ਗੱਲ ਇਸ ਤਰ੍ਹਾਂ ਸੀ, ਪੰਜਾਬ ਦੀ ਗੱਲ ਹੋ ਰਹੀ ਸੀ। ਢਿੱਲੋਂ ਸਾਹਿਬ ਨੇ ਬਹੁਤ ਸੋਹਣਾ ਵਿਸਥਾਰ ਨਾਲ ਗੱਲ ਕੀਤੀ ਤੇ ਜਵਾਬ ਵੀ ਬਹੁਤ ਸੋਹਣਾ ਦਿੱਤਾ। ਉਹ ਸਾਡੇ ਬਹੁਤ ਉੱਘੇ ਪੱਤਰਕਾਰ ਨੇ, ਮੈਂ ਵੀ ਇਹਨਾਂ ਦੇ ਇਲਾਕੇ ਦਾ ਹੀ ਹਾਂ ਜੀ। ਤੁਸੀਂ ਇੱਕ ਚੀਜ਼ ਦੇਖੋ ਜੀ, ਪੁਲਿਸ ਦੀ ਤੇ ਗੱਲ ਹੋਈ ਲੀਡਰਾਂ ਦੀ, ਜੇ ਜਾਂ ਦੁੱਧ ਉਹ ਜਾਂ ਮੱਖਣ ਜੀ। ਜੇ ਜੀ ਜਨਤਾ ਉਹ ਜੇ ਲੀਡਰ ਨੇ, ਜੇ ਜੀ ਜਨਤਾ ਉਹ ਜੀ ਪੁਲਿਸ ਹੈ। ਅੱਛਾ, ਜੇ ਅਗਰ ਪੁਲਿਸ ਕੰਟਰੋਲ ਨਾ ਕਰੂਗੀ ਤੇ ਰਾਜਪਤਾ ਫੈਲ ਜੂਗੀ ਪੰਜਾਬ ਦੇ ਵਿੱਚ ਜੀ। ਇਹ ਵੀ ਤੁਹਾਨੂੰ ਗੱਲ ਮੰਨਣੀ ਪੈਣੀ ਹੈ। ਤੇ ਦੂਸਰੀ ਗੱਲ, ਅੱਜ ਜਿਹੜਾ ਪਟਿਆਲੇ 'ਚ ਹੋਇਆ, ਤੁਸੀਂ ਮੈਂ ਕਹਿੰਦਾ ਵੀ ਠੀਕ ਹੈ, ਜਿਹੜਾ ਬਾਣਾ ਹੈ ਗੁਰੂ ਸਾਹਿਬ ਦਾ ਦਿੱਤਾ ਹੋਇਆ ਬਾਣਾ ਹੈ, ਬਾਣੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।
ਜੋ ਘਟਨਾ ਉੱਥੇ ਘਟੀ, ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਕੁਝ ਉਹਨਾਂ ਨੇ ਕੀਤਾ, ਅੱਜ ਉਹ ਪਟਿਆਲੇ ਦੇ ਵਿੱਚ 2 ਆਫੀਸਰ ਨੇ, ਮਨਦੀਪ ਸਿੰਘ ਸੰਧੂ ਤੇ ਜਤਿੰਦਰ ਸਿੰਘ ਔਲਖ, ਦੋਨੋਂ ਧਾਰਮਿਕ ਬੰਦੇ ਨੇ, ਦੋਨੋਂ ਬਹੁਤ ਵਧੀਆ ਆਫੀਸਰ ਨੇ ਪੰਜਾਬ ਦੇ, ਔਰ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਟੈਕਲ ਕੀਤਾ ਉਹਨੂੰ। ਇਮਾਨਦਾਰ ਆਫੀਸਰ ਨੇ, ਢਿੱਲੋਂ ਸਾਹਿਬ ਨੂੰ ਵੀ ਪਤਾ ਹੈ ਜੀ, ਦੋਨੋਂ ਹੀ ਇਹਨਾਂ ਦੇ ਇਲਾਕੇ ਦੇ ਆ, ਮੁਕਤਸਰ ਦੇ ਤੇ ਕੋਟਪੂਰੇ ਦੇ ਨੇ ਦੋਨੋਂ। ਤੇ ਹੁਣ ਜਿਹੜੇ ਕਲਰ ਇੱਥੇ ਬਾਹਰ ਅਸੀਂ ਬੈਠੇ ਹਾਂ, ਅਸੀਂ ਕਹਿੰਦੇ ਜੀ ਉੱਥੇ ਉਹ ਹੋ ਗਿਆ, ਇਹਨੇ ਐਂ ਕਰਤਾ, ਔਰ ਦੋਨੋਂ ਧਾਰਮਿਕ ਨੇ, ਔਰ ਦੋਨੇ ਗੁਰੂ ਘਰ ਜਾਣ ਵਾਲੇ ਆ, ਦੋਨੋਂ ਗੁਰੂ ਦੇ ਸਿੱਖ ਹੈ। ਤੁਸੀਂ ਇੱਕ ਚੀਜ਼ ਦੇਖੋ, ਔਰ ਜੇ ਤੁਸੀਂ ਉਹਨਾਂ ਦੇ ਇਲਾਕੇ 'ਚ ਜਾ ਕੇ ਦੇਖੋ, ਜਿਹੜਾ ਉਹ ਬਲਵਿੰਦਰ ਸਿੰਘ ਹੈ ਉੱਥੇ ਗੁਰੂ ਘਰ 'ਚ ਬੈਠ ਕੇ ਜਿਹਨੇ ਆਸੇ ਪਾਸੇ ਨਾਸੀ ਧੂੰਆਂ ਲੋਕਾਂ ਦੇ ਦਿੱਤਾ, ਦੇਖੋ ਮੈਂ ਵੀ ਅੰਮ੍ਰਿਤਧਾਰੀ, ਜਿਹੜਾ ਉਹਨਾਂ ਨੇ ਉੱਥੇ ਜਾ ਕੇ ਨਾਸੀ ਧੂੰਆਂ ਦਿੱਤਾ, ਜਿਹੜੀਆਂ ਸੰਪਰਦਾਵਾਂ ਐਵੇਂ ਤਾਂ ਨਹੀਂ ਵਿਰੋਧ ਕਰ ਰਹੀਆਂ, ਕੁਝ ਦੇਖ ਕੇ ਕਰ ਰਹੀਆਂ ਜੀ। ਹਾਂਜੀ ਜੀ। ਤੇ ਸੈਕੰਡਲੀ ਪੰਜਾਬ ਇੱਥੇ ਬੈਠੇ ਗਈ ਜਾਂਦੇ ਉੱਥੇ ਆ ਹੋ ਗਿਆ। ਮੈਂ ਕਹਿੰਦਾ ਵੀ ਇੰਡੀਆ ਦੇ ਵਿੱਚ ਜਿੰਨੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਕਰੋਨਾ ਵਾਇਰਸ ਨੂੰ ਕੰਟਰੋਲ ਕੀਤਾ, ਸਾਡੀਆਂ ਕੰਟਰੀਆਂ ਨਹੀਂ ਕਰ ਸਕਦੀਆਂ। ਮੈਂ ਅਮਰੀਕਾ ਦੇ ਵਿੱਚ ਜਲੂਸ ਨਿਕਲ ਗਿਆ ਸਾਡਾ ਜੀ ਜੀ, ਔਰ ਬਹੁਤ ਅਸੀਂ ਭੈੜੇ ਸਮੇਂ ਵਿੱਚ ਵੀ ਲੰਘ ਰਹੇ ਹਾਂ। ਤਾਂ ਤੁਸੀਂ ਇਹਦੇ ਨਾਲ ਤਾਂ ਇੰਡੀਆ ਕਿਤੇ ਬੈਠ ਰਿਹਾ ਜੀ, ਉਹਨਾਂ ਕੋਲ ਰਿਸੋਰਸਿਸ ਵੀ ਹੈ ਨਹੀਂ। ਦੇਖੋ ਉਹਨਾਂ ਨੇ ਫਿਰ ਵੀ ਵਧਣ ਦਿੱਤਾ ਜੀ, ਇੱਕ ਚੀਜ਼ ਦੇਖੋ। ਤੇ ਬਾਕੀ ਢਿੱਲੋਂ ਸਾਹਿਬ ਹੋਰ ਦੱਸੋ ਕਿੱਦਾਂ ਹਾਲਾਤ ਚੱਲ ਰਹੇ ਨੇ? ਅੱਛਾ, ਪੈਸੇ ਦੀ ਗੱਲ ਹੈ, ਬਿਲਗਾ ਸਾਹਿਬ ਜਿਹੜੇ ਸਾਡੇ ਕਰ ਰਹੇ ਨੇ, ਮੈਂ ਬਹੁਤ ਸੋਹਣਾ, ਮੈਂ ਉਹਨਾਂ ਨੂੰ ਪਸੰਦ ਕਰਦਾ, ਕਹਿ ਰਹੇ ਪੈਸਾ ਕਿੱਦਾਂ ਜਾਊ, ਔਰ ਬਾਈ ਜੀ ਬਹੁਤ ਸੋਹਣਾ ਪ੍ਰਬੰਧ ਆ, ਬਹੁਤ ਸੋਹਣਾ ਮੇਰੇ ਹਿਸਾਬ ਨਾਲ ਉਹਨਾਂ ਨੇ ਕੰਟਰੋਲ ਕੀਤਾ। ਇਸ ਬਾਰੇ ਢਿੱਲੋਂ ਸਾਹਿਬ ਤੋਂ ਮੈਂ ਇੱਕ ਮਿੰਟ ਚਾਹਾਂਗਾ ਦੱਸਣ ਜ਼ਰੂਰ। ਧੰਨਵਾਦ ਜੀ, ਧੰਨਵਾਦ। ਹਾਂਜੀ ਢਿੱਲੋਂ ਸਾਹਿਬ, ਦੇਖੋ ਗੱਲ ਇਹ ਵੀ ਜਿਹੜਾ ਭਾਰਤ ਦੀ ਆਰਥਿਕ ਹਾਲਤ ਕੀ ਹੈ, ਭਾਰਤ ਦੇ ਕੋਲ ਸਾਧਨ ਕਿਹੋ ਜਿਹੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੈਸੇ ਧੇਲੇ ਦੇ ਮਾਮਲੇ 'ਚ, ਦੌਲਤ ਦੇ ਮਾਮਲੇ 'ਚ ਭਾਰਤ ਇੱਕ ਜ਼ਰਖੇਜ਼ ਦੇਸ਼ ਹੈ। ਇੱਥੇ ਜਿਹੜੀ ਪ੍ਰੋਬਲਮ ਹੈ ਕਿ ਸਾਡੇ ਸਿਸਟਮ ਦੇ ਵਿੱਚ ਗੜਬੜ ਹੈ ਜੀ। ਇਹ ਬਹੁਤ ਸਾਰੇ ਮੁਲਕ ਇਹੋ ਜਿਹੇ ਹੈ ਜਿਨ੍ਹਾਂ ਮੁਲਕਾਂ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਭਾਰਤ ਨਾਲੋਂ ਕਿਤੇ ਘੱਟ ਹੈ, ਲੇਕਿਨ ਉਹਨਾਂ ਨੇ ਆਪਣਾ ਸਿਸਟਮ ਨੂੰ ਇੰਨਾ ਵਧੀਆ ਬਣਾਇਆ ਹੋਇਆ ਹੈ ਕਿ ਉਹ ਆਪਣੇ ਲੋਕਾਂ ਨੂੰ ਵੀ ਤੇ ਆਪਣੇ ਲੋਕਾਂ ਤੋਂ ਬਾਹਰ ਵੀ ਜਿਹੜੀ ਹੈ ਮਨੁੱਖਤਾ ਦੀ ਸੇਵਾ ਕਰਨ ਵਾਲੇ ਪਾਸੇ। ਸਾਡੇ ਹੁਣ ਤੁਸੀਂ ਵੀ ਜ਼ਿਕਰ ਕਰਦੇ ਹੁੰਦੇ ਹੋ ਕਿ 33% ਜਿਹੜੀ ਆਬਾਦੀ ਹੈ ਉਹ ਗਰੀਬੀ ਰੇਖਾ ਤੋਂ ਥੱਲੇ ਹੈ। ਇਹ ਗੱਲ ਤਾਂ ਖੁਦ ਸਾਡੀ ਸਰਕਾਰ ਨੇ ਮੰਨ ਲਈ ਕਿ 47 ਕਰੋੜ ਲੋਕ ਜਿਹੜੇ ਹੈ, 47 ਕਰੋੜ ਲੋਕ ਉਹ ਹੈ ਜਿਹੜੇ ਕਮਾ ਕੇ ਖਾਣ ਵਾਲੇ ਹੈ, ਔਰ 47 ਕਰੋੜ ਦੇ ਵਿੱਚ 40 ਕਰੋੜ ਉਹ ਪਾ ਗਏ ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਹੁੰਦੀ ਹੈ ਕਿ ਉਹਨਾਂ ਕੋਲ 15 ਦਿਨਾਂ ਦਾ ਰਾਸ਼ਨ ਲੈ ਜਾਂਦਾ ਹੈ। 15 ਦਿਨਾਂ ਤੋਂ ਬਾਅਦ ਉਹ ਵੀ ਨਹੀਂ ਰਹਿੰਦਾ। 87 ਕਰੋੜ ਬੰਦਾ 130 ਕਰੋੜ ਦੇ ਵਿੱਚੋਂ ਜੇ ਮੈਂ ਆਪਾਂ ਦੇਖੀਏ ਦੀ ਹਾਲਤ ਕੀ ਹੈ, ਤੇ ਜੇ ਸਿਸਟਮ ਦੇ ਲਿਹਾਜ਼ ਨਾਲ ਦੇਖੀਏ ਤਾਂ ਗੜਬੜ ਸਿਸਟਮ 'ਚ ਹੈ। ਇੱਕ ਪਾਸੇ ਭਾਰਤ 'ਚ ਭੁੱਖ ਨਾਲ ਬੰਦੇ ਮਰ ਰਹੇ, ਦੂਜੇ ਪਾਸੇ ਪੰਜਾਬ ਦੇ ਵਿੱਚ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਇੰਨਾ ਅਨਾਜ ਪਿਆ ਕਿ ਜੇ ਇਹ ਅਨਾਜ ਮੁਫਤ ਵੀ ਵੰਡਣਾ ਸ਼ੁਰੂ ਕਰ ਦੇਣ ਤਾਂ ਵੀ 5-4 ਸਾਲ ਸਾਡੇ ਕੋਲੋਂ ਮੁੱਕਦਾ ਨਹੀਂ, ਔਰ ਬਾਅਦ ਦੇ ਵਿੱਚ ਇਹ ਸੜਦਾ ਹੈ। ਇਹਨਾਂ ਨੂੰ ਸੜੇ ਹੋਏ ਨੂੰ ਸਿੱਟਣਾ ਪੈਂਦਾ, ਨਿਲਾਮ ਕਰਨਾ ਪੈਂਦਾ, ਪਸ਼ੂ ਤੱਕ ਨਹੀਂ ਖਾਂਦੇ। ਸੋ ਗੜਬੜ ਸਾਡੇ ਸਿਸਟਮ ਦੇ ਵਿੱਚ ਹੈ ਜੀ। ਬਾਕੀ ਸਾਡੇ ਕੋਲ ਕੋਈ ਕਮੀ ਨਹੀਂ, ਪਰ ਫਿਰ ਵੀ ਸੀਮਤ ਸਾਧਨਾਂ ਦੇ ਬਾਵਜੂਦ ਥੋੜਾ ਜਿਹਾ ਸਾਡੇ ਲੋਕ ਕੇ ਠੀਕ ਹੈ ਵੀ ਬਾਗੀ ਕਿਸਮ ਦੇ ਵੀ ਹੈਗੇ ਹੈ, ਛੇਤੀ ਕਿਤੇ ਮੰਨਦੇ ਵੀ ਨਹੀਂ ਗੱਲ, ਪਰ ਜਦੋਂ ਗੱਲ ਸਮਝ ਪੈ ਜਾਂਦੀ ਹੈ ਤਾਂ ਕੰਟਰੋਲ ਵਾਲੇ ਪਾਸੇ ਨੂੰ ਵੀ ਪੈਂਦੀ ਹੈ। ਹਾਲੇ ਤੱਕ ਸਥਿਤੀ ਸਾਡੇ ਦੂਜੇ ਮੁਲਕਾਂ ਦੇ ਮੁਕਾਬਲਤਨ ਦੇਖੀ ਤਾਂ ਆਪਾਂ ਕੰਟਰੋਲ 'ਚ ਹੈ। ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਹੈ ਪੁਲਿਸ ਅਫਸਰਾਂ ਦੀ, ਉਹ ਦੋਨਾਂ ਪੁਲਿਸ ਅਫਸਰਾਂ ਦੀ, ਮੈਂ ਤਾਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਕੁਛ ਬੰਦੇ ਬਦਨਾਮ ਹੁੰਦੇ ਹੈ, ਕੁਛ ਬਦ ਹੁੰਦੇ ਹੈ। ਬਦ ਨਾਲੋਂ ਬਦਨਾਮ ਬੁਰੇ ਵਾਲੀ ਗੱਲ ਹੁੰਦੀ ਹੈ, ਲੇਕਿਨ ਇਹ ਬੰਦਿਆਂ ਨੂੰ ਨਾ ਅਸੀਂ ਬਦ ਕਹਿ ਸਕਦੇ ਨਾ ਬਦਨਾਮ ਕਹਿ ਸਕਦੇ। ਲੇਕਿਨ ਇਸ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਜਿਹੜੇ ਸਿਸਟਮ ਦਾ ਉਹ ਅੰਗ ਹੈ, ਜਿਹੜੀ ਮਸ਼ੀਨਰੀ ਦਾ ਉਹ ਅੰਗ ਹੈ, ਜਿਵੇਂ ਹੁਣ ਪੁਲਿਸ ਮਸ਼ੀਨਰੀ ਹੈ, ਪੁਲਿਸ ਮਸ਼ੀਨਰੀ ਦੇ ਵਿੱਚ ਸੀਨੀਅਰ ਅਫਸਰ ਨੇ ਆਪਣੇ ਜੂਨੀਅਰ ਨੂੰ ਡਿਫੈਂਡ ਕਰਨਾ ਹੁੰਦਾ ਹੈ, ਉਹਨੂੰ ਕਰਨਾ ਪੈਂਦਾ ਹੈ ਕਿਉਂਕਿ ਉਹਨੇ ਵੀ ਨੌਕਰੀ ਕਰਨੀ ਹੈ। ਬਹੁਤ ਸਾਰੇ ਤੁਹਾਨੂੰ ਅਫਸਰ ਇਹੋ ਜਿਹੇ ਮਿਲਣਗੇ ਜਦੋਂ ਉਹ ਨੌਕਰੀ ਤੋਂ ਬਾਹਰ ਹੁੰਦੇ ਹੈ, ਉਦੋਂ ਅੱਜ ਉਹ ਕਿਤਾਬਾਂ ਵੀ ਲਿਖ ਦਿੰਦੇ, ਖਾਸ ਕਰਕੇ ਜੇ ਪੁਲਿਸ ਅਫਸਰਾਂ ਦੀ ਆਪਾਂ ਦੇਖੀਏ, ਮਿਲਟਰੀ ਅਫਸਰਾਂ ਨਾਲ ਵੀ ਦੇਖੀਏ, ਆਪਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵਿੱਚੋਂ ਕੁਝ ਕਿਤਾਬਾਂ ਉਹ ਵੀ ਹੈ ਜਿੱਥੇ ਮਿਲਟਰੀ ਦੇ ਆਪ ਦੇ ਅਫਸਰ ਸੀਗੇ, ਉਹਨਾਂ ਨੇ ਆ ਕੇ ਬਹੁਤ ਵਧੀਆ ਲਿਖੀਆਂ। ਇਸੇ ਤਰੀਕੇ ਕਈ ਵਾਰੀ ਸਾਡੇ ਨਾਲ ਅਸੀਂ ਜਦੋਂ ਧਰਮਾਂ ਦੇ ਵਿੱਚ ਗੱਲ ਪਾ ਲੈਂਦੇ ਕਿ ਫਲਾਣੇ ਧਰਮ ਦਾ ਬੰਦਾ ਫਲਾਣੇ ਧਰਮ ਦਾ ਬੰਦਾ ਹੈ। ਮੈਂ ਅੱਜ ਤੁਹਾਡੇ ਨਾਲ ਇੱਕ ਬੜੀ ਕਨਫੀਡੈਂਸ਼ੀਅਲ ਨਹੀਂ, ਮੈਂ ਮਤਲਬ ਉਹ ਗੱਲ ਕਰਨੀ ਚਾਹੁੰਦਾ ਜਿਹੜੀ ਇਤਿਹਾਸ ਦੇ ਵਿੱਚ ਹੈ। ਆਪਰੇਸ਼ਨ ਜਦੋਂ ਬਲੂ ਸਟਾਰ ਹੋਇਆ ਹੈ 3 ਜੂਨ ਤੋਂ ਲੈ ਕੇ 10 ਜੂਨ ਤੱਕ ਦਾ ਜਿਹੜਾ ਉਹ ਪੀਰੀਅਡ ਹੈ,
ਉਸ ਵੇਲੇ ਦੂਰਦਰਸ਼ਨ ਜਲੰਧਰ ਦੀ ਜਿਹੜੀ ਨਿਊਜ਼ ਦੇ ਨਾਲ, ਨਿਊਜ਼ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਹੁੰਦਾ ਸੀ ਜਿਹਦਾ ਨਾਮ ਸੀ ਜਗਦੀਸ਼ ਚੰਦਰ ਜੀ। ਜਗਦੀਸ਼ ਚੰਦਰ ਵਜ਼ਾਤ ਦਾ ਪੰਡਿਤ ਸੀ। ਆਪਰੇਸ਼ਨ ਬਲੂ ਸਟਾਰ ਨੂੰ ਕਵਰ ਕਰਨ ਵਾਸਤੇ ਮਿਲਟਰੀ ਦੀ ਗੱਡੀ ਦੇ ਵਿੱਚ ਲੈ ਕੇ ਗਏ ਜੀ। ਔਰ ਜਦੋਂ 10 ਸਾਲ ਪੂਰੇ ਹੋ ਗਏ ਸੀ 1984 ਤੋਂ ਬਾਅਦ 1994 ਦੇ ਵਿੱਚ 1994 ਦੇ 3 ਜੂਨ ਤੋਂ ਲੈ ਕੇ 10 ਜੂਨ ਤੱਕ ਪੰਜਾਬੀ ਟ੍ਰਿਬਿਊਨ 'ਚ ਲਗਾਤਾਰ ਉਹਦੀ ਜਿਹੜੀ ਲੇਖ ਲੜੀ ਸ਼ੁਰੂ ਹੋਈ ਸੀ। ਜੋ ਕੁਛ ਅੱਖੀਂ ਡਿੱਠਾ ਸੀ ਉਹਨੇ ਸਭ ਚੀਜ਼ ਉਹ ਲਿਖੀ ਹੈ। ਉਹਨੇ ਉਹ ਵੀ ਸਾਰੀ ਚੀਜ਼ ਲਿਖੀ ਹੈ ਵੀ ਕਿਵੇਂ ਉੱਤੇ ਆਪਰੇਸ਼ਨ ਬਲੂ ਸਟਾਰ ਦੀ ਤਿਆਰੀ ਕੀਤੀ ਗਈ, ਕਿਵੇਂ ਫਾਇਰਿੰਗ ਪਹਿਲਾਂ ਹੁੰਦੀ ਸੀ, ਕਿਵੇਂ ਅੰਦਰ ਮੁਕਾਬਲਾ ਹੋਇਆ, ਕਿਵੇਂ ਉੱਥੇ ਜਿਹੜੀ ਹੈਗੀ ਹੈ ਪਵਿੱਤਰਤਾ ਭੰਗ ਹੋਈ। ਔਰ ਇੱਥੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਉਹ ਗੱਲ ਕਰਦੇ ਹੈ ਕਿ ਜਦੋਂ ਜਰਨੈਲ ਸਿੰਘ ਭਿੰਡਰਾਂਵਾਲਾ ਹੋਰਾਂ ਦੀ ਡੈੱਡ ਬੋਡੀ ਪਈ ਸੀ, ਮੈਂ ਉੱਥੇ ਗਿਆ ਤੇ ਮੈਂ ਜਾ ਕੇ ਡੈੱਡ ਬੋਡੀ ਦੇ ਪੈਰਾਂ ਵਾਲੇ ਪਾਸੇ ਖੜ ਕੇ ਨਮਸਕਾਰ ਕੀਤੀ ਤੇ ਮਿਲਟਰੀ ਦੇ ਅਫੀਸਰ ਨੇ ਮੈਨੂੰ ਡਾਂਟਿਆ। ਉਹਨੇ ਮੈਨੂੰ ਕਿਹਾ ਵੀ ਤੂੰ ਇਹ ਕਿਉਂ ਗੱਲ ਕੀਤੀ ਹੈ? ਤੇ ਮੈਂ ਉਹਨੂੰ ਕਿਹਾ ਕਿ ਸਾਡੀ ਜਿਹੜੀ ਸਭਿਅਤਾ ਹੈ, ਸਾਡਾ ਜਿਹੜਾ ਸਾਨੂੰ ਸਿਖਾਇਆ ਗਿਆ, ਸਾਡਾ ਜਿਹੜਾ ਸੱਭਿਆਚਾਰ ਹੈ, ਉਹ ਇਹ ਹੈ ਕਿ ਅਸੀਂ ਜਦੋਂ ਕੋਈ ਬੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਉਹਨੂੰ ਅਸੀਂ ਅਲਵਿਦਾ ਵੀ ਕਹਿੰਦੇ ਆ, ਉਹਨੂੰ ਅਸੀਂ ਨਮਸਕਾਰ ਵੀ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ। ਔਰ ਨਾਲ ਉਹਨੇ ਅਗਲੀ ਇਹ ਗੱਲ ਦੱਸੀ ਕਿ ਮੈਂ ਫਿਰ ਉਹਨੇ ਆਪਣੀ ਕਿਤਾਬ ਉਹਦੇ ਵਿੱਚ ਲਿਖੀ ਵੀ ਹੈ, ਅੱਜ ਵੀ ਉਹ ਸਾਡੇ ਜਿਹੜੇ ਸਰੋਤੇ ਕੱਢ ਕੇ ਦੇਖ ਸਕਦੇ ਆ। ਉਹ ਕਹਿੰਦਾ ਮੈਂ ਇੱਕ ਵਾਰੀ ਜਿਹੜੀ ਹੈਗੀ ਹੈ ਕਿਸੇ ਵਿਅਕਤੀ ਦੇ ਰਾਹੀਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਲੈ ਲਿਆ ਸੀ ਸਮਾਂ ਕਿ ਮੈਂ ਤੁਹਾਡੀ ਇੰਟਰਵਿਊ ਕਰਨੀ ਹੈ। ਤੇ ਉਹਨਾਂ ਨੇ ਕਹਿੰਦੇ ਮੈਨੂੰ ਇੱਕੋ ਹੀ ਗੱਲ ਕਹੀ ਵੀ ਪੰਡਤਾ ਜਿਹੜੀ ਗੱਲ ਮੈਂ ਕਹੂੰਗਾ ਤੂੰ ਇਹ ਪ੍ਰਸਾਰਿਤ ਕਰੇਗਾ? ਕਹਿੰਦਾ ਮੈਂ ਕਿਹਾ ਜੀ ਪ੍ਰਸਾਰਿਤ ਕਰੂੰਗਾ। ਉਹਨੇ ਇੰਦਰਾ ਗਾਂਧੀ ਦਾ ਪੁੱਠਾ ਨਾਂ ਲੈ ਕੇ ਕਿਹਾ ਵੀ ਤੈਨੂੰ ਉਹਨੇ ਆਗਿਆ ਨਹੀਂ ਦੇਣੀ। ਕਹਿੰਦਾ ਫਿਰ ਮੈਂ ਕਿਹਾ ਸੀ ਕਿ ਸ਼੍ਰੀਮਾਨ ਜੀ ਕਿ ਇਹ ਪ੍ਰਸਾਰਿਤ ਤੁਹਾਡੀ ਗੱਲ ਸੋ ਕਹੀ ਹੋਈ ਨਾ ਹੁੰਦੀ ਹੋਈ ਤਾਂ ਮੈਂ ਆਪਣੀ ਜਿਹੜੀ ਹੈ ਖਬਰ ਹੀ ਪ੍ਰਸਾਰਿਤ ਨਹੀਂ ਕਰੂੰਗਾ। ਉਹ ਕਹਿੰਦਾ ਗੱਲ ਹੋਈ ਏਦਾਂ। ਮੈਂ ਕਨਵਿੰਸ ਕੀਤਾ ਆਪਣੇ ਬੰਦਿਆਂ ਨੂੰ ਜਾ ਕੇ ਕਿ ਉਹਨਾਂ ਨੇ ਆਹ ਗੱਲ ਕਹੀ ਹੈ ਤੇ ਹੋਣ ਦੀ। ਹੁਣ ਜੇ ਆਪਾਂ ਇਸੇ ਗੱਲ ਦੇ ਉੱਤੇ ਦੇਖ ਲਈਏ ਕਿ ਇਹ ਬੰਦਾ ਫਲਾਨੀ ਜਾਤ ਚ ਜੰਮਿਆ ਹੋਇਆ ਜੀ, ਉਹ ਫਲਾਣੇ ਧਰਮ ਚ ਜੰਮਿਆ ਹੋਇਆ, ਇਹ ਇਸ ਕਰਕੇ ਹੋਊਗਾ। ਮੇਰਾ ਖਿਆਲ ਹੈ ਵੀ ਐਡੀ ਸਟੀਕ ਇਨਫੋਰਮੇਸ਼ਨ ਜਿੰਨੀ ਉਹ ਜਗਦੀਸ਼ ਚੰਦਰ ਨੇ ਲਿਖੀ ਹੈ ਜਾਂ ਜਗਦੀਸ਼ ਕੁਮਾਰ ਹੈ, ਅੱਜ ਤੱਕ ਕੋਈ ਸਰਦਾਰ ਸਿੱਖ ਵੀ ਨਹੀਂ ਲਿਖ ਸਕਿਆ। ਉਹਨੂੰ ਆਪਾਂ ਨੂੰ ਪੜ੍ਹ ਸਕਦੇ ਹੈ। ਸੋ ਕਈ ਵਾਰੀ ਓਪੀਨੀਅਨ ਆਪਦੀ ਕਿਸੇ ਦੇ ਵਰਦੀ ਪਾਈ ਹੈ, ਕਿਸੇ ਦੇ ਵਰਦੀ ਲਾਹੀ ਵੀ ਹੈ। ਬੰਦਾ ਜਦੋਂ ਮਤਲਬ ਕਿਸੇ ਡਿਊਟੀ 'ਚ ਹੁੰਦਾ, ਇੱਕ ਸਿਸਟਮ ਦੇ ਵਿੱਚ ਵੱਢਿਆ ਹੁੰਦਾ ਹੈ, ਉਹਦੇ ਤੋਂ ਕੀ ਡਿਮਾਂਡ ਕਰਦੇ ਆ? ਅੱਜ ਆਪਾਂ ਇੱਥੇ ਬੈਠੇ, ਆਪਾਂ ਇੰਡੀਪੈਂਡੈਂਟ ਆ, ਆਜ਼ਾਦ ਆ, ਆਪਣੀ ਗੱਲ ਕਰ ਰਹੇ ਹਾਂ। ਲੇਕਿਨ ਜੋ ਕੁਛ ਭਾਰਤ ਦੇ ਵਿੱਚ ਹੋ ਰਿਹਾ, ਕੱਲ ਆਪਾਂ ਜਿਹੜੀ ਹੈ ਦਾ ਵੈਰ ਦੇ ਰੀਤਰ ਦਾ ਜ਼ਿਕਰ ਕੀਤਾ ਸੀ, ਕੱਲ ਮੇਰੀ ਵੀ ਸੰਗੀ ਕੁੱਟੀ ਜਾ ਸਕਦੀ ਹੈ, ਮੈਨੂੰ ਵੀ ਕਿਹਾ ਜਾ ਸਕਦਾ ਨਹੀਂ ਤੈਨੂੰ ਆਹ ਬੋਲਣਾ ਪਊਗਾ। ਉੱਥੇ ਮੇਰੇ ਪਾਸੇ ਦੋ ਰਾਜੇ ਜਦੋਂ ਮੈਂ ਉਹ ਬੋਲੂੰਗਾ ਤੇ ਜਾਂ ਫਿਰ ਮੇਰਾ ਕੰਗਾ ਜਿਵੇਂ ਹੁੰਦਾ ਉਹ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ। ਕਈ ਵਾਰੀ ਮਤਲਬ ਆਪਾਂ ਆਪਣੀ ਓਪੀਨੀਅਨ ਬਣਾ ਲੈਂਦੇ ਤੇ ਇੱਕ ਦੂਜੇ ਦੇ ਸਿਰ ਤੇ ਥੋਪ ਦਿੰਦੇ ਆ, ਉਹ ਨਹੀਂ ਹੁੰਦੀ। ਜੀ ਧੰਨਵਾਦ ਜੀ। ਹਾਂਜੀ ਥਾਪਰ ਸਾਹਿਬ ਸਵਾਗਤ ਹੈ ਤੁਹਾਡਾ। ਮਾਫੀ ਚਾਹੁੰਦੇ ਕਾਫੀ ਲੰਮਾ ਸਮਾਂ ਹੋਲਡ ਕਰਨਾ ਪਿਆ ਜੀ। ਸੁਖਿੰਦਰ ਜੀ ਕੋਈ ਗੱਲ ਨਹੀਂ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਨ ਟੱਚ ਕਮਿਊਨੀਕੇਸ਼ਨ ਦੇ ਸਭ ਤੋਂ ਪਹਿਲਾਂ ਤਾਂ ਜ਼ਿਕਰ ਕਰੂੰਗਾ ਜੀ ਹਾਈ ਸਪੀਡ ਇੰਟਰਨੈਟ, ਕਿਉਂਕਿ ਬਹੁਤ ਸਾਰੇ ਇੰਟਰਨੈਟ ਅੱਜ ਕੱਲ੍ਹ ਆਪਾਂ ਨੂੰ ਘਰਾਂ ਦੇ ਵਿੱਚ ਚਾਹੀਦੀ ਹੈ, ਚਾਹੇ ਆਫਿਸ ਨੇ ਜੀ। ਸੋ ਆਪਣੇ ਕੋਲ ਜਿੱਥੇ ਆਪਾਂ ਓਨਟਾਰੀਓ 'ਚ ਸਰਵਿਸ ਪ੍ਰੋਵਾਈਡ ਕਰਦੇ ਸੀ, ਨਾਲ ਹੀ ਹੁਣ ਆਪਾਂ ਜਿਹੜੀ ਹੈ ਕਿਊਬਿਕ ਦੇ ਵਿੱਚ ਵੀ ਸਾਡੇ ਕੋਲ ਫਾਈਬਰ ਇੰਟਰਨੈਟ ਦੇ ਪਲਾਨ ਸਰੋਤੇ ਲੈ ਸਕਦੇ ਨੇ। ਸੋ ਓਨਟਾਰੀਓ ਤੇ ਕਿਊਬਿਕ ਦੋਨੇ ਹੀ ਸਰੋਤੇ ਨੋਟ ਕਰ ਲੈਣ ਜੀ। ਸਾਡੇ ਕੋਲ ਫਾਈਬਰ ਇੰਟਰਨੈਟ ਦੇ ਸਾਰੇ ਪਲਾਨ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅਵੇਲੇਬਲ ਨੇ। ਸੋ ਇਸ ਦੇ ਨਾਲ ਆਪਾਂ ਜ਼ਿਕਰ ਕਰਾਂਗੇ ਸੈੱਲ ਫੋਨ। ਸੋ ਕਿਉਂਕਿ ਸਰੋਤੇ ਘਰ ਵਿੱਚ ਹੀ ਰਹਿੰਦੇ ਆ ਤੇ ਅਗਰ ਸੈੱਲ ਫੋਨਾਂ ਦੇ ਬਿੱਲ ਉਹਨਾਂ ਦੇ ਜ਼ਿਆਦਾ ਹੋ ਚੁੱਕੇ ਨੇ ਤੇ ਆਪਣੇ ਕੋਲ ਇੱਕ ਪਲਾਨ $25 ਤੋਂ ਚਾਲੂ ਹੋ ਜਾਂਦਾ, ਜਿਸ ਵਿੱਚ ਜਿੰਨਾ ਮਰਜ਼ੀ ਅਨਲਿਮਟਿਡ ਕੈਨੇਡਾ ਵਾਈਡ ਕਾਲ ਕਰੋ। 1 GB ਦਾ ਡਾਟਾ ਵੀ ਹੈ ਔਰ ਇੰਟਰਨੈਸ਼ਨਲ ਟੈਕਸਟ ਮੈਸੇਜ ਨੇ। $40 ਦੇ ਵਿੱਚ ਆਪਣੇ ਕੋਲ 5 GB ਡਾਟਾ ਹੈਗਾ ਜੀ। ਤੇ ਉਹ ਸਰੋਤੇ ਜਿਹੜਾ ਜੀ ਬਹੁਤ ਸਾਰਾ ਡਾਟਾ ਲੈਣਾ ਚਾਹੁੰਦੇ ਨੇ ਤੇ ਇੱਕ ਸਾਡੇ ਕੋਲ ਸਿਮ ਹੈ ਨਾਰਥ ਅਮਰੀਕਨ, ਜਿਸ ਦੇ ਵਿੱਚ ਬਿਲਕੁਲ ਅਨਲਿਮਟਿਡ ਸੈੱਲ ਫੋਨ ਦੀ ਸਿਮ ਦੇ ਉੱਤੇ ਡਾਟਾ ਯੂਜ਼ ਕਰ ਸਕਦੇ ਨੇ। ਸਿਰਫ $60 ਦਾ ਇਹ ਪਲਾਨ ਹੈ। ਸੋ ਇਸ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਨੇ। ਜਾਂ ਫਿਰ US ਐਂਡ ਕੈਨੇਡਾ ਵਾਸਤੇ ਇੱਕ ਡੀਲ ਸਾਡੇ ਕੋਲ ਚੱਲ ਰਹੀ ਹੈ ਜੀ, ਬੜੀ ਜ਼ਬਰਦਸਤ ਡੀਲ ਹੈ $75 ਦੇ ਵਿੱਚ, ਜਿਸ ਦੇ ਵਿੱਚ 30 GB ਡਾਟਾ, ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਟਿਡ ਹੋ ਜਾਊਗਾ ਔਰ ਡਾਇਰੈਕਟ ਕੈਨੇਡੀਅਨ ਨੰਬਰ ਦੀ ਇਹ ਡੀਲ ਹੈ। ਔਰ ਘਰ ਦੇ ਫੋਨ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਸਾਰੇ ਹੀ ਕੈਨੇਡਾ ਵਾਸਤੇ ਇਹ ਡੀਲ ਹੈ। ਕਿਸੇ ਵੀ ਪ੍ਰੋਵਿੰਸ ਤੋਂ ਸਰੋਤੇ ਡੀਲ ਲੈ ਸਕਦੇ ਘਰ ਦਾ ਫੋਨ। ਇੰਡੀਆ ਦੇ ਨਾਲ ਜਿਹੜੀਆਂ ਬਾਕੀ ਕੰਟਰੀਆਂ ਨੇ ਯੂਰਪੀਅਨ, ਉੱਥੇ ਆਪਾਂ ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਜਿਹੜੀ ਕਾਲ ਕਰ ਸਕਦੇ ਹਾਂ। ਸੋ ਅਗਰ ਕਿਸੇ ਵੀ ਸਰੋਤੇ ਨੇ ਘਰ ਦੇ ਲੌਂਗ ਡਿਸਟੈਂਸ ਦਾ ਪਲਾਨ ਲੈਣਾ ਜਾਂ ਪਹਿਲਾਂ ਦਾ ਪਲਾਨ ਲੱਗਾ ਹੋਇਆ ਜੀ,
ਮੈਂ ਇਹ ਗੱਲ ਕਹੂੰਗਾ ਕਿ ਅਗਰ ਉਹਨਾਂ ਦਾ ਬਿੱਲ $20 ਤੋਂ ਜ਼ਿਆਦਾ ਹੋ ਚੁੱਕਾ ਤਾਂ ਸਰੋਤੇ ਸੰਪਰਕ ਕਰ ਲੈਣ ਜੀ ਸਾਡੇ ਨਾਲ, ਕਿਉਂਕਿ ਬਿੱਲ ਦੀ ਅਸੀਂ ਗਾਰੰਟੀ ਕਰਾਂਗੇ ਕਿ ਬਿੱਲ ਬਾਰ-ਬਾਰ ਨਹੀਂ ਵਧਣਾ। ਬਹੁਤ ਸਾਰੇ ਡਾਲਰ ਸਰੋਤੇ ਸੇਵ ਕਰ ਸਕਦੇ ਨੇ। ਤੇ ਫੋਨ ਦਾ ਅਡੈਪਟਰ ਨੰਬਰ ਪੋਰਟਿੰਗ ਬਿਲਕੁਲ ਫ੍ਰੀ ਹੈਗੀ ਹੈ ਜੀ। ਤੇ ਸੈੱਲ ਫੋਨ ਦੇ ਉੱਤੇ ਵੀ ਜਿਹੜੀਆਂ ਐਪ ਡਾਊਨਲੋਡ ਕਰੋ ਤਾਂ ਉੱਥੋਂ ਜਿਹੜੀਆਂ ਲੌਂਗ ਡਿਸਟੈਂਸ ਸੈੱਲ ਫੋਨ ਤੋਂ ਵੀ ਸਰੋਤੇ ਕਰ ਸਕਦੇ ਨੇ। ਸੋ ਬਿਜ਼ਨਸ ਇੰਟਰਨੈਟ ਦੇ ਪਲਾਨ ਵੀ ਸਾਡੇ ਕੋਲ $40 ਤੋਂ ਚਾਲੂ ਹੋ ਜਾਂਦੇ ਨੇ। ਤੇ ਬਿਜ਼ਨਸ ਫੋਨ ਲਾਈਨ ਜਿਹੜੀ ਆਪਣੇ ਆਫਿਸ ਸਟੋਰ ਵਾਲੀ ਆ $19.95 ਨਾਰਥ ਅਮਰੀਕਾ ਅਨਲਿਮਟਿਡ ਕਾਲਿੰਗ। ਔਰ ਅਸੀਂ ਸੈੱਲ ਫੋਨ ਤੇ ਲੈਪਟਾਪ ਕੰਪਿਊਟਰ ਦੇ ਉੱਤੇ ਵੀ ਜਿਹੜਾ ਸਿਸਟਮ ਪਾ ਕੇ ਦੇਵਾਂਗੇ ਜਿੱਥੋਂ ਬਿਜ਼ਨਸ ਦੀਆਂ ਕਾਲਾਂ ਲੈ ਵੀ ਸਕਦੇ ਨੇ। ਸੋ ਹੋਰ ਵੀ ਬਹੁਤ ਸਾਰੀਆਂ ਡੀਲ ਅਵੇਲੇਬਲ ਨੇ ਜੀ ਸਾਡੇ ਕੋਲ। ਜ਼ਿਆਦਾ ਜਾਣਕਾਰੀ ਲਈ ਸਰੋਤੇ ਸਾਡੇ ਨਾਲ ਸੰਪਰਕ ਕਰ ਲੈਣ। 905 203 3636 905 203 3636 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਸੁਖਵਿੰਦਰ ਜੀ। ਧੰਨਵਾਦ ਥਾਪਰ ਸਾਹਿਬ। 905 203 3636 ਤੇ ਕਾਲ ਕਰਕੇ ਤੁਸੀਂ ਇਹ ਭਰਪੂਰ ਜਾਣਕਾਰੀ ਲੈ ਸਕਦੇ ਹੋ ਸੁਖਦੇਵ ਸਿੰਘ ਥਾਪਰ ਉਹਨਾਂ ਕੋਲੋਂ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 2156। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਆ ਜਿਹੜੀ ਪੁਲਿਸ ਵਾਲਿਆਂ ਦੀ ਮੈਂ ਗੱਲ ਸੁਣੀ ਆ ਤੇ ਉਹਨਾਂ ਨੇ ਨੰਗੇ ਕਰਕੇ ਉਹ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕੁੱਟਿਆ, ਉਹਨਾਂ ਨੂੰ ਬੇਇੱਜ਼ਤ ਕੀਤਾ ਤੇ ਫਿਰ ਉਹਨਾਂ ਦੀ ਮੂਵੀ ਰਿਲੀਜ਼ ਕੀਤੀ ਆ। ਜੇ ਪੁਲਿਸ ਵਾਲੇ ਆਪਣੀ ਮਰਜ਼ਾਦਾ ਨੂੰ ਭੁੱਲ ਜਾਂਦੇ ਆ, ਇਹ ਕਿਸੇ ਦਾ ਸੈਕਸੁਅਲ ਕ੍ਰਾਈਮ ਆ। ਕਿਸੇ ਨੂੰ ਨੰਗਾ ਕਰਕੇ ਉਹਨੂੰ ਵਾਇਰਸ ਕਿਸੇ ਨਿਊਜ਼ ਦੇ ਉੱਤੇ ਪਾਣਾ। ਤੇ ਜੇ ਪੁਲਿਸ ਵਾਲੇ ਮਰਜ਼ਾਦਾ ਦਾ ਉਲੰਘਣ ਕਰਦੇ ਆ, ਫਿਰ ਦੁਖੀ ਹੋਇਆ ਬੰਦਾ ਕੋਈ ਮਰਜ਼ਾਦਾ ਦਾ ਉਲੰਘਣ ਕਰ ਦਊਗਾ ਤਾਂ ਫਿਰ ਉਹ ਕੀ ਕਹਾਂਗੇ ਅਸੀਂ, ਹੁਣ ਕਿਹੜਾ ਕਸੂਰ ਕਹਾਂਗੇ, ਉਸ ਬੰਦੇ ਦਾ ਜਾਂ ਪੁਲਿਸ ਦਾ? ਹੁਣ ਇਹ ਕੁਛ ਨਿਹੰਗ ਸਿੰਘ ਨੇ ਕੀਤਾ। ਉਹ ਪੁਲਿਸ ਵਾਲੇ ਜੇ ਆਪਣੀ ਮਰਜ਼ਾਦਾ 'ਚ ਨਹੀਂ ਰਹਿ ਸਕਦੇ, ਉਹਦੀ ਪੱਤ ਰੋਲਦੇ ਆ, ਉਹਨੂੰ ਵੀਡੀਓ ਦੀ ਨਸ਼ਰ ਕਰਦੇ ਆ, ਉਹ ਦੁਖੀ ਹੋਇਆ ਬੰਦਾ ਕੀ ਕਰੂਗਾ? ਫਿਰ ਮੈਨੂੰ ਤਾਂ ਉਹੀ ਲੱਗਦਾ ਵੀ ਅੱਜ ਤੋਂ 50 ਸਾਲ ਪਹਿਲਾਂ ਛੋਟੇ ਹੁੰਦੇ ਦੀ ਗੱਲ ਸੁਣੀ ਸੀ, ਕਿਸੇ ਬੰਦੇ ਦੇ ਘਰ ਨਜਾਇਜ਼ ਪੁੱਤਰ ਜਾ ਪਿਆ। ਉਹ ਕਹਿੰਦੇ ਇਹ ਤਾਂ ਨਜਾਇਜ਼ ਆ, ਕਹਿੰਦਾ ਮੈਂ ਕਿਹੜਾ ਘਰ ਰੱਖਣਾ, ਪੁਲਿਸ 'ਚ ਜਮ੍ਹਾਂ ਕਰਾਉਣਾ, ਪੁਲਿਸ 'ਚ ਭਰਤੀ ਕਰਾਉਣਾ। ਕੁਛ ਬੰਦੇ ਏਦਾਂ ਦੇ ਪੁਲਿਸ ਹੈਗੇ ਜਿਹੜੇ ਏਦਾਂ ਦੇ ਕੰਮ ਕਰਦੇ ਆ। ਉਹ ਆਪਣੀ ਮਰਜ਼ਾਦਾ ਨੂੰ ਕਾਇਮ ਰੱਖਣ ਤਾਂ ਲੋਕ ਵੀ ਕਾਇਮ ਰੱਖੂਗੇ। ਜਿਹੜੇ ਆਪਣੀ ਮਰਜ਼ਾਦਾ ਭੁੱਲ ਜਾਂਦੇ ਆ, ਕਿਸੇ ਦੀ ਇੱਜ਼ਤ ਨੂੰ ਨਸ਼ਰ ਕਰਦੇ ਆ ਵੀਡੀਓ ਬਣਾ ਕੇ, ਤਾਂ ਫਿਰ ਨਕਸ਼ੇ ਕੋਲ ਹੱਥ ਕਿਉਂ ਨਹੀਂ ਵੱਢੂਗੇ ਜੀ? ਬਸ ਇਹੀ ਮੈਂ ਕਹਿਣਾ ਚਾਹੁੰਦਾ, ਪੁਲਿਸ ਵਾਲੇ ਆਪਣੀ ਮਰਜ਼ਾਦਾ ਰਹਿਣ, ਲੋਕਾਂ ਨੂੰ ਮਿਸਾਲ ਦੇਣ ਏਦਾਂ ਰਹੀਦਾ। ਲੋਕਾਂ ਨੂੰ ਪੁੱਠਾ ਕੰਮ ਕਰਦੇ ਦੱਸਦੇ ਵੀ ਏਦਾਂ ਪੁੱਠੇ ਕੰਮ ਕਰੋ, ਫਿਰ ਲੋਕ ਕਰਦੇ ਆ ਉਹ ਜੀ। ਧੰਨਵਾਦ ਜੀ, ਧੰਨਵਾਦ। ਓਕੇ ਜੀ। ਹਾਂਜੀ, ਸਵਾਗਤ ਹੈ ਵੀਰ ਜੀ 0190। ਹਾਂ, ਸਤਿ ਸ਼੍ਰੀ ਅਕਾਲ ਚੰਨੀ ਸਾਹਿਬ। ਥੈਂਕ ਯੂ ਢਿੱਲੋਂ ਸਾਹਿਬ, ਤੁਸੀਂ ਇਤਿਹਾਸ ਦੇ ਝਰੋਖੇ ਚੋਂ ਕਹਾਣੀ ਕੱਢ ਕੇ ਲਿਆਏ। ਜਿਹੜਾ ਕਾਲੇ ਦਿਨ ਬੜੀ ਤਰਾਸਦੀ ਹੋਈ, ਉਹ ਦੁਖਦਾਈ ਦਿਨ ਭੁੱਲ ਨਹੀਂ ਸਕਦੇ, ਉਹਦੀ ਇੱਕ ਦੱਸੀ ਤੁਸੀਂ, ਬਹੁਤ ਵਧੀਆ, ਥੈਂਕ ਯੂ ਜੀ। ਤੇ ਗੱਲ ਅਸੀਂ ਕਰ ਰਹੇ ਹਾਂ ਜੀ, ਜਦ ਤੁਸੀਂ ਸਟਾਰਟਿੰਗ ਚ ਗੱਲ ਕੀਤੀ ਸੀ ਇੱਕ NDTV ਰਿਪੋਰਟ ਦੀ, ਉਹਨਾਂ ਦੀ ਕੀ ਨਾਮ ਹੈ, ਰਵੀਸ਼ ਕੁਮਾਰ ਜੀ ਬੜੇ ਅੱਛੇ ਪੱਤਰਕਾਰ ਹੈ। ਲੰਗਰ ਦੇ ਬਾਰੇ ਗੱਲ ਆਪਾਂ ਕਰ ਰਹੇ ਸੀ। ਉਹ ਲੰਗਰ ਦਾ ਦੇਖੋ, ਜਿਹੜਾ ਸਿੱਖ ਧਰਮ ਵੱਲੋਂ ਜਾਂ ਸਿੱਖਾਂ ਵੱਲੋਂ ਜਾਂ ਸਿੱਖ ਪਰਸਨੈਲਿਟੀਜ਼ ਵੱਲੋਂ ਚਲਾਏ ਜਾ ਰਹੇ ਲੰਗਰ, ਉਹਦੀ ਤਾਂ ਕੋਈ ਰੀਸ ਹੀ ਨਹੀਂ ਹੈ। ਪੂਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਵਿੱਚ ਇਹਦੀ ਗੱਲ ਹੈ। ਬਹੁਤ ਉਹ ਕਰ ਰਹੇ ਨੇ, ਜੋ ਵੀ ਕਰ ਰਹੇ ਨੇ ਬਹੁਤ ਜ਼ਿਆਦਾ ਕਰ ਰਹੇ ਨੇ। ਹਰ ਜਗ੍ਹਾ, ਹਰ ਜਿੱਥੇ ਲੋੜ ਹੈ, ਕੋਈ ਤੂਫਾਨ ਹੈ, ਕੋਈ ਮੁਸ਼ਕਿਲ ਹੈ, ਉੱਥੇ ਪਹੁੰਚ ਜਾਂਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ। ਉਹਦੇ ਨਾਲ ਹੀ ਰਵੀਸ਼ ਕੁਮਾਰ ਜੀ ਨੇ ਲੰਗਰ ਦੀ ਗੱਲ ਕਰਦੇ ਹੋਏ ਅੱਗੋਂ ਗਏ ਨੇ, ਇੱਕ ਮਸਜਿਦ ਦੇ ਕੋਲ ਇੱਕ ਬੰਦਾ ਖਾਣਾ ਵੰਡ ਰਿਹਾ ਸੀ, ਉਹਦੀ ਵੀ ਕਵਰੇਜ ਕਰਤੀ। ਉਹ ਵੀ ਬਹੁਤ ਵਧੀਆ ਜੀ, ਠੀਕ ਹੈ, ਮੁਸਲਿਮ ਵੀਰ ਲੰਗਰ ਦੇ ਰਿਹਾ ਜਾਂ ਜੋ ਵੀ ਬਣ ਰਿਹਾ, ਬਹੁਤ ਵਧੀਆ ਗੱਲ ਜੀ। ਉਹਦੇ ਬਾਅਦ ਰਿਪੋਰਟ ਦੇ ਉੱਤੇ ਮੈਂ ਪੂਰੀ ਉਹ ਰਿਪੋਰਟ ਦੇਖੀ ਹੈ ਟੀਵੀ ਦੇ ਉੱਪਰ, ਮੈਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਕੀ ਹੋਰ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਹੈ ਜਾਂ ਹੋਰ ਲੋਕ ਕੀ ਕੰਮ ਕਰ ਰਹੇ, ਥੋੜਾ ਜਿਹਾ ਉੱਥੇ ਵੀ ਕਵਰੇਜ ਕਰ ਦਿੰਦਾ। ਉੱਥੇ ਉਹ ਕੰਜੂਸੀ ਕਰ ਗਏ ਨੇ, ਕਿਉਂਕਿ ਦੇਖੋ ਦਿੱਲੀ ਦੇ ਵਿੱਚ ਇਸਕੌਨ ਜਿਹੜੇ ਹਰੇ ਕ੍ਰਿਸ਼ਨਾ ਹਰੇ ਟੈਂਪਲ ਵਾਲੇ ਹੈ ਕਿ ਨਹੀਂ, ਉਹ ਵੀ ਲਗਾ ਰਹੇ ਨੇ, ਫੂਡ ਪੈਕ ਦੇ ਰਹੇ ਦਿੱਲੀ ਗਵਰਨਮੈਂਟ ਦੇ ਥਰੂ। ਉਹਨਾਂ ਦੀ ਜੋ ਉਹਨਾਂ ਦਾ ਦਾਵਾ, ਉਹ ਕਹਿ ਰਹੇ ਨੇ 5 ਲੱਖ ਅਸੀਂ ਡੇਲੀ ਫੂਡ ਪੈਕ ਦੇ ਰਹੇ ਇਸਕੌਨ ਵਾਲੇ, ਠੀਕ ਹੈ ਨੀ। ਪਰ 28 ਮਾਰਚ ਦੀ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, 31 ਮਾਰਚ ਦੀ ਬਿਜ਼ਨਸ ਸਟੈਂਡਰਡ ਦੀ ਖਬਰ ਦੇ ਹਿਸਾਬ ਨਾਲ ਉਹ 2 ਲੱਖ ਫੂਡ ਪੈਕ ਵੰਡ ਰਹੇ ਨੇ। ਜੇ ਥੋੜਾ ਜਿਹਾ ਉਹਦਾ ਵੀ ਕਰਤਾ ਜਾਂਦਾ ਕਿ ਇੱਕ ਬੈਲੈਂਸ, ਇੱਕ ਵਧੀਆ ਰਿਪੋਰਟ ਬਣ ਜਾਂਦੀ। ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ, ਧੰਨਵਾਦ। ਇਸ ਦੇ ਨਾਲ ਹੀ ਮੈਂ ਦੱਸਦਾ ਜੀ, ਜੇ ਕੋਈ ਟਿਕਟਾਂ ਬਾਰੇ ਜਾਣਕਾਰੀ ਲੈਣੀ ਹੈ ਜੀ, ਉਹ ਲਿੰਕ ਟਰੈਵਲ ਦੀਆਂ 5 ਬ੍ਰਾਂਚਾਂ 416 293 8700 ਤੇ ਕਾਲ ਕੀਤੀ ਜਾ ਸਕਦੀ ਹੈ। KGS ਟਰਾਂਸਪੋਰਟ ਨਾਰਥ ਅਮਰੀਕਾ ਦੇ ਵਿੱਚ ਵੀ, ਉਹਨਾਂ ਦੀ ਇੰਡੀਆਨਾ ਐਪਲਸ ਦੇ ਵਿੱਚ ਵੀ ਇੱਕ ਯਾਰਡ ਹੈਗੀ ਹੈ ਜੀ। ਤੁਸੀਂ ਉੱਥੇ ਜੇ ਡਰਾਈਵਰੀ ਕਰਨੀ ਹੈ ਜਾਂ ਓਨਰ ਆਪਰੇਟਰ ਕਰਨਾ ਹੈ ਤੇ ਕਾਲ ਕਰ ਸਕਦੇ ਹੋ 905 799 9500 ਤੇ ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਨਾਲ। ਏਸ਼ੀਅਨ ਫੂਡ ਤੁਸੀਂ ਨੇੜਲੀ ਕਿਸੇ ਵੀ ਸਟੋਰ ਤੋਂ ਗਰੋਸਰੀ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ 416 543 7107 ਤੇ ਮੇਜਰ ਨੱਤ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ, ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ, ਨਵੇਂ ਹੋ, ਸਟੂਡੈਂਟ ਹੋ,
ਤੇ ਕਾਲ ਕਰ ਸਕਦੇ ਭਾਈ ਕਰਨੈਲ ਸਿੰਘ ਨੂੰ 416 670 3173। ਕਿੰਗ ਟੋਇੰਗ ਦੇ ਸੁੱਖਾ ਢੇਸੀ ਉਹਨਾਂ ਦਾ ਦਾਵਾ ਜੀ ਨਾਰਥ ਅਮਰੀਕਾ 'ਚ ਤੁਹਾਡਾ ਟਰੱਕ ਟ੍ਰੇਲਰ ਕਿਤੇ ਵੀ ਖਰਾਬ ਹੋ ਗਿਆ ਬਹੁਤ ਸਸਤੀ ਪ੍ਰਾਈਸ ਦੇ ਵਿੱਚ ਟੋ ਕਰਦੇ ਜੀ 416 670 2222। ਤੁਸੀਂ ਕੋਈ ਕੰਪਨੀ ਜਾਂ ਯਾਰਡ ਦੂਜਾ ਬਣਾਉਣੇ ਚਾਹੁੰਦੇ ਹੋ ਕੋਈ ਗਰਾਜ ਅਕਾਲ ਸਟੀਲ ਨਾਲ ਗੱਲਬਾਤ ਕਰ ਸਕਦੇ 416 816 93 33 ਤੇ ਭਾਈ ਜਸਵਿੰਦਰ ਸਿੰਘ ਹੋਣਾ ਨਾਲ। ਮੌਂਟਰੀਅਲ ਗਏ ਤੁਹਾਡਾ ਟਰੱਕ ਟ੍ਰੇਲਰ ਖਰਾਬ ਗਿਆ ਡਾਇਮੰਡ ਟਰੱਕ ਰਿਪੇਅਰ ਭਾਈ ਜਸਵੀਰ ਸਿੰਘ 450 934 29 57 ਤੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਹੀ ਜੇ ਪ੍ਰੋਜੋਨ ਆਟੋ ਜੇ ਤੁਸੀਂ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਡੀਲ ਕਰਦੇ ਆ ਜੀ ਪ੍ਰੋਜੋਨ ਆਟੋ ਕਲੀਜ਼ ਨਾਲੇ 416 857 5700 ਤੇ ਕਾਲ ਕੀਤੀ ਜਾ ਸਕਦੀ ਆ। ਆਪਣੇ ਨਾਲ WhatsApp ਤੇ ਜੁੜਿਆ ਜੀ ਕਾਲਰ ਆਪਾਂ ਕਾਲ ਲੈ ਲਈ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਇੰਦਰਮੋਹਨ ਸਿੰਘ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਅੱਜ ਨਾ ਜੀ ਖਬਰ ਦੇਖੀ ਹੈ BBC ਤੇ 90 ਕੁ ਦੇਸ਼ਾਂ ਦੇ ਵਿੱਚੋਂ ਬੰਦੇ ਫੜੇ ਗਏ ਆ ਫੇਕ ਦਵਾਈਆਂ ਲਈ ਫਿਰਦੇ ਆ ਜੀ। ਕਰੋਨਾ ਦੇ ਵਿੱਚ ਵੀ ਆਦਮੀ ਮਤਲਬ ਆਦਮ ਜਾਤ ਨੂੰ ਖਤਮ ਕਰਨ ਤੇ ਤੁਲਿਆ ਜੀ। ਫੇਕ ਦਵਾਈਆਂ ਕਲੋਰੋਕੁਈਨ ਤੇ ਹੋਰ ਬਹੁਤ ਤਰ੍ਹਾਂ ਦੀਆਂ ਦਵਾਈਆਂ ਜਿਹਦੇ ਵਿੱਚ ਕਾਫੀ ਬੰਦੇ ਫੜੇ ਗਏ ਆ ਜੀ ਤੇ ਕਾਫੀ ਵੱਡੇ ਸਟਾਕ ਫੜੇ ਗਏ ਆ। ਇਸ ਬਾਰੇ ਜਾਣਕਾਰੀ ਲੈਣੀ ਜੀ ਢਿੱਲੋਂ ਸਾਹਿਬ ਤੋਂ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਮੈਂ BBC ਦੇਖੀ ਨਹੀਂ ਜੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸਾਰੀਆਂ ਨਿਊਜ਼ ਦੇਖਣ ਵਾਸਤੇ। ਮੇਰੇ ਹਾਲੇ ਮੈਨੂੰ ਜਾਣਕਾਰੀ ਨਹੀਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕ ਜਿੱਥੇ ਮੁਨਾਫਾ ਮੂਹਰੇ ਰੱਖ ਲੈਂਦੇ ਆ ਨਾ ਮੁਨਾਫੇ ਦੀ ਵਜ੍ਹਾ ਕਾਰਨ ਜਾਂ ਅਗਿਆਨਤਾ ਦੀ ਵਜ੍ਹਾ ਕਾਰਨ ਕਈ ਵਾਰੀ ਉਹ ਦਵਾਈਆਂ ਲੈ ਲੈਣੇ ਅਸੀਂ ਜਿਹੜੀਆਂ ਦਵਾਈਆਂ ਦਾ ਮਰਜ਼ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ ਬਿਮਾਰੀ ਨਾਲ ਕੋਈ ਸੰਬੰਧ ਨਹੀਂ ਹੁੰਦਾ ਉਹ ਖਤਰਨਾਕ ਸਾਬਤ ਹੋ ਸਕਦੀ ਹੈ। ਬਿਲਕੁਲ ਠੀਕ ਹੈ ਇੰਦਰਮੋਹਨ ਜੀ ਨੇ ਕਲੋਰੋਕੁਈਨ ਦੇ ਸੰਬੰਧ ਵਿੱਚ ਇਹ ਵੀ ਰਿਸਰਚ ਆ ਗਈ ਹੈ। ਇੱਕ ਕਿਸੇ ਡਾਕਟਰ ਵੀ ਉਹਨੇ ਕਿਹਾ ਕਿ ਹਾਰਟ ਦੇ ਲਈ ਇਹ ਕਾਫੀ ਘਾਤਕ ਹੁੰਦੀ ਹੈ। ਕਈ ਵਾਰੀ ਬੰਦਾ ਕਰੋਨਾ ਦਾ ਇਲਾਜ ਕਰ ਲੈਂਦਾ ਲੇਕਿਨ ਇਹ ਹਾਰਟ ਨੂੰ ਬਹੁਤ ਡੈਮੇਜ ਕਰਦੀ ਹੈ ਗੁਰਦਿਆਂ ਨੂੰ ਵੀ ਡੈਮੇਜ ਕਰਦੀ ਹੈ। ਸੋ ਇਹ ਤਾਂ ਜਿਹੜੇ ਐਕਸਪਰਟ ਦੀ ਰਾਏ ਨਾਲ ਹੀ ਲਈ ਜਾ ਸਕਦੀ ਹੈ। ਲੀਡਰਾਂ ਨੂੰ ਜਾਂ ਆਪਾਂ ਪੱਤਰਕਾਰਾਂ ਨੂੰ ਕਹਿ ਲਈਏ ਕਿ ਇਹਨਾਂ ਨੂੰ ਦਵਾਈਆਂ ਬਾਰੇ ਪਤਾ ਇਹਨਾਂ ਨੂੰ ਨਹੀਂ ਪਤਾ ਹੁੰਦਾ। ਇਨਫੈਕਟ ਪਤਾ ਤਾਂ ਇਹ ਹੁੰਦਾ ਡਾਕਟਰਾਂ ਨੂੰ ਪਤਾ ਹੁੰਦਾ ਡਾਕਟਰਾਂ ਦੀ ਰਾਏ ਨਾਲ ਹੀ ਸਭ ਕੁਝ ਚੱਲਣਾ ਹੁੰਦਾ ਜੀ। ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ। ਹਾਂਜੀ ਭਾਜੀ ਮੈਂ ਦੁਬਾਰਾ ਆਇਆ ਭਾਜੀ। ਉਹ ਜਿਹੜੇ 40 ਫੌਜੀ ਮਾਰੇ ਗਏ ਸੀ ਨਾ ਜੀ ਇਹਨਾਂ ਨੇ ਮੋਦੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਫੰਡ ਦੇਵਾਂਗੇ ਉਹਨਾਂ ਦੀ ਦੇਖਭਾਲ ਕਰਾਂਗੇ ਤੇ ਉਹਨਾਂ ਨੂੰ ਨੌਕਰੀਆਂ ਵੀ ਦੇਵਾਂਗੇ ਤੇ ਨਾਲੇ ਕਿਹਾ ਸੀ ਅਸੀਂ ਉਹ ਇਨਕੁਆਇਰੀ ਕਰਾਵਾਂਗੇ। ਨਾ ਉਹ ਇਨਕੁਆਇਰੀ ਸਿਰੇ ਲੱਗੀ ਆ ਨਾ ਉਹਨਾਂ ਦੇ ਪਰਿਵਾਰਾਂ ਨੂੰ ਕਹਿੰਦੇ ਜੀ ਕੁਝ ਨਹੀਂ ਮਿਲਿਆ ਜੀ ਵਿਚਾਰੇ ਤੜਫ ਰਹੇ ਆ ਜੀ। ਜੀ ਧੰਨਵਾਦ ਜੀ। ਜਿਹੜੇ CRP ਤੋਂ ਹਮਲਾ ਹੋਇਆ ਸੀ ਜੀ ਢਿੱਲੋਂ ਸਾਹਿਬ। ਬਿਲਕੁਲ ਆ ਹੁਣ ਗੱਲ ਸਮਝ ਆ ਗਈ ਨਾ ਜਿਹੜੀ ਵੀਰ ਜੀ ਨੇ ਗੱਲ ਕਹੀ ਉਹ ਪੁਲਵਾਮਾ ਦੇ ਵਿੱਚ 40 CRPF ਦੇ ਬੰਦੇ ਸ਼ਹੀਦ ਹੋਏ ਸੀ ਜਿਹੜਾ ਉਹ ਅਟੈਕ ਹੋਇਆ ਸੀ। ਉਸ ਅਟੈਕ ਨੂੰ ਲੈ ਕੇ ਕਈ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਔਰ ਪੱਤਰਕਾਰਾਂ ਦੇ ਜਿਹੜੇ ਹਲਕੇ ਹੈ ਉਹਨਾਂ ਦੇ ਵਿੱਚ ਵੀ ਕਿਉਂਕਿ ਅਸਲ ਦੇ ਵਿੱਚ ਜਦੋਂ ਇਹ ਵਾਰਦਾਤ ਹੋਈ ਹੈ ਉਹ ਤੋਂ ਪਹਿਲਾਂ ਹਾਲਾਤ ਇਹ ਬਣ ਗਏ ਸੀ ਕਿ ਐਤਕੀ ਸ਼ਾਇਦ ਨਰਿੰਦਰ ਮੋਦੀ ਸਾਹਿਬ ਰਿਪੀਟ ਨਾ ਕਰ ਸਕਣ ਸਰਕਾਰ ਨਾ ਬਣਾ ਸਕਣ ਲੇਕਿਨ ਉਹ ਤੋਂ ਬਾਅਦ ਹੀ ਨਾਲ ਹੀ ਕੈਸੀ ਹਵਾ ਬਣੀ ਤੇ ਹਵਾ ਬਣਾਈ ਗਈ ਕਿਉਂਕਿ ਪੁਲਵਾਮਾ ਤੋਂ ਬਾਅਦ ਬਾਲਾਕੋਟ ਦੇ ਵਿੱਚ ਅਟੈਕ ਹੋਇਆ ਸੀ ਸਰਜੀਕਲ ਸਟ੍ਰਾਈਕ ਕੀਤੀ ਹੈ। ਨਤੀਜਾ ਇਹ ਹੋਇਆ ਕਿ ਹਾਲਾਂਕਿ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਕਿਸੇ ਵੀ ਸ਼ਹੀਦ ਦਾ ਜਾਂ ਆਰਮੀ ਦਾ ਪੈਰਾਮਿਲਟਰੀ ਫੋਰਸਿਸ ਦਾ ਨਾਂ ਨਹੀਂ ਇਸਤੇਮਾਲ ਕਰਨਾ ਲੇਕਿਨ ਉਹ ਰੱਜ ਕੇ ਕੀਤਾ ਗਿਆ ਤੇ ਉਹਨਾਂ ਦੇ ਹੱਕ ਵਿੱਚ ਫਤਵਾ ਚਲਾ ਗਿਆ ਸੀ। ਵਧੀਆ ਗੱਲ ਤਾਂ ਇਹੀ ਸੀ ਕਿ ਜੋ ਪ੍ਰੋਮਿਸ ਕੀਤਾ ਸੀ ਕਿ ਅਸੀਂ ਪੜਤਾਲ ਕਰਾਵਾਂਗੇ ਉਹਦੀ ਪੜਤਾਲ ਹੋਣੀ ਚਾਹੀਦੀ ਸੀ। ਉਹ ਪੜਤਾਲ ਅਜੇ ਵੀ ਕਿਸੇ ਤਨ ਪੱਤਨ ਨਹੀਂ ਲੱਗੀ। ਹੋ ਸਕਦਾ ਵੀ ਆਰਡਰ ਕੀਤੇ ਹੋਣ ਚੱਲੀ ਵੀ ਜਾਂਦੀ ਹੋਵੇ ਲੇਕਿਨ ਇੰਨੇ ਸਮੇਂ ਤੇ ਰਿਜ਼ਲਟ ਸਾਹਮਣੇ ਆ ਜਾਣਾ ਚਾਹੀਦਾ ਸੀ। ਹਾਲੇ ਤੱਕ ਉਹ ਰਿਜ਼ਲਟ ਨਹੀਂ ਆਇਆ। ਅਗਲੀ ਗੱਲ ਜਿਹੜੀ ਹੈ ਉਹ ਚਾਹੇ ਪ੍ਰੋਮਿਸ ਨਾ ਵੀ ਕੀਤਾ ਹੋਵੇ ਕਿਸੇ ਹਾਕਮ ਨੇ ਕਿਸੇ ਪੋਲੀਟੀਕਲ ਬੰਦੇ ਨੇ ਲੇਕਿਨ ਇਹ ਗੱਲ ਤਾਂ ਯੂਨੀਵਰਸਲ ਟਰੁੱਥ ਹੈ ਨਾ ਕਿ ਜਿਹੜਾ ਬੰਦਾ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋ ਗਿਆ ਉਹ ਕਿਸੇ ਵੀ ਤਰੀਕੇ ਸ਼ਹੀਦ ਹੋ ਗਿਆ ਉਹਦੇ ਪਰਿਵਾਰ ਦੀ ਉਹਨਾਂ ਦੇ ਜਿਹੜੇ ਬਾਲ ਬੱਚੇ ਹੈ ਉਹਨਾਂ ਦਾ ਖਿਆਲ ਸਟੇਟ ਨੇ ਰੱਖਣਾ ਹੁੰਦਾ ਹੈ। ਉਹਨਾਂ ਨੂੰ ਮੁਆਵਜ਼ਾ ਵਗੈਰਾ ਦੇਣਾ ਚਾਹੀਦਾ ਹੈ। ਮੈਨੂੰ ਜਾਣਕਾਰੀ ਨਹੀਂ ਪਰ ਜੇ ਭਾਜੀ ਕਹਿੰਦੇ ਵੀ ਉਹਨਾਂ ਨੂੰ ਨਹੀਂ ਮਿਲਿਆ ਹਾਲੇ ਤੱਕ ਮੁਆਵਜ਼ਾ ਤਾਂ ਮੇਰਾ ਖਿਆਲ ਵੀ ਐਦੂ ਸ਼ਰਮਨਾਕ ਗੱਲ ਸਾਡੇ ਦੇਸ਼ ਵਾਸਤੇ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦੀ ਜੀ। ਫਸਟ ਜਾਂ ਸੈਕੰਡ ਮਾਰਗੇਜ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਕਿਰਨ ਕੋਰਪੜਾ ਨੂੰ 416 710 20 ਤੇ ਸੁੰਬਲ ਵਾਚ ਕਲੌਕ ਐਂਡ ਪਾਰਟਸ ਤੁਸੀਂ ਆਪਣੀਆਂ ਘੜੀਆਂ ਠੀਕ ਕਰਾਉਣੀਆਂ ਜਾਂ ਨਵੀਆਂ ਲੈਣੀਆਂ ਸਿੱਕੋ ਸਿਟੀਜ਼ਨ ਰਾਡੋ ਰੋਲੈਕਸ ਕਿਸੇ ਵੀ ਤਰ੍ਹਾਂ ਦੀ ਹੈ ਤਾਂ 905 790 2188 ਤੇ ਇਸ ਦੇ ਨਾਲ ਹੀ ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣਾ ਦਾ ਦਾਵਾ ਜੀ ਕਹਿੰਦੇ ਜੇ ਤੁਸੀਂ ਐਲ ਸ਼ੇਪ ਕਸਟਮ ਮੇਡ ਸੋਫਾ ਰਾਉਂਡ ਸੋਫਾ
ਬੈਸਟ ਕੁਆਲਿਟੀ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਅਪਾਇੰਟਮੈਂਟ ਬਣਾ ਕੇ ਆ ਸਕਦੇ 905 799 8877 ਆਪਣੇ ਘਰ ਦੀ ਤੁਸੀਂ ਰੈਨੋਵੇਸ਼ਨ ਕਰਾਉਣੀ ਆ ਵਾਸ਼ਰੂਮ ਬਣਾਉਣਾ ਬੇਸਮੈਂਟ ਬਣਾਉਣੀ ਬੇਸਮੈਂਟ ਲੀਗਲ ਕਰਾਉਣੀ ਆ ਇੱਕੋ ਇੱਕ ਨਾਂ ਜੀ ਫਸਟ ਫ੍ਰੀ ਆਫ ਕਾਸਟ ਆਣ ਕੇ ਤੁਹਾਨੂੰ ਐਸਟੀਮੇਟ ਦਿੰਦੇ ਹਰਦਿਆਲ ਸਿੰਘ ਝੀਤਾ ਹੋਣੀ 647 499 15 6474098915 ਤੇ ਕਾਲ ਕੀਤੀ ਜਾ ਸਕਦੀ ਆ ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ 7141 ਹੈਲੋ ਸਤਿ ਸ਼੍ਰੀ ਅਕਾਲ ਜੀ ਟਾਂਡੀ ਮੰਗਤਾ ਬੋਲਦਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਜੀ ਦੇਖੋ ਜੀ ਉਹ ਪੁਲਿਸ ਦੀ ਗੱਲ ਚੱਲੀ ਸੀ ਜੀ ਜੇ ਤਾਂ ਆਪਾਂ ਨਿਹੰਗਾਂ ਨੂੰ ਸਮਝਦੇ ਫੌਜ ਗੁਰੂ ਸਾਹਿਬ ਦੀ ਜੀ ਫੇਰ ਤਾਂ ਉਹਨੇ ਬਹਾਦਰੀ ਦਾ ਕੰਮ ਕੀਤਾ ਨਿਹੰਗ ਨੇ ਗੁੱਟ ਵੱਢਿਆ ਉਹਦਾ ਕਿਉਂਕਿ ਲੜਾਈ ਦੇ ਵਿੱਚ ਜੋ ਕੁਝ ਵੀ ਕੋਈ ਹਾਰ ਸਕਦਾ ਕੋਈ ਜਿੱਤ ਸਕਦਾ ਜੀ ਮੈਂ ਤਾਂ ਕਹਿੰਦਾ ਉਸ ਨਿਹੰਗ ਨੂੰ ਜਿੱਦਾਂ ਵੀ ਕਹਿ ਰਹੇ ਆ ਇਹ ਇੰਡੀਅਨ ਗਵਰਨਮੈਂਟ ਉੱਥੇ ਮੀਡੀਆ ਇੰਡੀਆ ਦਾ ਵੀ ਇਹ ਗੁੰਡਾਗਰਦੀ ਫਲਾਨਾ ਧੰਕੜਾ ਉਹ ਕਈ ਕੁਛ ਹੀ ਕਰਦਾ ਹੁੰਦਾ ਮੀਡੀਆ ਇੰਡੀਆ ਦਾ ਵੀ ਪੰਜਾਬ ਦਾ ਵੀ ਤੇ ਦੂਜਾ ਵੀ ਤੇ ਇਹ ਕੀਤੀ ਉਹਨੇ ਬਹਾਦਰੀ ਆ ਵੀ ਮੈਂ ਤਾਂ ਕਹਿੰਦਾ ਉਹਨੂੰ ਨਾਮ ਮਿਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਤੋਂ ਵੀ ਅਪੀਲ ਕਰਦੇ ਆ ਕਿ ਨਾਮ ਦੇ ਦਿੱਤਾ ਜਾਵੇ ਉਹਨਾਂ ਨੂੰ ਕੁਛ ਸਰੋਪਾ ਦਿੱਤਾ ਜਾਵੇ ਕਿਉਂਕਿ ਆਪਾਂ ਫੌਜ ਜਿਹੜੀ ਆ ਉਹ ਗੁਰੂ ਸਾਹਿਬ ਦੀ ਆ ਨਿਹੰਗ ਤਾਂ ਇਸ ਕਰਕੇ ਆਪਾਂ ਉਹਨਾਂ ਨੂੰ ਫੌਜ ਮੰਨਦੇ ਆ ਪੁਲਿਸ ਦਾ ਜਿੱਦਾਂ ਵੀ ਉਹਨੇ ਟਾਕਰਾ ਕੀਤਾ ਬਾਕੀ ਰਹੀ ਇਹ ਪੁਲਿਸ ਜਿੱਦਾਂ ਨਾ ਅਸਲ ਦੇ ਵਿੱਚ ਇਹਨੇ ਅੱਗੇ ਪੰਜਾਬ ਪੁਲਿਸ ਨੇ ਜਾਂ ਇੰਡੀਆ ਦੀ ਪੁਲਿਸ ਦਾ ਅੱਤਵਾਦ ਆ ਇਹ ਮੈਂ ਤਾਂ ਇਹਨੂੰ ਅੱਤਵਾਦ ਕਹੂੰਗਾ ਜਿਹੜਾ ਪੁਲਿਸ ਦੇ ਵਿੱਚ ਉਹ ਪੇਪੁੱਤ ਨੂੰ ਨੰਗਾ ਕਰਕੇ ਮਤਲਬ ਜਿੱਦਾਂ ਅੱਤਵਾਦੀ ਹੈ ਨੀ ਉਹ ਕਰਦੇ ਆ ਏਦਾਂ ਹੀ ਇਹ ਨੰਗੇ ਕਰਕੇ ਪੇਪੁੱਤ ਨੂੰ ਇਹ ਬਣਦੀ ਥੋੜੋ ਗੱਲ ਇਹ ਤਾਂ ਔਰੰਗਜ਼ੇਬ ਦਾ ਜਿੱਦਾਂ ਪੁਲਿਸ ਦਾ ਡੰਡਾ ਆ ਵੀ ਔਰੰਗਜ਼ੇਬ ਮੰਗ ਲੋਕਾਂ ਨੂੰ ਸਤਾਉਂਦੀ ਆ ਤੇ ਜਿਹੜਾ ਆਪਣੇ ਭਾਈ ਸਾਹਿਬ ਢਿੱਲੋਂ ਸਾਹਿਬ ਗੱਲ ਕਰ ਰਹੇ ਸੀ ਵੀ ਭਿੰਡਰਾਂ ਵਾਲੇ ਦੇ ਨਾਮ ਸ਼ਿਕਾਰ ਕੀਤੀ ਪੁਲਿਸ ਵਾਲੇ ਨੇ ਭਿੰਡਰਾਂ ਵਾਲੇ ਪੁਲਿਸ ਵਾਲੇ ਨੇ ਵੀ ਪੱਤਰਕਾਰ ਨੇ ਭਿੰਡਰਾਂ ਵਾਲੇ ਸੰਤਾਂ ਨੂੰ ਇੰਡੀਅਨ ਗਵਰਨਮੈਂਟ ਗੁੰਡਾ ਅੱਤਵਾਦੀ ਕਈ ਕੁਛ ਹੀ ਕਹਿ ਰਹੀ ਆ ਅਜੇ ਵੀ ਤਾਂ ਪਹਿਲਾਂ ਵੀ ਮਤਲਬ ਉੱਥੋਂ ਅੱਤਵਾਦੀ ਕੱਢੇ ਉਹ ਅੱਤਵਾਦੀ ਦਾ ਖਿਤਾਬ ਦੇ ਰਹੀ ਆ ਉੱਥੇ ਦੀ ਪੁਲਿਸ ਵੀ ਪੰਜਾਬ ਪੁਲਿਸ ਵੀ ਤੇ ਇੱਥੇ ਵੀ ਤਾਂ ਜਿਹੜੇ ਪਾਰਟੀਆਂ ਬਾਜੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਵੀ ਨਹੀਂ ਅਜੇ ਤੱਕ ਭਿੰਡਰਾਂ ਵਾਲੇ ਨੂੰ ਕਲੀਨ ਚਿੱਟ ਦਿੱਤੀ ਬਈ ਜਿੱਦਾਂ ਕਹਿ ਲਓ ਵੀ ਉਹ ਸਾਡਾ ਸ਼ਹੀਦ ਆ ਉਹ ਅਜੇ ਇੱਕ ਮਤਲਬ ਅਕਾਲੀ ਦਲ ਵੀ ਨਹੀਂ ਕਲੀਨ ਚਿੱਟ ਦੇ ਰਿਹਾ ਕੋਈ ਮੀਡੀਆ ਵਾਲੇ ਦੀ ਹਿੰਮਤ ਨਹੀਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਵਾਲ ਕਰ ਦੇਵੇ ਵੀ ਮਤਲਬ ਇਹ ਕਰ ਰਿਹਾ ਬਾਕੀ ਮੀਡੀਆ ਜਿਹੜਾ ਢਿੱਲੋਂ ਸਾਹਿਬ ਆ ਇਹ ਨਹੀਂ ਪੁਲਿਸ ਦੀ ਵੀ ਰੱਖਣੀ ਹੁੰਦੀ ਆ ਬਈ ਜਿੱਦਾਂ ਕਹਿ ਲਓ ਵੀ ਪੁਲਿਸ ਵੀ ਚੰਗੀ ਆ ਮਾੜੀ ਚੰਗੀ ਆ ਕਿਉਂਕਿ ਪੁਲਿਸ ਇਹਨਾਂ ਨੂੰ ਉੱਥੇ ਫੜ ਸਕਦੀ ਆ ਇਹ ਵੀ ਡਰਦੇ ਆ ਜਿੱਦਾਂ ਮੀਡੀਆ ਵੀ ਡਰਦਾ ਭੈ ਆ ਪੁਲਿਸ ਦਾ ਮੀਡੀਆ ਵੀ ਪੁਲਿਸ ਦੇ ਪੱਖ ਦੇ ਵਿੱਚ ਚੱਲ ਜਾਂਦਾ ਵੀ ਕਿਉਂਕਿ ਇਹਨੀ ਗੱਡੀ 'ਚ ਵੀ ਸਫ਼ਰ ਕਰਨਾ ਕਿਤੇ ਵੀ ਜਾਣਾ ਆ ਇਹ ਪੁਲਿਸ ਤੋਂ ਡਰਦਾ ਪਰ ਇਹਨਾਂ ਨੂੰ ਡਰਨਾ ਨਹੀਂ ਚਾਹੀਦਾ ਨੰਗੀ ਧੜ ਤੇ ਨੱਚਣਾ ਚਾਹੀਦਾ ਇਹਨਾਂ ਨੂੰ ਵੀ ਜਿੱਦਾਂ ਕਹਿ ਲਓ ਵੀ ਮੀਡੀਆ ਵਾਲੇ ਨੂੰ ਵੀ ਨੰਗੀ ਇਹ ਠੀਕ ਕਰ ਸਕਦੇ ਆ ਪਰ ਇਹ ਡਰੇ ਹੋਏ ਆ ਜਿੱਦਾਂ ਕਹਿ ਲਓ ਪੰਜਾਬ ਪੁਲਿਸ ਦੀ ਅੱਧੀ ਕੁ ਸਿਫਤ ਕਰ ਦੇਣੀ ਅੱਧੀ ਓਦਾਂ ਕਰਦੇ ਢਿੱਲੋਂ ਸਾਹਿਬ ਵੀ ਕਹਿੰਦੇ ਵੀ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਪਰ ਕਿਉਂ ਇਹ ਜਵਾਬ ਦੇ ਆ ਇਹ ਮੀਡੀਆ ਆ ਇਹ ਫੇਰ ਕਾਹਦੇ ਫੇਰ ਮੀਡੀਆ 'ਚ ਆਏ ਆ ਨੰਗੇ ਤਲਵਾਰ ਤੇ ਨੱਚਣ ਇਹ ਵੀ ਮਤਲਬ ਇਹ ਇਨਸਾਫ ਦਵਾ ਸਕਦੇ ਆ ਜਿਹੜੇ ਪੁਲਿਸ ਨੇ ਨਜਾਇਜ਼ ਪੁਲਿਸ ਮੁਕਾਬਲੇ ਬਣਾਏ ਆ ਇਹ ਬਾਹਰ ਕੱਢ ਸਕਦਾ ਸੀ ਮੀਡੀਆ ਪਰ ਮੀਡੀਆ ਭੁਗਤਿਆ ਸਾਰਾ ਹੀ ਪੰਜਾਬ ਗਵਰਨਮੈਂਟ ਤੇ ਹੁਣ ਵੀ ਇਹਨਾਂ ਦੀ ਥਾਣੇ 'ਚ ਵੀ ਚੱਲਦੀ ਮੀਡੀਆ ਦੀ ਕੋਈ ਸਿਫਾਰਿਸ਼ ਵੀ ਪਵਾ ਲੈਂਦੇ ਆ ਇਹ ਵੀ ਲੀਡਰਾਂ ਨਾਲ ਦੇ ਆ ਮੀਡੀਆ ਵੀ ਇਦਾਂ ਦਾ ਹੀ ਆ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਵਿਚਾਰ ਆ ਵੀਰ ਜੀ ਹਾਂਜੀ ਇੰਦਰਮੋਹਨ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਪੰਜਾਬੀ ਮੁੰਡਿਆਂ ਦੀ ਵੀਡੀਓ ਆਈ ਹੈ ਜੀ ਰੋਹਤਕ ਕੋਲੇ ਉਹ ਪਹੁੰਚ ਚੁੱਕਿਆ ਜੀ 500 ਕਿਲੋਮੀਟਰ ਤੁਰ ਕੇ ਕੋਠੇ ਤੋਂ ਚੱਲੇ ਆ ਜੀ ਉਹ ਕੰਬਾਈਨਾਂ ਦਾ ਕੰਮ ਕਰਨ ਗਏ ਸੀ ਉੱਥੇ ਜਾ ਕੇ ਫਸ ਗਈ ਤੇ ਉਹ ਕਹਿੰਦੇ ਜੀ ਹੁਣ ਸਾਡਾ 300 ਕਿਲੋਮੀਟਰ ਦਾ ਬਾਕੀ ਏਰੀਆ ਰਹਿ ਗਿਆ ਜੀ ਤੇ ਭੁੱਖੇ ਭਾਣੇ ਮਤਲਬ ਜੇ ਕਹਿੰਦਾ ਜੀ ਮਿਲ ਜਾਂਦਾ ਤਾਂ ਕੁਝ ਖਾ ਲੈਣੇ ਆ ਨਹੀਂ ਅਸੀਂ ਤੁਰੇ ਆਉਣੇ ਆ ਵੀ ਸਾਨੂੰ ਕੋਈ ਗੱਡੀ ਵਾਲਾ ਕੋਈ ਹੋਰ ਕੋਈ ਵੀ ਬੰਦਾ ਸਾਨੂੰ ਚੜਾ ਨਹੀਂ ਰਿਹਾ ਗੱਡੀਆਂ ਜਾ ਰਹੀਆਂ ਅਸੀਂ ਹੱਥ ਦਿੰਨੇ ਆ ਸਾਡੀ ਕੋਈ ਰਸਤੇ 'ਚ ਕੋਈ ਸੁਣਵਾਈ ਨਹੀਂ ਵੀ ਕੋਈ ਸਾਨੂੰ ਜੇ ਕੋਈ ਮਤਲਬ ਸਰਕਾਰ ਉਪਰਾਲਾ ਕਰੇ ਤਾਂ ਸਾਨੂੰ ਕੋਈ ਲੈ ਜੇ ਉਹਨੇ ਖਿਆਲ ਕੀਤੀ ਹੈ ਤੇ ਨਹੀਂ ਤਾਂ ਉਹ ਤੁਰੇ ਤਾਂ ਆਉਂਦੇ ਹੀ ਆ ਜੀ ਤੇ ਜੇ ਤਾਂ ਭੁੱਖ ਉਹਨਾਂ ਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੰਗਰ ਪਾਣੀ ਉਹਨਾਂ ਨੂੰ ਮਿਲਦਾ ਰਿਹਾ ਫਿਰ ਤਾਂ ਉਹ ਪਹੁੰਚ ਜਾਣਗੇ ਜੀ ਫਰੀਦਕੋਟ ਜਿਹੜੇ ਬੰਦੇ ਆ ਜੀ ਪੰਜਾਬੀ ਬੰਦੇ ਆ ਹਾਂਜੀ ਧੰਨਵਾਦ ਜੀ ਧੰਨਵਾਦ ਜੀ ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ 9200 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਜਿਵੇਂ ਆਪਾਂ ਦੇਖਦੇ ਆ ਵੀ ਹਰੇਕ ਦੇਸ਼ ਕੋ ਆਪਣੀਆਂ ਖੁਫੀਆ ਏਜੰਸੀਆਂ ਆਉਂਦੀਆਂ ਨਾ
ਤੇ ਆਪਣੇ ਇੱਥੇ RCMP ਹੈ ਤੇ ਇੱਕ CSIS ਵੀ ਹੈਗੀ ਆ ਜਿਹੜੀ ਸਾਰਾ ਕੁਝ ਦੇਖਦੀ ਆ ਜੀ। ਤੇ ਦੇਖੋ ਹੁਣ ਅੱਜ ਗਲੋਬਲ ਨਿਊਜ਼ ਨੇ ਇੱਕ ਹੋਰ ਖਬਰ ਐਕਸਪੋਜ਼ ਕੀਤੀ ਹੈ, ਜਿੱਦਾਂ ਪਹਿਲਾਂ ਮੇਰੇ ਖਿਆਲ ਨਾਲ 3-4 ਮਹੀਨੇ ਪਹਿਲਾਂ ਐਕਸਪੋਜ਼ ਕੀਤੀ ਸੀ। ਆਟਵਾ ਦਾ ਇੱਕ ਇੰਡੀਅਨ ਕਪਲ ਸੀਗਾ ਜਿਹੜਾ ਕੈਨੇਡਾ ਦੀ ਮਿਲਟਰੀ ਦੇ ਸੀਕ੍ਰੇਟ ਇੰਡੀਆ ਨੂੰ ਵੇਚ ਰਿਹਾ ਸੀਗਾ ਜਾਂ ਦੱਸ ਰਿਹਾ ਸੀਗਾ ਇਨਫੋਰਮੇਸ਼ਨ, ਉਹ ਵੀ ਐਕਸਪੋਜ਼ ਹੋਇਆ ਸੀਗਾ। ਤਾਰਿਕ ਫਤਾ ਵੀ ਐਕਸਪੋਜ਼ ਹੋਇਆ ਸੀਗਾ ਇੱਥੇ ਜੀ। ਤੇ ਹੁਣ ਇੱਕ ਹੋਰ ਗਲੋਬਲ ਨਿਊਜ਼ ਨੇ ਅੱਜ ਦੀ ਖਬਰ ਐਕਸਪੋਜ਼ ਕੀਤਾ ਵੀ ਇੱਕ ਕੈਨੇਡਾ ਵਿੱਚ ਭਾਰਤੀ ਏਜੰਸੀਆਂ ਵੱਲੋਂ ਕੈਨੇਡੀਅਨ ਸਿਆਸਤਦਾਨ ਦਾ ਆਪਣਾ ਪ੍ਰਭਾਵ ਚ ਲੈਣ ਲਈ ਪੈਸਾ ਅਤੇ ਗੁੰਮਰਾਹ ਕਰਨ ਜਾਣਕਾਰੀ ਵੰਡਣ ਦੇ ਮਾਮਲੇ ਸਾਹਮਣੇ ਆਏ ਆ। ਕਿਉਂਕਿ ਜੇ ਉਹ ਬੇਸਿਕਲੀ ਜਾਨੀ ਕਿ ਇੰਡੀਆ ਦੀ ਏਜੰਸੀਆਂ ਰਾਜ ਤੇ ਕੰਮ ਕਰ ਰਹੀ ਹੈ ਸਿੱਖਾਂ ਨੂੰ ਬਦਨਾਮ ਕਰਨ ਲਈ ਨਾ। ਅੱਗੇ ਤਾਂ ਚਲੋ ਸ਼ੱਕ ਹੁੰਦਾ ਸੀਗਾ, ਹੁਣ ਤਾਂ ਸ਼ਰੇਆਮ ਜਿੱਦਾਂ ਬਾਰ-ਬਾਰ ਐਕਸਪੋਜ਼ ਕੀਤੇ ਜਾ ਰਹੇ ਆ। ਤੇ ਤੁਹਾਨੂੰ ਇਹ ਨਹੀਂ ਲੱਗਦਾ ਜਿੱਦਾਂ ਟਰੂਡੋ ਦੀ ਉੱਤੇ ਕਿਸੇ ਨਾ ਕਿਸੇ ਕਾਰਨ ਉੱਤੇ ਜਿੱਦਾਂ ਵੀ ਮੋਦੀ ਨੇ ਬੇਇੱਜ਼ਤੀ ਕੀਤੀ ਹੈ, ਹੁਣ ਅੰਦਰ ਖਾਤੇ ਟਰੂਡੋ ਵੀ ਆਪਣਾ ਲੈ ਕੇ ਬੈਠਾ ਆ ਤੇ ਹੁਣ ਮੈਂ ਇਹਨਾਂ ਨੂੰ ਐਕਸਪੋਜ਼ ਕਰਨਾ ਹੀ ਹੈ ਕਿ ਪਤਾ ਸਰਕਾਰਾਂ ਨੂੰ ਵੀ ਸੀਗਾ ਕਿ ਇੱਥੇ ਕੰਮ ਕਰਦੇ ਆ ਪਰ ਐਕਸ਼ਨ ਨਹੀਂ ਲੈ ਰਹੀਆਂ ਸੀਗੀਆਂ। ਪਰ ਹੁਣ ਤਾਂ ਸ਼ਰਿਆਂ ਵੀ ਨੰਗੇ ਹੋ ਰਹੇ ਆ ਵੀ ਜਿਵੇਂ ਤੁਹਾਡੇ ਸਾਹਮਣੇ ਹੋਰ ਵੀ ਇੱਥੇ ਬਥੇਰੇ ਨੰਗੇ ਹੋਣੇ, ਕਈ ਮੀਡੀਆ ਵਾਲੇ ਵੀ ਨੰਗੇ ਹੋਣੇ, ਇੱਥੇ ਦੇਖੀ ਜਾਇਓ। ਤੇ ਬਾਕੀ ਚੰਗੀ ਖਬਰ ਆਉਂਦਾ ਜੇ ਕੈਨੇਡੀਅਨ ਏਜੰਸੀਆਂ ਤੇ ਕੰਮ ਕਰ ਰਹੀਆਂ ਇੰਡੀਅਨ ਐਕਸਪੋਜ਼ ਕਰਨ ਲਈ ਉਹਨਾਂ ਦੇ ਰਾਜ ਏਜੰਟਾਂ ਨੂੰ। ਧੰਨਵਾਦ ਜੀ, ਧੰਨਵਾਦ। ਹਾਂਜੀ ਵੀਰ ਜੀ 7140 ਸਵਾਗਤ ਹੈ ਜੀ। ਚੰਦੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਚੰਦੀ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਹੈ, ਬੜਾ ਸੋਹਣਾ ਗੁੱਡ ਨਿਊਜ਼ ਦਿੰਦੇ ਹੋ, ਚੰਗਾ ਪ੍ਰੋਗਰਾਮ ਕਰਦੇ ਹੋ, ਧੰਨਵਾਦ ਹੈ ਤੁਹਾਡਾ ਜੀ। ਧੰਨਵਾਦ ਜੀ। ਪਰ ਤੁਹਾਡਾ ਅੱਜ ਸਮਾਂ ਮੈਨੂੰ ਲੱਗਦਾ ਸਮਾਪਤ ਹੈ, ਕਿਉਂਕਿ ਸਾਡਾ ਸਮਾਂ ਸਮਾਪਤ ਹੈ। ਤੁਹਾਡੇ ਕੋਲ ਸਵਾਲ ਨਹੀਂ ਕੋਈ ਪੁੱਛਿਆ ਜਾਣਾ ਢਿੱਲੋਂ ਹੋਣਾ ਨੂੰ, ਸਮਾਂ ਆਪਣਾ ਕੋਈ ਗੱਲ ਨਹੀਂ ਕੋਈ ਗੱਲ ਫਿਰ ਲਾ ਲਾਂਗੇ। ਧੰਨਵਾਦ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਿਰ ਲਾਵਾਂਗੇ। ਵਾਹਿਗੁਰੂ ਜੀ ਖਾਲਸਾ ਫਤਿਹ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਆ, ਵੀਕਐਂਡ ਆਪਾਂ ਮੰਡੇ ਨੂੰ ਫੇਰ ਤੁਹਾਡੇ ਨਾਲ ਜੁੜਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਲੱਗਦਾ ਸ਼ਾਇਦ ਢਿੱਲੋਂ ਸਾਹਿਬ ਦੀ ਲਾਈਨ ਜਿਹੜੀ ਆ ਡਿਸਕਨੈਕਟ ਹੋ ਗਈ ਹੈ ਜੀ। ਨੀਰੂ ਹੁਣੀ ਆਪਾਂ ਪ੍ਰੋਗਰਾਮ ਲੈ ਕੇ ਸਟੂਡੀਓ ਦੇ ਵਿੱਚ ਜੁੜਨਗੇ, ਤੁਹਾਡੇ ਨਾਲ ਕਰਨਗੇ ਗੱਲਾਂ ਬਾਤਾਂ। ਆਪਣਾ ਪ੍ਰੋਗਰਾਮ ਸਮਾਪਤ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।